This is a Red FM Vancouver podcast. Make sure you hit subscribe for more great content. For further info, log on to redfm.ca. ਮੇਰੇ ਨਾਲ ਮੇਰੇ ਮਹਿਮਾਨ ਮਲੂਕ ਚੰਦ ਕਲੇਰ ਜੀ ਸਟੂਡੀਓ ਦੇ ਵਿੱਚ ਆ ਚੁੱਕੇ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਮਲੂਕ ਚੰਦ ਜੀ, ਤੁਹਾਡਾ ਸਵਾਗਤ ਹੈ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ, ਤੁਸੀਂ ਮੈਨੂੰ ਅੱਜ ਰੈੱਡ FM 'ਤੇ ਬੁਲਾਇਆ ਅਧਿਆਪਕ ਦਿਵਸ 'ਤੇ, ਅਤੇ ਵਿਸ਼ਵ ਭਰ ਦੇ ਅਧਿਆਪਕਾਂ ਨੂੰ ਮੁਬਾਰਕਾਂ। ਇਹ ਜਿਹੜਾ ਅਧਿਆਪਕ ਦਿਵਸ ਹੈ, ਇਹ ਕਦੋਂ ਸ਼ੁਰੂ ਹੋਇਆ ਜੀ? ਕੀ ਇਹਦੀ ਹਿਸਟਰੀ ਕੀ ਹੈ? ਇਹਦੇ ਬਾਰੇ ਸਾਨੂੰ ਦੱਸੋ ਪਹਿਲਾਂ ਤਾਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸੱਤ ਮਹੀਨਾ ਸੱਚ, ਗੂ ਮਹੀਨਾ ਹਨੇਰਾ, ਰੂ ਮਹੀਨਾ ਰੋਸ਼ਨੀ। ਜੀ, ਸੱਚ ਨੂੰ ਵੇਖਣ ਲਈ ਸਾਡੇ ਕੋਲ 3 ਗੁਰੂ ਹੈ ਜੀ। ਪਹਿਲਾਂ ਮਾਤਾ, ਫਿਰ ਪਿਤਾ, ਉਸ ਤੋਂ ਬਾਅਦ ਫਿਰ ਅਧਿਆਪਕ ਕੋਲ ਅਸੀਂ ਸਪੁਰਦ ਕਰ ਦਿੰਦੇ ਹਾਂ। ਇਹ ਸਾਰੇ ਅਸੀਂ ਵੱਖਰੇ ਵੱਖਰੇ ਦਿਨ ਮਨਾਉਂਦੇ ਹਾਂ, ਅਤੇ ਵਿਸ਼ੇਸ਼ ਤੌਰ 'ਤੇ ਅੱਜ ਜਿਹੜਾ ਹੈ ਉਹ ਅਧਿਆਪਕ ਦਿਵਸ ਆ। ਇਹਦਾ ਜਿਹੜਾ ਹੈਗਾ ਆ ਮਤਲਬ 5 ਸਤੰਬਰ ਜੀ 1962 ਤੋਂ ਸ਼ੁਰੂ ਹੋਇਆ ਜੀ। ਅੱਛਾ ਜੀ। ਹਾਂ, ਇਹਦਾ ਜਿਹੜਾ ਇਤਿਹਾਸ ਆ ਉਹ ਭਾਰਤ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਬਪਲੀ ਰਾਧਾ ਕ੍ਰਿਸ਼ਨ ਨਾਲ ਸ਼ੁਰੂ ਹੋਇਆ ਜੀ। ਅੱਛਾ ਜੀ। ਉਹਨਾਂ ਦਾ ਜਨਮ 5 ਸਤੰਬਰ 1888 ਨੂੰ ਹੋਇਆ ਸੀਗਾ। ਓਕੇ। ਉਹਨਾਂ ਨੇ ਉਸ ਵੇਲੇ ਦੇਖ ਲਓ ਮਾਸਟਰ ਡਿਗਰੀ ਕੀਤੀ ਫਿਲੋਸਫੀ ਵਿੱਚ, ਕਾਲਜ ਦੇ ਲੈਕਚਰਰ ਲੱਗੇ, ਫਿਰ ਯੂਨੀਵਰਸਿਟੀ ਵਿੱਚ ਲੈਕਚਰਰ ਲੱਗੇ, ਫਿਰ ਉਹ ਵਾਈਸ ਚਾਂਸਲਰ ਬਣੇ, ਫਿਰ ਉਹ BHU ਯੂਨੀਵਰਸਿਟੀ ਬਹੁਤ ਇੰਡੀਆ ਦੀ 1939 ਵਿੱਚ ਬਣੀ ਸੀ, ਬਨਾਰਸ ਹਿੰਦੂ ਯੂਨੀਵਰਸਿਟੀ। ਮਦਨ ਮੋਹਨ ਮਾਲਵੀਆ ਨੇ ਉਹਨਾਂ ਨੂੰ ਸੱਦ ਕੇ ਲਿਆਂਦਾ ਵੀ ਅਸੀਂ ਯੂਨੀਵਰਸਿਟੀ ਚਲਾਉਣੀ ਆ, ਤੁਸੀਂ ਵਾਈਸ ਚਾਂਸਲਰ ਲੱਗੋ। ਉਸ ਤੋਂ ਬਾਅਦ ਫਿਰ ਉਹ ਵਾਈਸ ਚਾਂਸਲਰ ਲੱਗਦੇ ਰਹੇ। ਫਿਰ ਦਿੱਲੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਚਾਂਸਲਰ ਲਾਇਆ, ਕੁਲਪਤੀ। ਇੱਕ ਹੁੰਦਾ ਵਾਈਸ ਚਾਂਸਲਰ, ਇੱਕ ਹੁੰਦਾ ਚਾਂਸਲਰ। ਉੱਥੇ ਲਿਆ ਕੇ ਲਾਇਆ ਵੀ ਉਹ ਗਵਰਨਰਾਂ ਦੇ ਅਧੀਨ ਹੁੰਦੀਆਂ ਪਹਿਲੀਆਂ ਯੂਨੀਵਰਸਿਟੀਆਂ ਜਿੰਨੀਆਂ ਵੀ ਹੁੰਦੀਆਂ, ਪਰ ਦਿੱਲੀ ਦੀ ਯੂਨੀਵਰਸਿਟੀ ਜਿਹੜੀ ਉਹ ਆਪਣੇ ਆਪ ਜਿਹੜੀ ਹੈ ਉਹ VC ਨਹੀਂ ਹੋਊਗਾ, ਉਹ ਚਾਂਸਲਰ ਹੀ ਹੋਊਗਾ। ਐਡੀ ਵੱਡੀ ਯੂਨੀਵਰਸਿਟੀ ਹੁਣ ਦਿੱਲੀ ਆ ਗਿਆ, ਦਿੱਲੀ ਰਾਜਧਾਨੀ ਬਣ ਗਿਆ, ਸਾਰਾ ਕੁਛ ਹੋ ਗਿਆ, ਦੇਸ਼ ਆਜ਼ਾਦ ਹੋ ਗਿਆ। ਇਹਨਾਂ ਨੂੰ ਫਿਰ ਉੱਥੋਂ ਮਾਣ ਪ੍ਰਾਪਤ ਹੋਇਆ ਵੀ ਇਹ ਭਾਰਤ ਦੇ ਦੂਜੇ ਰਾਸ਼ਟਰਪਤੀ ਬਣ ਗਏ। ਹੌਲੀ ਹੌਲੀ ਤਰੱਕੀ ਕਰਦੇ ਕਰਦੇ ਫਿਰ ਇਹਨਾਂ ਦੇ ਦੋਸਤਾਂ ਨੇ, ਰਿਸ਼ਤੇਦਾਰਾਂ ਨੇ ਕਿਹਾ ਵੀ ਹੁਣ ਸਾਡੇ ਜਿਹੜੇ ਹੈਗੇ ਆ ਆਪਣੇ ਉਹ ਰਾਸ਼ਟਰਪਤੀ ਬਣ ਗਏ, ਇਹਨਾਂ ਦਾ ਜਨਮ ਦਿਨ ਅੱਜ ਰਾਸ਼ਟਰਪਤੀ ਭਵਨ 'ਚ ਮਨਾਉਣਾ ਚਾਹੀਦਾ ਸਾਨੂੰ। ਅੱਛਾ ਜੀ। ਉਹ ਸਾਰੇ ਚਲੇ ਗਏ। ਹੁਣ ਤੁਸੀਂ ਦੇਖ ਲਓ ਵੀ 500 ਕਮਰਾ ਹੁੰਦਾ, ਮੁਗਲ ਗਾਰਡਨ ਹੁੰਦਾ ਆ, ਵੀ ਉੱਥੇ 8 ਦਿਨ ਰਹਾਂਗੇ, ਨਾਲੇ ਜਨਮ ਦਿਨ ਮਨਾਵਾਂਗੇ। ਜਦੋਂ ਇਹ ਸਾਰੀ ਗੱਲ ਉਹਨਾਂ ਨੇ ਜਾ ਕੇ ਸਾਂਝੀ ਕੀਤੀ ਵੀ ਅਸੀਂ ਇੱਦਾਂ ਸਾਡਾ ਮਕਸਦ ਆ, ਕਹਿੰਦਾ ਇਹਦੇ ਵਿੱਚ ਮੇਰੀ ਕੋਈ ਦੇਣ ਨਹੀਂ। ਰਾਧਾ ਕ੍ਰਿਸ਼ਨ ਦਾ ਦੇਖੋ ਤੁਸੀਂ ਫਿਲਾਸਫੀ ਸੀ ਵੀ ਇਹਦੇ ਵਿੱਚ ਮੇਰੀ ਕੋਈ ਦੇਣ ਨਹੀਂ, ਇੱਥੋਂ ਤੱਕ ਪਹੁੰਚਾਉਣ ਵਾਲੇ ਮੇਰੇ ਅਧਿਆਪਕ ਆ। ਜੇ ਅੱਜ ਦੇ ਦਿਨ ਹੋ ਸਕੇ ਤਾਂ ਮੇਰਾ ਜਨਮ ਦਿਨ ਜਿਹੜਾ ਨਾ ਛੁੱਟੀ ਕੀਤੀ ਜਾਵੇ, ਨਾ ਹੋਰ ਅਧਿਆਪਕ ਦਿਵਸ ਦੇ ਰੂਪ ਵਿੱਚ ਪਹੁੰਚਾਇਆ ਜਾਵੇ। ਇਹ ਕੁਰਸੀ ਮੈਨੂੰ ਉਹਨਾਂ ਦੇ ਕਰਕੇ ਮਿਲੀ ਆ। ਸਾਰਾ ਕ੍ਰੈਡਿਟ ਆਪਣੇ ਅਧਿਆਪਕਾਂ ਨੂੰ ਦੇ ਜੀ। 5 ਸਤੰਬਰ 1962 ਤੋਂ ਅਧਿਆਪਕ ਦਿਵਸ ਮਨਾਉਣਾ ਜਿਹੜਾ ਸੀ ਉਹ ਭਾਰਤ ਵਿੱਚ ਸ਼ੁਰੂ ਕੀਤਾ, ਲੇਕਿਨ ਕੈਨੇਡਾ ਵਿੱਚ 5 ਅਕਤੂਬਰ ਨੂੰ ਮਨਾਉਂਦੇ ਆ। ਇਹ ਆ ਜੀ ਉਹਦਾ ਇਤਿਹਾਸ ਜੀ। ਅੱਛਾ, ਤੁਸੀਂ ਆਪਣੇ ਬਾਰੇ ਦੱਸੋ। ਤੁਸੀਂ ਵੀ ਅਧਿਆਪਕ ਰਹੇ ਹੋ, ਪ੍ਰਿੰਸੀਪਲ ਰਹੇ ਹੋ ਜੀ, ਤੇ ਕਿੰਨੀ ਲੰਬੀ ਤੁਹਾਡੀ ਇਹ ਸੇਵਾ, ਤੇ ਇਹ ਕਿਸ ਤਰ੍ਹਾਂ ਦੇ ਐਕਸਪੀਰੀਅੰਸਿਸ ਰਹੇ, ਕਿਵੇਂ ਤੁਹਾਡੀ ਜਰਨੀ ਰਹੀ, ਸਾਨੂੰ ਦੱਸੋ। ਇਹ ਮੈਂ ਕਵਿਤਾ ਦੀਆਂ 6 ਲਾਈਨਾਂ ਕਰਾਂਗਾ ਜੀ ਜ਼ਰੂਰ। ਜਿਹੜੀ ਕਵਿਤਾ ਉਹਦੇ ਵਿੱਚ ਇੰਨੀ ਜਾਨ ਹੁੰਦੀ ਆ ਵੀ ਤੁਸੀਂ 10 ਸਫ਼ੇ ਭਰ ਦਿਓ ਤੇ ਕਵਿਤਾ 2 ਲਾਈਨਾਂ 'ਚ ਹੀ ਕੰਮ ਉਹਦਾ ਕਰ ਦਿੰਦੀ ਆ, ਆਪਣੇ ਆਪ ਨੂੰ ਉਹਦੇ ਵਿੱਚ ਸਮੋ ਲੈਂਦੀ। ਧੁੱਪਾਂ ਸਿਖਰ ਦੁਪਹਿਰ ਦੀਆਂ ਬਹੁਤਾ ਚਿਰ ਨਹੀਂ ਠਹਿਰਦੀਆਂ, ਧੁੱਪਾਂ ਸਿਖਰ ਦੁਪਹਿਰ ਦੀਆਂ ਬਹੁਤਾ ਚਿਰ ਨਹੀਂ ਠਹਿਰਦੀਆਂ, ਡੂੰਘੇ ਪਾਣੀ ਬੁੱਝ ਲੈਂਦੇ ਰਮਜ਼ਾਂ ਹਰ ਇੱਕ ਲਹਿਰ ਦੀਆਂ। ਜਦੋਂ ਇਨਸਾਨ ਗੱਲਾਂ ਕਰਦਾ ਪਤਾ ਲੱਗ ਜਾਂਦਾ ਉਹਦਾ ਪੱਧਰ ਕੀ ਆ। ਡੂੰਘੇ ਪਾਣੀ ਬੁੱਝ ਲੈਂਦੇ ਰਮਜ਼ਾਂ ਹਰ ਇੱਕ ਲਹਿਰ ਦੀਆਂ, ਪਿਛਲੇ ਪੈਰੇ ਆਉਂਦੀਆਂ ਨੇ ਯਾਦਾਂ ਪਹਿਲੇ ਫੇਰਦੀਆਂ। ਕੀ ਬਾਤ ਹੈ। ਤੁਸੀਂ ਮੇਰੇ ਤੋਂ ਪਹਿਲੇ ਪੈਰ ਦੀਆਂ ਯਾਦਾਂ ਸੁਣੀਆਂ। ਬਹੁਤ ਵਧੀਆ, ਬਹੁਤ ਵਧੀਆ। ਕਵਿਤਾ ਦੇ ਨਾਲ ਮੈਂ ਕਿਹਾ ਇਹ ਕਵਿਤਾ ਜਿਹੜੀ ਆ ਸ਼ੌਕ ਤੇ ਢੰਡਾੜਵੀ ਦੀ ਆ। ਸੋਹਣੀਆਂ ਲਾਈਨਾਂ, ਬਹੁਤ ਸੋਹਣੀਆਂ ਲਾਈਨਾਂ। ਹਾਂਜੀ। ਤੇ ਉਹ ਕਹਿੰਦਾ ਵੀ ਬਹੁਤ ਮੁਸ਼ਕਿਲ ਆ ਛੋਟੀ ਬਹਿਰ ਦੀਆਂ ਲਿਖਣੀਆਂ। ਤੇ ਉਹਨਾਂ ਨੇ 10ਵੀਂ ਕੀਤੀ ਸੀ, ਚਲੋ ਮੈਂ ਉਹਨੂੰ ਯਾਦ ਕੀਤਾ ਵੀ ਮੈਂ ਉਹਨਾਂ ਨੂੰ ਮਿਲਦਾ ਰਿਹਾ ਆ। ਤੇ ਮੇਰਾ ਜਨਮ 1954 'ਚ ਹੋਇਆ ਸਰਹਾਲੀ ਪਿੰਡ ਜੀ, ਤੇ ਮੇਰੇ ਮਾਤਾ ਜੀ ਸ਼੍ਰੀਮਤੀ ਈਸ਼ਰੀ ਸੀ ਤੇ ਪਿਤਾ ਦਾ ਨਾਂ ਚੌਧਰੀ ਜਗਤ ਰਾਮ ਹੈ। ਉਹਨਾਂ ਨੇ ਸੋਚਿਆ ਵੀ ਇਹ ਬੱਚੇ ਨੂੰ ਪੜ੍ਹਨ ਲਾਉਣਾ ਚਾਹੀਦਾ। ਅੱਛਾ। ਮੈਂ ਛੋਟਾ ਸੀ ਸਭ ਤੋਂ, ਤੇ ਮੈਂ ਉਹਨਾਂ ਦਾ ਧੰਨਵਾਦੀ ਹਾਂ। ਮੈਨੂੰ ਸਕੂਲ ਵੱਲ ਨੂੰ 1961 ਵਿੱਚ ਤੋਰਿਆ ਤੇ 5ਵੀਂ ਮੈਂ ਉੱਥੋਂ ਕੀਤੀ ਆ ਜੀ। ਮੇਰੇ ਪਹਿਲੀ ਦੇ ਜਿਹੜੇ ਅਧਿਆਪਕ ਸੀ ਨਸੀਬ ਸਿੰਘ ਕੂਨਰ ਸੀਗੇ, ਬੜੇ ਸੋਹਣੇ ਸੁਨੱਖੇ ਸੀ। ਮੈਨੂੰ ਹੁਣ ਵੀ ਉਹਨਾਂ ਦਾ ਚਿਹਰਾ ਯਾਦ ਆ, ਜਿੱਥੇ ਵੀ ਕਿਤੇ ਹੋਣਗੇ। ਤੇ ਉਹਨਾਂ ਦੇ ਰੋਹਬ ਦਾਬ ਨਾਲ ਹੀ ਮੈਂ ਨਾ ਪੰਜਾਬੀ ਪੜ੍ਹ ਗਿਆ ਪਹਿਲੀ ਵਿੱਚ ਹੀ।
ਸ਼ਬਦ ਜੋੜ ਵੀ ਆ ਗਿਆ, ਕਵਿਤਾਵਾਂ ਵੀ ਆ ਗਈਆਂ ਜਵਾਨੀ। ਇੰਨਾ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਜਦੋਂ ਮੈਂ ਦੂਜੀ 'ਚ ਹੋਇਆ ਤਾਂ ਅਧਿਆਪਕ ਬਦਲ ਗਿਆ ਜੀ। ਉਹ ਸੀਗੇ ਮਾਸਟਰ ਰਾਮ ਕਿਸ਼ਨ। ਉਹਨਾਂ ਦੀ ਜਿਹੜੀ ਪੜ੍ਹਾਉਣ ਦਾ ਢੰਗ ਸੀ, ਉਹਦੇ ਨਾਲ ਮੈਂ ਮੈਥ ਜਿਹੜਾ ਸੀ ਨਾ, ਹਿਸਾਬ ਗਣਿਤ, ਉਹ ਵਧੀਆ ਤਰੀਕੇ ਨਾਲ ਸਿੱਖ ਗਿਆ। ਤੇ ਦੋਹਰੇ ਪਹਾੜੇ ਮੈਨੂੰ ਦੂਜੀ 'ਚ ਆ ਗਏ ਸੀਗੇ। ਇਹ ਉਹਨਾਂ ਦੀ ਦੇਣ ਆ। ਮੈਨੂੰ ਹੁਣ ਵੀ ਪਤਾ ਵੀ 17 17 ਕਿੰਨੇ ਹੁੰਦੇ, 18 18 324 19 300, ਇਹ ਉਹਨਾਂ ਦੀ ਦੇਣ ਹੋ ਜਾਂਦੀ ਹੈ। BA ਤੱਕ ਦੋਹਰੇ। ਇਹ ਪਹਾੜਿਆਂ ਨੂੰ ਤਾਂ ਫਿਰ ਰੱਟੇ ਲਾਏ ਹੁੰਦੇ ਸੀ ਨਾ, ਉਹ ਭੁੱਲ ਹੀ ਨਹੀਂ ਸਕਦੇ ਕਦੇ। ਦੋਹਰੇ ਪਹਾੜੇ, ਦੋਹਰੇ ਕਹਿਣਾ ਤੈਨੂੰ ਆਉਂਦੇ ਆ। ਤੇ ਤੀਜੀ ਤੋਂ ਫਿਰ ਮਹਿੰਦਰ ਸਿੰਘ ਸੀ ਮਾਸਟਰ। ਅੱਛਾ ਜੀ। ਉਹਨਾਂ ਦੀ ਹਾਈਟ ਵੀ ਮੇਰੇ ਜਿੰਨੀ ਸੀ। ਤੇ ਉਹ ਫਿਰ ਲੱਗ ਗਿਆ, ਉਹਨਾਂ ਨੇ ਇੱਕੋ ਹੀ ਦੇਣ ਕੀਤੀ ਵੀ ਉਹਨਾਂ ਨੇ ਸਾਨੂੰ 19 ਜ਼ਿਲ੍ਹੇ ਯਾਦ ਕਰਾਤੇ। ਉਸ ਵੇਲੇ ਅਣਵੰਡੇ ਪੰਜਾਬ ਦੇ 19 ਜ਼ਿਲ੍ਹੇ ਸੀਗੇ। ਤੇ ਉਹਨਾਂ ਨੇ ਦੇਖੋ ਤੁਸੀਂ, ਉਹਨਾਂ ਦੀ ਵੰਡ ਜਿਹੜੀ ਪਲੈਨਿੰਗ ਹੁੰਦੀ ਹੈ ਨਾ, ਵਿਉਂਤਬੰਦੀ, ਜੇ ਅਧਿਆਪਕ ਕਰ ਜਾਵੇ ਤਾਂ ਫਿਰ ਉਹ ਉਸ ਅਧਿਆਪਕ ਨੂੰ ਅਸੀਂ ਅੱਜ ਯਾਦ ਕਰਦੇ ਹਾਂ। ਇੱਕ ਅੰਮ੍ਰਿਤਸਰ ਤੋਂ ਲਿਆ ਹੋਣੀ, ਇੱਕ ਅੰਮ੍ਰਿਤਸਰ, 2 ਗੁਰਦਾਸਪੁਰ, ਇੱਦਾਂ ਹੌਲੀ ਹੌਲੀ ਲਾਹੌਰ ਸਪੀਤੀ ਤੱਕ ਚਲੇ ਗਿਆ। 19 ਜ਼ਿਲ੍ਹੇ ਸਾਨੂੰ ਯਾਦ ਕਰਾਤੇ। ਸਾਡਾ ਕੰਗ ਜੀ ਵੀ ਇੰਨਾ ਦੇਖ ਲਓ ਆਤਮ ਵਿਸ਼ਵਾਸ ਹੋ ਗਿਆ। ਜੇ 16ਵੇਂ ਨੰਬਰ ਤੇ ਗੁੜਗਾਵਾਂ ਨਹੀਂ ਸੀ ਆਉਣਿਆ ਤਾਂ ਕਿਤੇ ਇਹਦਾ ਮਤਲਬ ਉਲਟ ਪੁਲਟ ਹੋ ਗਈ ਹੈਗਾ। 5ਵੇਂ ਨੰਬਰ ਤੇ ਸਾਡਾ ਜ਼ਿਲ੍ਹਾ ਜਲੰਧਰ ਆਉਣਾ ਚਾਹੀਦਾ ਹਰ ਹਾਲਤ ਵਿੱਚ। ਇਹ ਉਹਨਾਂ ਨੇ ਤਰਤੀਬ ਦੇ ਦਿੱਤੀ, ਤਾਂ ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ ਜੀ। ਤੇ ਇਹ ਅਧਿਆਪਕ ਲੈ ਕੁਛ ਜਿਹੜੇ 6ਵੀਂ 'ਚ ਮੈਂ ਦਾਖਲ ਹੋ ਗਿਆ ਜੀ। ਉੱਥੇ ਮੈਨੂੰ ਅਧਿਆਪਕ ਇੱਕ ਇੱਥੇ ਰਹਿੰਦੇ ਆ ਜੀ, ਉਹਨਾਂ ਦਾ ਨਾਂ ਲੈਂਦੇ ਆ, ਸੁਣਨਗੇ ਉਹ ਡਰਾਇੰਗ ਪੜ੍ਹਾਉਂਦੇ ਸੀ ਕਿਉਂਕਿ ਨਵਾਂ ਵਿਸ਼ਾ ਸੀ, ਹਰਭਜਨ ਸਿੰਘ ਸੇਖੋਂ। ਅੱਛਾ ਜੀ। ਤੇ ਉਹ ਇੱਥੇ ਰਹਿੰਦੇ ਆ। ਹੁਣ ਦੇਖ ਲਓ ਵੀ ਕਿੰਨੀ ਉਮਰ ਦਾ ਫਰਕ ਆ। ਤੇ ਮੈਂ ਉਹਨਾਂ ਨੂੰ ਤਾਂ ਯਾਦ ਕਰਦਾ, ਮੈਂ ਜਦੋਂ ਇੱਥੇ ਲੇਖ ਜਿਹੜਾ ਇੱਕ ਲਿਖਿਆ ਅਖਬਾਰ ਵਿੱਚ, ਸੱਚ ਦੀ ਆਵਾਜ਼ ਵਿੱਚ, 56 ਨਾਵਲਾਂ ਤੇ ਲਿਖਿਆ ਜੀ ਮੈਂ। 56 ਨਾਵਲਾਂ ਤੇ ਇੱਕ ਸਫ਼ੇ ਤੇ ਲਿਖ ਦਿੱਤਾ ਵੀ ਜਿਹੜੀ ਨਵੀਂ ਕਿਤਾਬ ਆ ਉਹਦੇ ਵਿੱਚ ਪੋਰ ਹੁੰਦੇ, PORE, ਪੋਰ ਮੈਂ ਨਾ ਪੰਜਾਬੀ 'ਚ ਰੋਮ ਕਹਿੰਦੇ, ਰੋਮ। ਤੇ ਜਦੋਂ ਉਹ ਆਉਂਦੀ ਜਿਹੜੀ ਆ, ਉਹ ਤੁਹਾਨੂੰ ਗੁਲਦੌਂਦੀ ਦਾ ਫੁੱਲ ਹੁੰਦੀ ਆ। ਜਦੋਂ ਬੱਚਾ ਪੈਦਾ ਹੁੰਦਾ ਗੁਲਦੌਂਦੀ ਦਾ ਫੁੱਲ ਵਰਗਾ ਹੁੰਦਾ ਆ। ਉਹਦੇ ਇੰਨੇ ਰੰਗ ਅਸੀਂ ਪਾਉਂਦੇ ਹਾਂ, ਮਹਿਰੂਮ ਵੀ ਪਾਉਂਦੇ, ਉਹਦੇ ਸਵੈਟਰ ਹਰਾ ਵੀ ਪਾਉਂਦੇ, ਇੰਨੇ ਰੰਗਾਂ ਦੀ ਉਹ ਆਉਂਦੀ ਕਿਤਾਬ ਗੁਲਦੌਂਦੀ ਹੁੰਦੀ ਆ। ਲੇਕਿਨ ਪੜ੍ਹ ਕੇ ਤੁਹਾਡੇ ਤੇ ਪ੍ਰਭਾਵ ਪਾ ਜਾਂਦੀ, ਤੁਹਾਡੀ ਲਾਇਬ੍ਰੇਰੀ ਵਿੱਚ ਚੱਲ ਜਾਂਦੀ, ਫਿਰ ਉਹ ਦਾਲ ਚੀਨੀ ਬਣ ਜਾਂਦੀ ਹੈ। ਮੈਂ ਉਹਦਾ ਲਿਖਿਆ ਵੀ ਗੁਲਦੌਂਦੀ ਤੋਂ ਦਾਲ ਚੀਨੀ ਤੱਕ। ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਫੋਨ ਕੀਤਾ, ਕਹਿੰਦਾ ਵੀ ਪੜ੍ਹੇ ਤਾਂ ਤੁਸੀਂ ਸਾਡੇ ਕੋਲੇ, ਪਰ ਮੈਂ ਕਮਾ ਲਿਆ ਕਹਿੰਦੇ। ਮੈਂ ਉਹਨਾਂ ਦਾ ਦੇਖਿਆ ਵੀ, ਮੈਂ ਕਿਹਾ ਉਹਨਾਂ ਤੋਂ ਰਹਿ ਨਹੀਂ ਹੋਇਆ ਵੀ ਮੇਰੇ ਸਟੂਡੈਂਟ ਆ। ਉਸ ਤੋਂ ਬਾਅਦ ਫਿਰ ਇੱਕ ਆਏ ਜੀ ਮਦਨ ਲਾਲ ਮਹਿਤਾ, ਉਹਨਾਂ ਨੇ ਮੈਨੂੰ ਸਪੈਲਿੰਗ ਸਿਖਾਏ ਵੀ ਇੰਗਲਿਸ਼ ਦੇ ਕਿੱਦਾਂ ਬਣਾਉਣੇ, ਆਪਣਾ ਨਾਂ ਲਿਖਣਾ ਆ। ਉਸ ਤੋਂ ਬਾਅਦ ਫਿਰ ਇੱਥੇ ਇੱਕ ਰਹਿੰਦੇ ਆ ਜੀ, ਕੈਲੀਫੋਰਨੀਆ 'ਚ ਰਹਿੰਦੇ, ਇੱਥੇ ਵੀ ਆਉਂਦੇ ਰਹਿੰਦੇ, ਬਲਵਿੰਦਰ ਸਿੰਘ ਸਮਰਾ। ਉਹਨਾਂ ਨੇ ਸਾਨੂੰ ਸਮਾਜਿਕ ਸਿੱਖਿਆ ਪੜ੍ਹਾਈ ਤੇ ਨਾਲ ਉਹਨਾਂ ਨੇ ਕਲਾਸ ਇੰਚਾਰਜ ਸੀ ਸਾਡੇ, 2 ਸਾਲ ਰਹੇ। ਉਹਨਾਂ ਨੇ ਨਾਲ ਸਾਨੂੰ ਸੰਸਕਾਰ ਵੀ ਸਿਖਾਏ ਵੀ ਮਨੁੱਖੀ ਕਦਰਾਂ ਕੀਮਤਾਂ ਕੀ ਹੁੰਦੀਆਂ, ਕਿੱਦਾਂ ਰਹਿਣਾ ਤੁਸੀਂ, ਸਾਰਾ ਕੁਝ। ਇੰਨੇ ਅਮੀਰ ਸੀ ਪਰ ਬੱਚਿਆਂ ਦੇ ਪੱਧਰ ਤੇ ਆ ਕੇ ਸਾਨੂੰ ਪੜ੍ਹਾਉਂਦੇ ਹੁੰਦੇ ਸੀਗੇ, ਸਮਾਜਿਕ ਪੜ੍ਹਾਉਂਦੇ ਸੀ। ਕਹਿੰਦਾ ਤੁਸੀਂ ਜ਼ਰੂਰ ਕਾਲਜ ਵਿੱਚ ਦਾਖਲ ਹੋਣਾ ਹੈ, ਤੁਹਾਡੀ ਸਿਹਤ ਬਣ ਜਾਣੀ, ਨਹੀਂ ਤਾਂ ਫਿਰ ਘਰਦਿਆਂ ਨੇ ਵਿਆਹ ਕਰ ਦੇਣਾ, ਤੁਸੀਂ ਉੱਥੇ ਹੀ ਰਹਿ ਜਾਣਾ, ਕਾਲਜ ਵਿੱਚ ਜ਼ਰੂਰ ਜਾਇਓ। ਤੇ ਸਮਾਜਿਕ ਉਹਨਾਂ ਨੇ ਇੰਨੀ ਵਧੀਆ ਪੜ੍ਹਾਈ। ਤੇ ਮੈਂ ਹਿਸਟਰੀ ਦੀ MA ਕਰ ਗਿਆ ਜੀ, ਹੋਰ ਬਾਕੀ ਸਾਰੀਆਂ ਛੱਡ ਦਿੱਤੀਆਂ, ਹਿਸਟਰੀ ਦੀ MA ਕਰ ਗਿਆ ਜੀ। ਉਸ ਤੋਂ ਬਾਅਦ ਰਾਮਗੜੀਏ ਕਾਲਜ ਦਾਖਲ ਹੋਇਆ। ਬਹੁਤ ਲੰਬਾ ਸਫ਼ਰ ਸੀਗਾ, BA B.Ed ਕਰਨੀ ਜਾਂ ਕੋਈ ਹੋਰ ਕੋਰਸ ਕਰਨਾ। ਮੈਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਗਿਆਨੀ ਕਰ ਲਓ। ਉਦੋਂ ਗਿਆਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਰਾਉਂਦੀ ਹੁੰਦੀ ਸੀ। ਤੇ ਮੈਂ ਉਦੋਂ ਨੂੰ ਤੁਰ ਪਿਆ ਜੀ, ਮੇਰੇ ਕੋਲ ਤਜਰਬਾ ਸੀਗਾ, ਮੈਨੂੰ ਪਤਾ ਨਹੀਂ ਹੁੰਦਾ, ਅਧਿਆਪਕ ਨੂੰ ਪਤਾ ਹੁੰਦਾ। ਗਿਆਨੀ ਤਰਲੋਕ ਕਾਲੜਾ ਜਿਹੜਾ ਉਹ ਗਿਆਨੀ ਕਰਾਉਂਦਾ ਹੁੰਦਾ ਸੀ, ਮੈਂ ਉਹਦੇ ਕੋਲ ਗਿਆ। ਮੈਂ ਜੀ ਗਿਆਨੀ ਕਰਨੀ, ਕਹਿੰਦਾ 30 ਰੁਪਏ ਲੱਗਣਗੇ। ਮੈਂ 30 ਰੁਪਏ ਦੇ ਦਿੱਤੇ। ਉਹਨਾਂ ਨੇ ਮੈਨੂੰ ਇੱਕ ਦਿਨ ਦਾ ਕੰਮ ਦਿੱਤਾ, ਕਹਿੰਦੇ ਵੀ ਕੱਲ੍ਹ ਨੂੰ ਤੁਸੀਂ ਇਹ ਕੰਮ ਕਰਕੇ ਲਿਆਇਓ। ਮੈਂ ਉਹ ਕੰਮ ਕਰਕੇ ਲੈ ਗਿਆ। ਤੇ ਅਧਿਆਪਕ ਨੇ ਦੇਖਣਾ ਹੁੰਦਾ ਵੀ ਬੱਚੇ ਦੇ ਵਿੱਚ ਕਿਹੜੇ ਗੁਣ ਆ। ਉਹਨਾਂ ਨੇ ਮੈਨੂੰ ਸਾਰਾ ਪੜ੍ਹ ਕੇ ਦੇਖਿਆ, 2-3 ਸਫ਼ੇ। ਕਹਿੰਦੇ 30 ਰੁਪਏ ਦਿੱਤੇ, ਤੂੰ ਨਾ ਆਈ, ਪੜ੍ਹੀ ਜਾ, ਤੂੰ ਪਾਸ ਹੋ ਜਾਣਾ। ਦੇਖ ਲਓ ਤੁਸੀਂ, ਇਹ ਵੀ ਨਹੀਂ ਕਿਹਾ ਵੀ ਤੂੰ ਆਈ ਜਾਂ ਫਿਰ। ਕਹਿੰਦਾ ਨਹੀਂ। ਮੇਰੇ 55% ਨੰਬਰ ਆਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਮੈਨੂੰ ਦਾਖਲਾ ਮਿਲ ਗਿਆ ਜੀ ਇੱਥੇ ਮੈਂਟਗੋਮਰੀ ਕਾਲਜ 'ਚ ਮਿਲ ਗਿਆ ਅਧਿਆਪਕ ਦੇ ਤੌਰ ਤੇ। 76-77 ਵਿੱਚ ਮੈਂ ਉੱਥੋਂ ਮਤਲਬ OT ਕੀਤੀ। ਮੈਨੂੰ ਇਹ ਨਹੀਂ ਸੀ ਪਤਾ ਮੈਂ ਪ੍ਰਿੰਸੀਪਲ ਬਣ ਜਾਣਾ ਹੈ, ਕਿਉਂਕਿ ਅਧਿਆਪਕ ਸੀ। ਜਿਹੜਾ ਪੰਜਾਬੀ ਟੀਚਰ ਹੁੰਦਾ ਉਹ ਵਾਂਸੇ ਟੀਚਰ ਆਵੇ ਜੇ ਟੀਚਰ। ਹਾਂਜੀ, ਬਿਲਕੁਲ ਬਿਲਕੁਲ। 1977 ਵਿੱਚ ਮੈਂ ਉੱਥੋਂ OT ਕਰ ਗਿਆ ਜੀ। OT ਦਾ ਮਤਲਬ ਓਰੀਐਂਟਲ ਟ੍ਰੇਨਿੰਗ, ਪੂਰਬੀ ਭਾਸ਼ਾਵਾਂ ਵਿੱਚੋਂ ਕਿਸੇ ਇੱਕ ਦੀ ਟ੍ਰੇਨਿੰਗ, ਪੰਜਾਬੀ, ਹਿੰਦੀ, ਸੰਸਕ੍ਰਿਤ, ਉਹਨਾਂ ਵਿੱਚ ਮੈਂ ਪੰਜਾਬੀ ਦੀ ਕੀਤੀ। ਉਹਨੂੰ OT ਕਹਿੰਦੇ ਆ। ਓਕੇ।
ਪ੍ਰੋਸਪੈਕਟ ਜਦੋਂ ਨਿਕਲਿਆ ਤੇ ਉਸ ਪ੍ਰੋਸਪੈਕਟ ਵਿੱਚ ਪਹਿਲੀ ਵਾਰੀ ਮੇਰੀ ਰਚਨਾ ਲੱਗੀ ਜੀ, ਜਲੰਧਰ ਦੇ ਪ੍ਰੋਸਪੈਕਟ ਵਿੱਚ। ਤੇ ਇਹਦਾ ਮਤਲਬ ਵੀ ਉਹ ਮੈਨੂੰ ਫਿਰ ਵੀ ਖੁਸ਼ੀ ਹੋਈ ਵੀ ਇਹਦੇ ਵਿੱਚ ਉਹ ਸੰਭਾਲ ਕੇ ਰੱਖਿਆ। ਉਹਦੇ ਵਿੱਚ ਪ੍ਰਿੰਸੀਪਲ ਦਾ ਜਿਹੜਾ ਸੰਦੇਸ਼ ਸੀ ਹਨ, ਉਹ ਮੇਰੇ ਕਿਤੇ ਅੰਦਰ ਬੀਜ ਹੋ ਗਿਆ ਵੀ ਇਹ ਕਹਿਣਾ ਕੀ ਚਾਹੁੰਦੇ ਆ। ਦੇਖੋ ਐਡੇ ਵੱਡੇ ਕਾਲਜ ਦੇ ਪ੍ਰਿੰਸੀਪਲ ਸੀ, ਉਹਨਾਂ ਦਾ ਨਾਂ ਸੀ ਸਰਦਾਰ ਗੁਰਸਰਨ ਸਿੰਘ ਸਰਨ, ਉਹ ਵੀ ਦੁਨੀਆ ਤੇ ਹੈ ਨੇ। ਇੰਨਾ ਰੋਹਬਦਾਬ ਸੀ ਵੀ ਉਹ ਆਰਮੀ ਵਿੱਚ ਹੋਣੇ ਚਾਹੀਦੇ ਸੀ ਆਪਾਂ ਕਹਿੰਦੇ, ਪਰ ਕਾਲਜ ਦੇ ਪ੍ਰਿੰਸੀਪਲ ਹੋਣਾ ਤਾਂ ਇਦਾਂ ਦਿਆਂ ਨੂੰ ਚਾਹੀਦਾ ਹੈ ਨਾ। ਉਹਨਾਂ ਦੀ ਜਿਹੜੀ ਕੋਟੇਸ਼ਨ ਸੀ, ਪਰਿਭਾਸ਼ਾ ਸੀ, ਮੈਂ ਹੁਣ ਤੱਕ ਜਵਾਨੀ ਯਾਦ ਆ। ਅਧਿਆਪਕ ਕੁਦਰਤ ਵੱਲੋਂ ਸਿਰਜੀ ਹੋਈ ਜ਼ਿੰਦਗੀ ਦਾ ਪਥ ਪ੍ਰਦਰਸ਼ਕ ਹੁੰਦਾ ਹੈ। ਜ਼ਿੰਦਗੀ ਨੂੰ ਜੀਵਨ ਦੇ ਮੇਚ ਲਿਆਉਣਾ ਅਤੇ ਜੀਵਨ ਜੋਗਾ ਬਣਾਉਣਾ ਅਧਿਆਪਕ ਵਰਗ ਦਾ ਹੀ ਕਾਰਜ ਹੈ। ਇਹ ਉਹਨਾਂ ਦੀ ਪਰਿਭਾਸ਼ਾ ਮੇਰੇ ਅੰਦਰ ਹੋ ਗਈ, ਮੈਂ ਸਦਾ ਹੀ ਯਾਦ ਰੱਖੀ। ਤਾਂ ਮੈਨੂੰ ਇਹ ਨਹੀਂ ਸੀ ਪਤਾ ਵੀ ਕਿਸੇ ਦਿਨ ਨੂੰ ਮੈਂ ਵੀ ਪ੍ਰਿੰਸੀਪਲ ਬਣਨਾ ਹੈ। ਇਹ ਉਹਨਾਂ ਨੂੰ ਮਤਲਬ ਜੇ ਮਨ 'ਚ ਰੱਖਦੇ ਆ ਕੋਈ ਸ਼ਰਧਾ ਹੈ ਨਾ, ਜੀ ਤੁਹਾਨੂੰ ਰੂਪ ਉਦਾਂ ਦਾ ਜ਼ਰੂਰ ਇੱਕ ਦਿਨ ਆਊਗਾ। ਤੁਸੀਂ ਆਪਣੇ ਅਧਿਆਪਕਾਂ ਦੀ ਗੱਲ ਕੀਤੀ ਹੈ ਵਿਸਥਾਰ ਦੇ ਵਿੱਚ, ਤੇ ਫਿਰ ਜਦੋਂ ਤੁਸੀਂ ਆਪ ਅਧਿਆਪਕ ਰਹੇ, ਪ੍ਰਿੰਸੀਪਲ ਬਣੇ, ਫਿਰ ਉਹਦੇ ਦੌਰਾਨ ਤੁਹਾਡੇ ਵਿਦਿਆਰਥੀ ਵੀ ਕਿੰਨੇ ਹੀ ਪੂਰ ਨਿਕਲੇ ਹੋਣਗੇ ਤੁਹਾਡੀਆਂ ਨਜ਼ਰਾਂ 'ਚੋਂ ਦੀ, ਹੈ ਜੀ? ਤੇ ਉਹਨਾਂ ਦਾ ਵੀ ਸਾਨੂੰ ਦੱਸੋ ਕੁਛ ਨਾ ਕੁਛ ਵਿਸਥਾਰ ਦੇ ਵਿੱਚ। ਉਹ ਫਿਰ ਜਦੋਂ ਮੈਂ 2078 ਨੂੰ ਅਧਿਆਪਕ ਲੱਗ ਗਿਆ, ਪਹਿਲਾਂ ਮੈਂ ਘਰਦਿਆਂ ਨਾਲ ਕੰਮ ਵਿੱਚ ਹੱਥ ਵਟਾਉਂਦਾ ਸੀ ਤੇ ਪੜ੍ਹਦਾ ਸੀ। ਜਦੋਂ ਮੈਂ ਅਧਿਆਪਕ ਲੱਗ ਗਿਆ 78 ਵਿੱਚ 6 ਮੰਥ ਬੇਸ ਤੇ ਅੜਹਾਕ, ਤਾਂ ਫਿਰ ਮੈਂ ਪੜ੍ਹਨ ਲੱਗ ਪਿਆ ਤਾਂ ਪੜ੍ਹਾਉਣ ਲੱਗ ਪਿਆ। ਮਤਲਬ ਪੜ੍ਹਨ ਦਾ ਨਹੀਂ, ਘਰ ਦਾ ਕੰਮ ਛੱਡਤਾ, ਫਿਰ ਪੜ੍ਹਨ ਲੱਗ ਪਿਆ, ਪੜ੍ਹਾਉਣ ਲੱਗ ਪਿਆ। ਤੇ ਉਹਦੇ ਵਿੱਚ ਫਿਰ ਮੈਂ BA ਕੀਤੀ, B.Ed ਕੀਤੀ, MA ਕੀਤੀ। 3 ਡਿਗਰੀਆਂ ਮੈਂ ਕੀਤੀਆਂ ਆਪਣੇ ਸਰਵਿਸ ਦੇ ਦੌਰਾਨ 'ਚ। ਤੇ ਮੇਰੇ ਅੰਦਰ ਇੱਕ ਆਤਮ ਵਿਸ਼ਵਾਸ ਹੋਇਆ ਹੁਣ ਵੀ ਮੇਰੇ ਕੋਲ ਮਾਸਟਰ ਡਿਗਰੀ ਆ, ਸਭ ਤੋਂ ਵੱਡੀ ਡਿਗਰੀ ਆ। ਤੇ ਉਹਦੇ ਵਿੱਚ ਫਿਰ ਮੈਨੂੰ ਜਿਹੜੇ ਮੇਰੇ ਇਹ ਅਧਿਆਪਕ ਸੀ ਤਾਂ ਫਿਰ ਅਧਿਆਪਕ ਸਾਥੀ ਬਣ ਗਏ। ਤੇ ਫਿਰ ਮੇਰੇ ਜਿਹੜੇ ਇੱਥੇ ਸਟੂਡੈਂਟ ਰਹਿੰਦੇ ਆ, ਮੈਂ ਉਹਨਾਂ ਦੀ ਗੱਲ ਕਰਦਾ, ਉਹਦੇ ਵਿੱਚੋਂ ਮੇਰੇ ਰਿਸ਼ਤੇਦਾਰ ਬਣ ਗਏ, ਜਾਂ ਮੈਨੂੰ ਕੈਨੇਡਾ ਲਿਆਉਣ ਵਿੱਚ ਐਜੂਕੇਸ਼ਨ ਤੇ ਮੇਰੇ ਸਟੂਡੈਂਟ, ਉਹਨਾਂ ਦਾ ਬੜਾ ਯੋਗਦਾਨ ਆ। ਪਹਿਲੇ ਨੰਬਰ 'ਤੇ ਬਲਜੀਤ ਸਿੰਘ ਦੰਦੂਵਾਲ ਆ, ਪਾਸਲੇ ਦੇ ਕੋਲ। ਉਹ ਸਟੂਡੈਂਟ ਮੇਰੇ ਕੋਲ ਪੜ੍ਹਦਾ ਸੀ ਤੇ ਆਪਾਂ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਆਪਾਂ ਅੱਗੇ ਵੀ ਜ਼ਿੰਦਗੀ ਨੂੰ ਲਿਜਾਣਾ ਹੈ, ਵੀ ਕੋਈ ਸਾਂਝ ਬਣਾਉਣੀ ਆ। ਤੇ ਉਹਨਾਂ ਨੇ ਫਿਰ ਮੇਰੀ ਬੇਟੀ ਦਾ ਰਿਸ਼ਤਾ ਕਰ ਦਿੱਤਾ। ਤੇ ਉਹਨਾਂ ਦੇ ਕਰਕੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਜਿਹੜੀਆਂ ਕੈਨੇਡਾ ਦੀਆਂ ਦੇਖੀਆਂ ਹਨ, ਉਸ ਦੇ ਬਦੌਲਤ ਆ ਵੀ ਮੇਰੇ ਅੰਦਰ ਜੋ ਕੁਛ ਸੀਗਾ, ਇਹਦਾ ਮਤਲਬ ਉਹਦੇ ਅੰਦਰ ਵੀ ਚਲੇ ਗਿਆ ਵੀ ਅਧਿਆਪਕਾਂ ਨੂੰ ਮੈਂ ਨਾਲ ਹੀ ਰੱਖਣਾ ਹੈ। ਦੂਜਾ ਸੀ ਜੀ ਗੁਰਸਰਨ ਸਿੰਘ ਧੁੰਨਾ, ਉਹ ਬੜਾ ਇੰਟੈਲੀਜੈਂਟ ਮੁੰਡਾ ਸੀਗਾ, ਉੱਚੇ ਪਿੰਡ ਸਕੂਲ ਦਾ ਸੀ। ਤੇ ਉਹ SDO ਲੱਗ ਗਿਆ ਜੀ, ਬਿਜਲੀ ਬੋਰਡ ਦੇ SDO। ਹੁਣ ਮੈਂ ਤਾਂ ਉਹਨਾਂ ਨੂੰ SDO ਸਮਝਦਾ ਹੁੰਦਾ, ਉਹ ਸਟੂਡੈਂਟ ਬਣ ਕੇ ਮੇਰੇ ਨਾਲ ਪੇਸ਼ ਹੁੰਦੇ ਨਾ, ਇਹਨਾਂ ਅਧਿਆਪਕ ਦੇ ਵਿਦਿਆਰਥੀ ਦਾ। ਤੀਜੀ ਸੀ ਇੱਕ ਗੁਰਦੀਸ਼ ਕੌਰ ਬੰਗੜ, ਉਦੋਂ ਤਾਂ ਗੁਰਦੀਸ਼ ਕੌਰ ਸੀ, ਲੜਕੀ ਸੀ, 9ਵੀਂ 10ਵੀਂ 'ਚ ਪੜ੍ਹਦੀ, ਉਹ ਵੀ ਕੈਨੇਡਾ ਆ ਗਈ। ਤੇ ਉਹ ਫਿਰ ਮੇਰੀ ਰਿਸ਼ਤੇਦਾਰੀ ਬਣ ਗਈ। ਇੱਦਾਂ ਵੀ ਕੁੜਮਣੀ ਦਾ ਜਿਹੜਾ ਰੁਤਬਾ ਉਹ ਅਖਤਿਆਰ ਕਰ ਲਿਆ ਸਟੂਡੈਂਟ ਨੇ। ਤੇ ਇਸ ਤਰ੍ਹਾਂ ਇੱਕ ਸਤਵਿੰਦਰ ਸਿੰਘ ਗਿੱਲ ਸੀ ਜੀ, ਉਹ 7ਵੀਂ 'ਚ ਪੜ੍ਹਦਾ ਹੁੰਦਾ ਸੀ। ਉਹਦੇ ਵਿੱਚ ਇਹ ਨਹੀਂ ਸੀ, ਜਦੋਂ ਮੈਂ ਇਮਲਾ ਲਿਖਾਉਂਦਾ ਸੀ, ਉਰਦੂ ਦਾ ਸ਼ਬਦ ਆ, ਪੰਜਾਬੀ 'ਚ ਕਹਿੰਦੇ ਬੋਲ ਲਿਖਤ ਤੇ ਇੰਗਲਿਸ਼ 'ਚ ਕਹਿੰਦੇ ਡਿਕਟੇਸ਼ਨ, ਮੈਂ ਉਹਨੂੰ ਕਹਿੰਦਾ ਹੁੰਦਾ ਸੀ। ਸਾਰੀ ਕਲਾਸ ਤੇ ਉਹਨੇ ਇੰਨਾ ਮਤਲਬ ਕਵਰ ਕਰ ਜਾਣਾ ਹੈ ਨਾ, ਵੀ ਛਾ ਜਾਣਾ, ਇੰਨੀ ਵਧੀਆ ਸੀ। ਉਹ ਵੀ ਕੈਨੇਡਾ ਆਇਆ, ਉਹਨੂੰ ਵੀ ਮੈਂ ਯਾਦ ਕਰਦਾ। ਇਹ ਮੇਰੇ ਸਟੂਡੈਂਟ ਆ ਜਿਹੜੇ। ਤੇ ਕੁਝ ਕਲਾਕਾਰ ਵੀ ਮੇਰੇ ਅੰਦਰ ਸੀਗਾ ਵੀ ਮੈਂ ਗਾ ਵੀ ਨਹੀਂ ਸਕਦਾ। ਕਵਿਤਾ ਮੈਨੂੰ ਜਵਾਨੀ ਯਾਦ ਆ ਵੀ ਕਵਿਤਾ ਨਾਲ ਮੈਨੂੰ ਸਦਾ ਹੀ ਪਿਆਰ ਰਿਹਾ। ਮੈਂ ਕਵਿਤਾ ਨੂੰ ਜਦੋਂ ਪੜ੍ਹਾਉਂਦਾ ਹੁੰਦਾ ਸੀ, ਮੈਂ ਕਹਿੰਦਾ ਸੀ ਮੈਂ ਕਵਿਤਾ ਪਾਠ ਕਰਨ ਲੱਗਾ ਆ, ਗਾਉਣਾ, ਤਰੰਨਮ ਵਿੱਚ ਗਾਉਣਾ, ਮੈਂ ਕਵਿਤਾ ਪਾਠ ਕਰਦਾ ਹੁੰਦਾ ਸੀ। ਅੱਛਾ, ਮੈਂ ਤੁਹਾਡੀ ਗੱਲ ਨੂੰ ਵਿੱਚੋਂ ਰੋਕ ਰਹੀ ਹਾਂ। ਜਿਵੇਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਅਧਿਆਪਕ ਯਾਦ ਰਹਿੰਦੇ ਆ, ਠੀਕ ਹੈ ਨਾ, ਜਿਵੇਂ ਤੁਸੀਂ ਜ਼ਿਕਰ ਕੀਤਾ ਆਪਣੇ ਬਹੁਤ ਸਾਰੇ ਅਧਿਆਪਕਾਂ ਦਾ। ਇਸੇ ਤਰ੍ਹਾਂ ਹੀ ਅਧਿਆਪਕਾਂ ਬਾਰੇ ਜਿਹੜੀ ਗੱਲ ਹੈ, ਉਹਨਾਂ ਬਾਰੇ ਅਕਸਰ ਇਹ ਧਾਰਨਾ ਹੈਗੀ ਬਣੀ ਹੋਈ ਕਿ ਉਹਨਾਂ ਦੇ ਸਾਹਮਣੇ ਤਾਂ ਹਜ਼ਾਰਾਂ ਦੀ ਗਿਣਤੀ 'ਚ ਸਟੂਡੈਂਟ ਲੰਘਦੇ ਆ, ਸੋ ਬਹੁਤ ਕੋਈ ਵਿਰਲੇ ਟਾਵੇਂ ਯਾਦ ਰਹਿ ਜਾਂਦੇ ਹੋਣਗੇ, ਜਾਂ ਜਿਹੜੇ ਫਿਰ ਕੋਈ ਲਿੰਕ ਰੱਖਦੇ ਆ, ਜਿਵੇਂ ਤੁਸੀਂ ਜ਼ਿਕਰ ਕੀਤਾ ਹੁਣ। ਅਦਰਵਾਈਜ਼ ਜਾਂ ਕੋਈ ਬਹੁਤ ਹੁਸ਼ਿਆਰ ਵਿਦਿਆਰਥੀ, ਜਾਂ ਕੋਈ ਬਹੁਤ ਨਲਾਇਕ ਜਿਹੜਾ ਵਿਦਿਆਰਥੀ ਉਹ ਯਾਦ, ਜਾਂ ਕੋਈ ਸ਼ਰਾਰਤੀ ਵਿਦਿਆਰਥੀ ਯਾਦ ਰਹਿ ਜਾਂਦਾ। ਉਹ ਵੀ ਤਾਂ ਰਹਿੰਦਾ ਹੋਣਾ ਜੇ ਕਿਤੇ ਉਹ ਦੁਬਾਰਾ ਜ਼ਿੰਦਗੀ 'ਚ ਮਿਲ ਪਵੇ ਤਾਂ। ਤੇ ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਇੰਨੇ ਵਿਦਿਆਰਥੀਆਂ ਨੂੰ ਯਾਦ ਰੱਖਣਾ, ਕਿਉਂਕਿ ਅਧਿਆਪਕ ਤਾਂ ਥੋੜ੍ਹੇ ਹੁੰਦੇ ਆ ਵਿਦਿਆਰਥੀਆਂ ਵਾਸਤੇ, ਉਹ ਯਾਦ ਰੱਖੇ ਜਾ ਸਕਦੇ ਆ। ਹਾਂਜੀ। ਤੇ ਇਹ ਜਿਹੜਾ ਅਧਿਆਪਕਾਂ ਦਾ ਜਿਹੜਾ ਸਿਲਸਿਲਾ ਤੁਸੀਂ ਜ਼ਿਕਰ ਕੀਤਾ, ਇੱਕ ਤੁਸੀਂ ਦਿੱਖ ਦਾ ਜ਼ਿਕਰ ਕੀਤਾ, ਕਿ ਇਹ ਵੀ ਅਸਰ ਕਰਦਾ
ਵੀ ਤੁਸੀਂ ਦਿਖਦੇ ਕਿਸ ਤਰ੍ਹਾਂ ਦੇ ਹੋ, ਅਧਿਆਪਕ ਦਾ ਵਤੀਰਾ ਤਾਂ ਮੈਂ ਮੰਨ ਸਕਦੀ ਹਾਂ ਵੀ ਵਿਵਹਾਰ ਕਿਸ ਤਰ੍ਹਾਂ ਦਾ, ਬੱਚਿਆਂ ਦੇ ਲੈਵਲ ਤੇ ਹੋ ਕੇ ਗੱਲ ਕਰਨੀ, ਠੀਕ ਹੈ ਨਾ। ਤੇ ਜੇ ਕਲਾਸ ਛੋਟੀ ਨੂੰ ਪੜ੍ਹਾਉਂਦੇ ਹੋ ਤੁਸੀਂ, ਬੱਚਿਆਂ ਵਾਂਗ ਵਿਚਰਨਾ ਉਹਨਾਂ ਦੇ ਨਾਲ, ਜੇ ਵੱਡਿਆਂ ਨੂੰ ਤੇ ਫਿਰ ਥੋੜਾ ਮੈਚਿਓਰਿਟੀ ਦਿਖਾਉਣੀ, ਇਹ ਸਾਰੀਆਂ ਗੱਲਾਂ। ਜਾਂ ਹੋਰ ਕਿਹੜੀਆਂ ਗੱਲਾਂ ਕਾਊਂਟ ਹੁੰਦੀਆਂ ਨੇ ਇੱਕ ਵਧੀਆ ਅਧਿਆਪਕ ਦੀ, ਜੇ ਅਸੀਂ ਉਦਾਹਰਣ ਦੇਣੀ? ਜੇ ਅਸੀਂ ਕਹਿ ਲਈਏ ਜੀ ਮੈਂ ਟ੍ਰੇਨਿੰਗ ਕਰ ਲਈ, ਮੈਂ MA ਕਰ ਲਈ, ਮੈਂ ਹੁਣ ਪੜ੍ਹਾਉਣ ਚਲੇ ਗਿਆ, ਹੈ ਨਾ। ਇਹ ਮੇਰੇ ਵਿਚਾਰ ਆ, ਕਿਸੇ ਦੇ ਹੋਰ ਵੀ ਹੋ ਸਕਦੇ ਆ। ਅਸਲ ਵਿੱਚ ਜਦੋਂ ਅਸੀਂ ਕਿਸੇ ਦੀ ਇੰਟਰਵਿਊ ਲੈਂਦੇ ਵੀ ਤੂੰ ਬਹੁਤ ਵਧੀਆ ਆ ਪਰ ਤੂੰ ਪੜ੍ਹਿਆ ਕਿਉਂ ਨਹੀਂ, ਹੈ ਨਾ, ਆਪਾਂ ਸਵਾਲ ਕਰਦੇ ਹਾਂ। ਉਹ ਕਹਿੰਦਾ ਘਰ 'ਚ ਗਰੀਬੀ ਬੜੀ ਸੀਗੀ, ਇਹ ਸਵਾਲ ਪੈਦਾ ਕਰ। ਉਹ ਇਹ ਨਹੀਂ ਕਹੂਗਾ ਵੀ ਮੈਨੂੰ ਪੜ੍ਹਨਾ ਨਹੀਂ ਆਇਆ ਮੈਂ ਤਾਂ ਹਟ ਗਿਆ। ਅਸਲ ਵਿੱਚ ਜਦੋਂ ਅਸੀਂ ਸਕੂਲੇ ਜਾਂਦੇ ਹਾਂ, ਅਸੀਂ ਪੜ੍ਹਨਾ ਕਿਸੇ ਨੂੰ ਵੀ ਨਹੀਂ ਆਉਂਦਾ ਹੁੰਦਾ ਤਾਂ ਸਕੂਲੇ ਜਾਂਦੇ ਹਾਂ, ਕਿਸੇ ਨੂੰ ਵੀ ਨਹੀਂ ਆਉਂਦਾ। ਅਤੇ ਮੈਨੂੰ ਵੀ ਨਾ ਸੀ ਪੜ੍ਹਨਾ ਆਉਂਦਾ, ਮੈਂ ਸਕੂਲੇ ਤਾਂ ਦਾਖਲ ਹੋਇਆ ਵੀ ਮੈਨੂੰ ਪੜ੍ਹਨਾ ਹੀ ਨਹੀਂ ਸੀ ਆਉਂਦਾ। ਫਿਰ ਮੈਂ ਇਹ ਦੇਖਿਆ ਵੀ ਜਿਹੜੇ ਬੱਚਿਆਂ ਨੂੰ ਨਹੀਂ ਪੜ੍ਹਨਾ ਆਉਂਦਾ, ਜਿਹਨਾਂ ਨੂੰ ਨਹੀਂ ਪੜ੍ਹਨਾ ਆਉਂਦਾ, ਜੇ ਮੈਂ ਇੱਦਾਂ ਦਾ ਹੁੰਦਾ ਫਿਰ ਮੈਨੂੰ ਕੌਣ ਪੜ੍ਹਾਉਂਦਾ, ਹੈ ਨਾ। ਉਹਨਾਂ ਨੂੰ ਫਿਰ ਮੈਂ ਉਹਨਾਂ ਦੇ ਵਿੱਚ ਇੱਕ ਸੋਚ ਪੈਦਾ ਕਰਨ ਲਈ ਇੱਕ ਸ਼ਬਦ ਆ ਕਲਪਨਾ। ਇਹ ਤੁਸੀਂ ਕਹਿੰਦੇ ਆ ਨਾ ਵੀ ਕਿਵੇਂ ਦੇਖਦੇ, ਇੱਕ ਬੱਚਾ ਮੈਨੂੰ ਮਿਲਿਆ 20 ਸਾਲ ਬਾਅਦ ਕੈਨੇਡਾ ਤੋਂ ਜਾ ਕੇ, ਉਹ ਮਿਲਿਆ, ਹੁਣ ਅੰਮ੍ਰਿਤ ਛਕਿਆ, ਦਾੜੀ ਵੀ ਪ੍ਰਕਾਸ਼ ਕੀਤੀ, ਪੂਰਾ ਰੋਬ ਦਾਬ, ਮੈਨੂੰ ਕਹਿੰਦਾ ਜੀ ਮੋਰੇ ਬੈਠ ਕੇ ਕਹਿੰਦਾ ਤੁਸੀਂ ਮੈਨੂੰ ਪਛਾਣ ਸਕਦੇ ਆ? ਮੈਂ ਕਿਹਾ ਤੂੰ ਗੱਲ ਕਰੀ ਜਾ ਮੈਨੂੰ, ਵੀ ਜੇ ਕਿਤੇ ਤੂੰ ਮੈਨੂੰ ਆ ਗਿਆ ਤਾਂ ਮੈਂ ਕਿਹਾ ਤੇਰਾ ਨਾਮ ਬਲਜੀਤ ਸਿੰਘ ਹੈ? ਕਹਿੰਦਾ। ਮੈਂ ਕਿਹਾ ਤੂੰ ਉੱਚੇ ਪਿੰਡ ਪੜ੍ਹਦਾ ਹੁੰਦਾ? ਮੈਂ ਕਿਹਾ ਮੈਂ ਤੈਨੂੰ ਉੱਥੇ ਜਾ ਕੇ ਦੇਖਿਆ ਵੀ ਇਹ ਪਹਿਲਾਂ 10 ਸਾਲ ਕਿੱਦਾਂ ਦਾ ਹੋਊਗਾ। ਇਹ ਸੰਪਰਕ ਵਿੱਚ ਆ ਗਿਆ। ਉਹ ਹੁਣ ਸ਼ਬਦ ਜਿਹੜਾ ਕਲਪਨਾ ਆ, ਜਦੋਂ ਬੱਚੇ ਨੂੰ ਨਹੀਂ ਪੜ੍ਹਨਾ ਆਉਂਦਾ, ਇਹਦਾ ਮਤਲਬ ਉਹਨੂੰ ਤਸਵੀਰਾਂ ਵਾਲੀਆਂ ਕਿਤਾਬਾਂ ਜਿਹੜੀਆਂ ਛੋਟੀਆਂ ਹੁੰਦੀਆਂ ਨਾ, ਤਸਵੀਰਾਂ ਵਾਲੀਆਂ, ਉਹ ਤੁਸੀਂ ਵੰਡ ਦਿਓ। ਉਹ ਫਿਰ ਦੇਖੂਗਾ ਵੀ ਬਿੱਲੀ ਬਾਰੇ ਲਿਖਿਆ ਆ, ਬਲਦ ਬਾਰੇ ਲਿਖਿਆ ਆ, ਚੂਹੇ ਬਾਰੇ ਲਿਖਿਆ ਆ। ਉਹ ਫਿਰ ਜਦੋਂ ਇੱਦਾਂ ਦੀਆਂ ਗੱਲਾਂ ਅਸੀਂ ਸੁਣਾਉਂਦੇ ਹਾਂ, ਮੋਤੀ ਮਾਊ ਆ ਗਿਆ, ਇਹ ਡਰਾਉਣੀਆਂ ਆ। ਫਿਰ ਇੱਦਾਂ ਕਰਦੇ ਕਰਦੇ ਮੈਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਡਰਿਆ ਨਾ ਕਰੋ, ਵੀ ਤੁਹਾਡੇ ਸਾਹਮਣੇ ਮੈਂ ਚੂਹੇ ਦੀ ਤਾਂ ਹਾਥੀ ਦੀ ਗੱਲਬਾਤ ਕਰਾ ਦੇਵਾਂ। ਹੁਣ ਬੱਚੇ ਸਾਰੇ ਤਿਆਰ ਹੋ ਗਏ, ਨਾ ਕੋਈ ਅਨਪੜ੍ਹ ਰਿਹਾ, ਨਾ ਕੋਈ ਡਰਦਾ ਰਿਹਾ। ਉਹ ਕਹਿੰਦੇ ਵੀ ਚੂਹੇ ਦੀ ਤਾਂ ਹਾਥੀ ਦੀ ਗੱਲ ਕਿੱਦਾਂ ਹੋ ਜਾਊਗੀ, ਹੈ ਨਾ। ਮੈਂ ਕਿਹਾ ਤੁਹਾਡੇ ਸਾਹਮਣੇ ਮੈਂ ਬਾਤਚੀਤ ਕਰਾ ਦੇਣੀ ਆ, ਚੂਹਾ ਵੀ ਲਿਆ ਦੇਣਾ, ਹਾਥੀ ਵੀ ਲਿਆ ਦੇਣਾ, ਇਹਨੂੰ ਅਸੀਂ ਕਲਪਨਾ ਕਹਿੰਦੇ ਹਾਂ। ਮੈਂ ਕਿਹਾ ਚੂਹੇ ਨੇ ਹਾਥੀ ਪਹਿਲੀ ਵਾਰੀ ਦੇਖਿਆ, ਉਹ ਹੁੰਗਾਰਾ ਦੇਣ ਲੱਗ ਪਿਆ। ਕਹਾਣੀ 'ਚ ਇੰਨੀ ਜਾਨ ਹੋਣੀ ਚਾਹੀਦੀ। ਮੈਂ ਕਿਹਾ ਚੂਹਾ ਵੇਖਣ ਲੱਗ ਪਿਆ ਵੀ ਐਡਾ ਵੱਡਾ ਜਾਨਵਰ ਆ ਇਹ, ਵੀ ਜਦ ਮੈਂ ਵੱਡਾ ਹੋਇਆ ਮੈਂ ਵੀ ਏਡਾ ਹੀ ਹੋ ਜਾਣਾ। ਇੱਕ ਕਹਾਣੀ 1000 ਰਾਤ ਵਿੱਚ ਖਤਮ ਹੋਈ ਸੀ, ਉਹ ਉੱਥੇ ਬੰਦ ਕਰ ਦੇਵੇ ਜਿੱਥੋਂ ਕੱਲ ਨੂੰ ਕੀ ਹੋਣਾ ਨਾ ਇਦਾਂ ਹੋ ਜਾਵੇ। ਤੇ ਤੁਸੀਂ ਬਹੁਤ ਵਧੀਆ ਐਡ ਲੈ ਲਈ ਵਿੱਚ ਵੀ, ਸੁਣ ਕੇ ਵੀ ਗਾਂ ਚੂਹੇ ਦੀ ਤਾਂ ਹਾਥੀ ਦੀ ਗੱਲਬਾਤ ਆ। ਤੇ ਉਹਦੇ ਫਿਰ ਮਨ 'ਚ ਆਈ ਵੀ ਮੈਂ ਪੁੱਛ ਲੈਣਾ ਵੀ ਕਿੰਨੇ ਕੁ ਸਾਲਾਂ ਬਾਅਦ ਮੈਂ ਇਦਾਂ ਹੋ ਜਾਊਗਾ ਨਾ। ਅੱਛਾ, ਚੂਹੇ ਦੇ? ਹਾਂ, ਚੂਹੇ ਦੇ ਮਨ ਵਿੱਚ ਆ ਗਈ ਮੈਂ ਕਦੋਂ ਕਿੱਦਾਂ ਹੋਊਗਾ। ਠੀਕ। ਉਹਨੇ ਹਾਥੀ ਨੂੰ ਪੁੱਛ ਲਿਆ ਜੀ ਵੀ ਵੱਡੇ ਭਾਈ ਵੀ ਤੁਸੀਂ ਦੱਸੋ ਵੀ ਤੁਹਾਡੀ ਉਮਰ ਕਿੰਨੀ ਕਿਆ? ਹੁਣ ਹਾਥੀ ਨੇ ਕਿਹਾ ਵੀ ਮੈਨੂੰ ਤਾਂ ਇਦਾਂ ਕਦੇ ਸਤਿਕਾਰ ਮਿਲਿਆ ਹੀ ਨਹੀਂ ਅੱਜ ਤੱਕ। ਉਹ ਵੀ ਗੱਲੀਂ ਪੈ ਗਿਆ ਵੀ ਚਲੋ। ਉਹ ਕਹਿੰਦਾ ਵੀ ਮੇਰੀ ਉਮਰ ਛੋਟੇ ਭਾਈ 2 ਸਾਲ ਦੀ ਆ। ਅੱਛਾ। ਹੁਣ ਚੂਹੇ ਦੇ ਮਨ 'ਚ ਆਈ ਵੀ 2 ਸਾਲਾਂ ਦਾ ਤਾਂ ਮੈਂ ਵੀ ਹੋ ਗਿਆ ਆ, ਵੀ ਮੈਂ ਕਿਉਂ ਨਹੀਂ ਹੋਇਆ, ਹੈ ਨਾ। ਉਹ ਫਿਰ ਹਰਾਸ ਹੋ ਗਿਆ, ਉਦਾਸ ਹੋ ਗਿਆ। ਫਿਰ ਆਪਣੀ ਮਾਂ ਨੂੰ ਪੁੱਛਦਾ ਵੀ ਮਾਂ ਮੈਂ ਕਿਉਂ ਨਹੀਂ ਵੱਡਾ ਹੋਇਆ, ਹੈ ਨਾ। ਮਾਂ ਨੂੰ ਹੀ ਆਪਾਂ ਪੁੱਛਦੇ ਹਾਂ। ਉਹ ਕਹਿੰਦੀ ਤੈਨੂੰ ਤਾਂ ਅਕਲ ਹੀ ਬਹੁਤ ਆ, ਤੈਂ ਵੱਡਾ ਹੋ ਕੇ ਕੀ ਲੈਣਾ, ਤੈਨੂੰ ਉਦਾਂ ਹੀ ਅਕਲ, ਤੂੰ ਗੱਲ ਕਰ ਇਹਦੇ ਨਾਲ, ਇਹ ਹੈ ਕੀ ਆ ਤੇਰੇ ਮੂਹਰੇ, ਹੈ ਨਾ। ਅੱਛਾ। ਉਹ ਫਿਰ ਹਾਥੀ ਦੇ ਮਨ 'ਚ ਵੀ ਜਿਹੜਾ ਮੇਰੇ ਤੋਂ ਪੁੱਛਦਾ ਸਵਾਲ ਜਵਾਬ ਮੈਂ ਵੀ ਪੁੱਛ ਲੈਣਾ। ਉਹ ਕਹਿੰਦਾ ਛੋਟੇ ਭਾਈ ਵੀ ਤੇਰੀ ਉਮਰ ਕਿੰਨੀ ਕਿਆ? ਉਹ ਕਹਿੰਦਾ ਉਮਰ ਤਾਂ ਮੇਰੀ ਵੀ 2 ਸਾਲ ਦੀ ਆ, ਉਦਾਂ ਕਹਿੰਦਾ ਮੈਂ ਬਿਮਾਰ ਜਿਹਾ ਰਹਿਣਾ। ਠੀਕ ਹੈ, ਠੀਕ ਹੈ। ਹੁਣ ਬੱਚਿਆਂ 'ਚ ਵਿਸ਼ਵਾਸ ਪੈਦਾ ਹੋ ਗਿਆ ਜੀ ਜੀ ਵੀ ਕੋਈ ਗੱਲ ਨਹੀਂ ਹੈ ਏਡੀ, ਬਿਲਕੁਲ ਗਰੀਬੀ ਅਮੀਰੀ ਕੁਛ ਵੀ ਨਹੀਂ ਹੈ। ਵਰਿੰਦਰ ਸਿੰਘ ਜੀ। ਵਰਿੰਦਰ ਸਿੰਘ। ਹਾਂਜੀ ਭੈਣ ਜੀ, ਵਰਿੰਦਰ ਬੰਗੜ ਬੋਲਦਾ ਸੀਗਾ ਜੀ। ਤੁਹਾਡਾ ਧੰਨਵਾਦ ਅੱਜ ਦੇ ਦਿਨ ਤੇ ਤੁਸੀਂ ਇਹ ਪ੍ਰੋਗਰਾਮ ਲਿਆਂਦਾ। ਥੈਂਕ ਯੂ ਜੀ, ਥੈਂਕ ਯੂ। ਪ੍ਰਿੰਸੀਪਲ ਉਹਨਾਂ ਦੀ ਗੱਲਬਾਤ ਸੁਣਦੇ ਆ ਬੜਾ ਚੰਗਾ ਲੱਗਾ, ਮੈਨੂੰ ਵੀ ਆਪਣਾ ਟਾਈਮ ਚੇਤੇ ਆ ਗਿਆ। ਓਕੇ। ਮੈਂ ਤਕਰੀਬਨ 87 'ਚ ਇੱਥੇ ਆਇਆ ਸੀ, ਉਦੋਂ ਪਹਿਲਾਂ ਆਦਮਪੁਰ ਸਕੂਲੇ ਪੜ੍ਹਦੇ ਸੀਗੇ। ਤਕਰੀਬਨ 81-82 ਆਦਮਪੁਰ, ਉਦੋਂ ਪਹਿਲਾਂ ਵੀ ਸਾਡੇ ਹੈਡ ਮਾਸਟਰ ਹੁੰਦੇ ਸੀਗੇ ਜਿਹਨਾਂ ਨੂੰ ਮੈਂ ਕਦੀ ਭੁੱਲ ਨਹੀਂ ਸਕਦਾ। ਸਾਧੂ ਸਿੰਘ ਸੀ ਨਾਂ, ਪਿੰਡ ਨਾਜਗਾ ਸੀ ਉਹਨਾਂ ਦਾ। ਅੱਛਾ। ਆਦਮਪੁਰ। ਓਕੇ। ਉਹਨਾਂ ਦੀ ਇੱਕ ਹਿਸਟਰੀ ਸੀ, ਮੇਰੇ ਡੈਡੀ ਵੀ ਉਹਨਾਂ ਤੋਂ ਪੜ੍ਹੇ, ਮੈਂ ਵੀ। ਉਹ ਦੇਖੋ ਕਿੱਡਾ ਵੱਡਾ ਆਦਮਪੁਰ ਦਾ ਸਕੂਲ ਹੁੰਦਾ ਸੀ। ਜਦੋਂ ਸਵੇਰ ਨੂੰ ਪ੍ਰੇਅਰ ਹੁੰਦੀ ਸੀ, ਜਦੋਂ ਕਿਸੇ ਬੱਚੇ ਨੇ ਗਲਤੀ ਕੀਤੀ ਜਾਂ ਕੋਈ ਚੰਗਾ ਕੰਮ ਕੀਤਾ, ਜੇ ਬੁਲਾਉਣਾ ਹੁੰਦਾ ਸੀ ਸਟੇਜ ਤੇ ਖੜ ਕੇ, ਉਹ ਹਾਕ ਮਾਰਦੇ ਹੁੰਦੇ ਸੀਗੇ ਵੀ ਫਲਾਨਾ ਤੇ ਉਹਦਾ ਡੈਡੀ ਆਹ
ਤੇ ਉਹਦਾ ਪਿੰਡ ਆ ਉੱਠ ਕੇ ਸਟੇਜ ਤੇ ਆ ਜਾਵੇ ਜੀ। ਇੰਨੀ ਜ਼ਿਆਦਾ ਔਰ ਪੜਾਉਣ ਦਾ ਵੀ ਇੰਨਾ ਇੰਟੈਲੀਜੈਂਟ ਸੀਗੇ ਹਨਾ। ਜਿੰਨੇ ਵੀ ਅੱਜ ਆਦਮਪੁਰ ਇਲਾਕੇ ਦੇ ਸੁਣਦੇ ਹੋਣਗੇ ਉਸ ਟਾਈਮ ਦੇ ਪੜ੍ਹੇ ਹੋ, ਸਾਰੇ ਮਾਸਟਰ ਸਾਧੂ ਸਿੰਘ ਨੂੰ ਯਾਦ ਕਰਦੇ ਹੋਣਗੇ। ਬਾਕੀ ਪ੍ਰਿੰਸੀਪਲ ਮਲੂਕ ਚੰਦ ਜੀ ਤੁਹਾਡੇ ਰੇਡੀਓ ਤੇ ਆਏ ਆ, ਇਹਨਾਂ ਦਾ ਇੱਕ ਹੋਰ ਵੀ ਬਹੁਤ ਵੱਡਾ ਇਹ ਵੀ ਕੰਮ ਕੀਤਾ ਜਿਹੜਾ ਇੱਥੇ ਆਪਣੇ ਕਵੀ ਜਿਵੇਂ ਵੀ ਸੰਸਥਾ ਬਣਾਈ, ਇੱਕ ਆਪਣੇ ਸਾਹਿਤ ਸੰਸਥਾ ਬਣਾਈ ਹੈ, ਬਹੁਤ ਹੀ ਵਧੀਆ। ਪਿੱਛੇ ਪ੍ਰੋਗਰਾਮ ਹੀ ਨਹੀਂ ਕੀਤਾ ਸੀਗਾ, ਮੈਨੂੰ ਵੀ ਅਟੈਂਡ ਕਰਨ ਦਾ ਮੌਕਾ ਮਿਲਿਆ ਸੀਨੀਅਰ ਸੈਂਟਰ 'ਚ। ਆਪਣੇ ਆਲਮ ਉਹਨਾਂ ਦੇ ਨਾਂ ਤੇ ਜਿਹੜੀ ਬਣਾਈ। ਹਾਂਜੀ ਹਾਂਜੀ ਹਾਂਜੀ, ਬਿਲਕੁਲ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਵਰਿੰਦਰ ਸਿੰਘ ਜੀ, ਤੁਸੀਂ ਆਏ ਹੋ। ਤੇ ਅਗਲੇ ਮੇਰੇ ਕਾਲਰ ਨੇ ਗੁਰਪ੍ਰੀਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਮੈਂ ਹੈਪੀ ਟੀਚਰਸ ਡੇ ਸਾਰਿਆਂ ਨੂੰ। ਤੇ ਮੈਂ ਤੁਹਾਡੇ ਪ੍ਰੋਗਰਾਮ ਤੋਂ ਜਿਵੇਂ ਮੈਨੂੰ ਚੇਤੇ ਆ, ਪਹਿਲਾਂ ਤੁਹਾਨੂੰ ਪਤਾ ਇੱਥੇ ਲਾਈਫ ਬਿਜੀ ਆ ਹਨਾ, ਭੁੱਲ ਜਾਂਦੇ ਆ, ਪਰ ਚੇਤੇ ਤਾਂ ਸੀਗਾ ਮੈਨੂੰ, ਪਰ ਭੁੱਲ ਗਈ ਸੀ ਮੈਂ। ਵਿਸ਼ ਕਰਨੀ ਮੇਰੇ ਟੀਚਰ ਇੱਥੇ ਆ ਪੀਟੀ ਵਾਲੇ, ਮੇਰੇ ਸਤਪਾਲ ਟੀਚਰ ਐਪਸਫੋਰਡ, ਮੇਰੇ ਉਹਨਾਂ ਨਾਲ ਹੁਣ ਤੱਕ ਰਿਲੇਸ਼ਨ ਆ। ਮੈਨੂੰ 20 ਸਾਲ ਇੱਥੇ ਆਈ ਨੂੰ ਹੋ ਗਏ ਤਾਂ, ਤੇ 5 ਸਾਲ ਮੈਂ ਉਹਨਾਂ ਕੋਲ ਪੜ੍ਹੀਆਂ। 86 ਤੋਂ ਲੈ ਕੇ ਜਿਵੇਂ 6ਵੀਂ ਤੋਂ ਲੈ ਕੇ 10ਵੀਂ ਤੱਕ ਹਨਾ। ਹੁਣ ਅੱਜ ਤੱਕ ਮੇਰੇ ਨਾਲ ਉਹਨਾਂ ਦਾ ਜਿਵੇਂ ਹੈਗਾ ਵਾ ਹਨਾ, ਆਉਣ ਜਾਣ ਤੇ, ਪਰ ਮੇਰੀਆਂ ਯਾਦਾਂ ਉਹਨਾਂ ਨਾਲ ਬਹੁਤ ਜੁੜੀਆਂ। ਉਹ ਜਦੋਂ ਮੇਰੇ ਨਾਲ ਗੱਲ ਕਰਨ ਲੱਗਦੇ ਆ, ਮੇਰੇ ਪਿੰਡ ਨੂੰ, ਸਾਰੇ ਮੇਰੇ ਪਿੰਡ 'ਚ ਮੈਨੂੰ ਘੁਮਾ ਦਿੰਦੇ ਆ ਜਦੋਂ ਗੱਲਾਂ ਕਰਦੇ ਆ ਹਨਾ। ਬਹੁਤ ਗੱਲਾਂ, ਉਹ ਸਾਰੇ ਇਕੱਲੇ ਇਕੱਲੇ ਬੰਦੇ ਨੂੰ, ਇਕੱਲੇ ਇਕੱਲੇ ਜਿਵੇਂ ਘਰ ਨੂੰ ਨਿਸ਼ਾਨੀ ਸਾਰੀ ਉਹਨਾਂ ਨੂੰ ਜਿਵੇਂ ਪਤਾ ਹਨਾ। ਮੈਂ ਉਹਨਾਂ ਨੂੰ ਥੈਂਕ ਯੂ ਕਰਦੀ ਹੁੰਦੀ ਹਾਂ ਵੀ ਤੁਸੀਂ ਥੈਂਕ ਯੂ, ਤੁਸੀਂ ਮੈਨੂੰ ਮੇਰੇ ਪਿੰਡ ਘੁਮਾਤਾ ਹਨਾ। ਮੇਰਾ ਪਿੰਡ ਮੱਲਾ ਜਗਰਾਉਂ ਕੋਲੇ, ਤੇ ਉਹ ਮੈਂ ਹੁਣੀ ਉਹਨਾਂ ਨੂੰ ਵਿਸ਼ ਕਰਕੇ ਹਟੀ ਹਾਂ ਹਲੇ। ਤੇ ਮੇਰੇ ਹੈਡ ਮਾਸਟਰ ਆ ਮੇਰੀ, ਉਹ ਜਗਰਾਉਂ ਤੋਂ ਆ ਹਨਾ। ਉਹਨਾਂ ਨੇ ਵੀ ਮੈਨੂੰ ਮੈਸੇਜ ਭੇਜਿਆ ਵੀ ਉਹ ਮੈਨੂੰ ਫੋਨ ਕਰੇ ਹਨਾ, ਪਰ ਲਾਈਫ ਬਿਜੀ ਕਰਨ ਕਰਕੇ ਰਾਤ ਨੂੰ ਕੰਮ ਤੇ ਜਾਂਦੀ ਆ, ਉਹ ਟਾਈਮ ਲੱਗਿਆ ਨਹੀਂ ਉਹਨਾਂ ਨਾਲ ਗੱਲ ਕਰਨ ਨੂੰ। ਤੇ ਮੇਰਾ ਉਹਨਾਂ ਨੂੰ ਟੀਚਰ, ਸਾਰੇ ਟੀਚਰ ਨਾਲ ਬਹੁਤ ਪਿਆਰ ਆ। ਪੜ੍ਹਦੀ ਪੁੜਦੀ ਮੈਂ ਇਹੋ ਜਿਹੀ ਸੀਗੀ, ਪਰ ਸਿਰਫ ਪਤਾ ਨਹੀਂ ਹੁਣ ਮੈਨੂੰ ਕਿਉਂ ਮੇਰੇ ਸਾਰੇ ਟੀਚਰ ਮੇਰਾ ਪਿਆਰ ਕਰਦੇ ਸੀ, ਇਹ ਨੀ ਮੈਨੂੰ ਹਾਲੇ ਤੱਕ ਸਮਝ ਆਈ ਹੈਗੀ ਹਨਾ। ਪੜ੍ਹਾਈ ਵੈਸੇ ਇਹ ਨਹੀਂ, ਦਿਮਾਗ ਹੈ ਨਹੀਂ ਸੀ, ਪਰ ਧਿਆਨ ਨਹੀਂ ਸੀ ਦਿੱਤਾ ਕਦੇ। ਹਾਂ, ਥੈਂਕ ਯੂ ਗੁਰਪ੍ਰੀਤ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਗੱਲਾਂ ਬਾਤਾਂ ਕਾਫੀ ਕਰ ਲੈਂਦੇ ਹੋਣੇ ਨਾ, ਇਹ ਵੀ ਹੋ ਸਕਦਾ। ਪਾਲ ਬਿਰਗਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਮਨਜੀਤ ਕੰਗ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਧਿਆਪਕ ਦਿਵਸ ਤੇ ਸਾਰਿਆਂ ਨੂੰ ਮੁਬਾਰਕਾਂ। ਇਹ ਮਨਜੀਤ ਜੀ ਇੱਕ ਸੱਚਾ ਅਧਿਆਪਕ ਨਾ, ਸੱਚਾ ਸੁੱਚਾ ਅਹੁਦਾ ਇਹਨਾਂ ਦਾ। ਤੇ ਇਹ ਸੱਚਾ ਅਧਿਆਪਕ ਉਹ ਜਿਹੜੇ ਸਮੇਂ ਤੇ ਟਾਈਮ ਤੇ ਸਕੂਲੇ ਆਉਣਾ, ਮਨ ਚ ਲਾ ਕੇ ਪੜ੍ਹਾਉਣਾ। ਤੇ ਇਹ ਮਲੂਕ ਚੰਦ ਕਲੇਰ ਜੀ, ਇਹਨਾਂ ਦਾ ਪਿੰਡ ਸਾਡੇ ਤੋਂ 18-19 ਕਿਲੋਮੀਟਰ ਹੈ। 5 ਸਾਲ ਸਾਡੇ ਬਿਲਗੇ ਰਹੇ। ਅੱਛਾ। ਇਹਨਾਂ ਨੂੰ ਕਿ ਉੱਥੇ ਸਕੂਲੇ ਮੇਰਾ ਆਉਣਾ ਜਾਣਾ ਬਣਿਆ ਹੁੰਦਾ ਸੀ। ਇਹ ਕਦੇ ਵੀ ਟਾਈਮ ਤੋਂ ਮਤਲਬ ਇਹ ਨੀ ਵੀ ਇੱਕ ਮਿੰਟ ਲੇਟ ਆਉਣਾ। ਇਹਨਾਂ ਦੇ ਬੱਚੇ ਨੇ ਜਿਹੜੇ ਪੜ੍ਹਾਏ ਆ, ਹੁਣ ਵੀ ਯਾਰ ਮੇਰੀ ਲੜਕੀ ਇਹਨਾਂ ਕੋਲ ਪੜ੍ਹੀ ਹੋਈ ਤੇ ਕੈਨੇਡਾ ਆਈ ਆ। ਅੱਛਾ ਜੀ। ਤੇ ਬਹੁਤ ਹੀ ਵਧੀਆ ਅਧਿਆਪਕ ਸਨ। ਅੱਛਾ ਅਧਿਆਪਕ ਉਹੀ ਹੈ ਜਿਹੜਾ ਸਮੇਂ ਸਿਰ ਆਵੇ ਤੇ ਚੰਗੀ ਤਰ੍ਹਾਂ ਪੜ੍ਹਾਵੇ। ਬਿਲਕੁਲ ਬਿਲਕੁਲ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਦੇਖੋ ਆਪ ਤੁਸੀਂ ਪੰਕਚੁਅਲ ਆ ਤਾਂ ਬੱਚਿਆਂ ਨੂੰ ਵੀ ਉਹੀ ਫਿਰ ਕਹਿਣ ਦੀ ਲੋੜ ਨਹੀਂ ਕੁਛ, ਠੀਕ ਹੈ ਨਾ, ਆਪਣੇ ਆਪ ਹੀ ਸਿੱਖ ਜਾਂਦੇ ਆ। ਗੁਰਸ਼ਰਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਜੀ ਅਧਿਆਪਕ ਦੇ ਸਾਰੇ ਅਧਿਆਪਕਾਂ ਨੂੰ। ਥੈਂਕ ਯੂ। ਤੇ ਇਹ ਮੇਰੇ ਟੀਚਰ ਹੈ ਜੀ ਪ੍ਰਿੰਸੀਪਲ ਸਾਹਿਬ, ਉਦੋਂ ਤੇ ਬਾਅਦ ਪ੍ਰਿੰਸੀਪਲ ਬਣ ਗਏ ਸੀ। ਉਦੋਂ ਮੇਰੇ ਟੀਚਰ ਸੀਗੇ ਹਾਈ ਸਕੂਲ ਦੇ ਵਿੱਚ। ਅੱਛਾ। 6ਵੀਂ ਤੋਂ 10ਵੀਂ ਜਮਾਤ ਮੈਂ ਪੜ੍ਹਿਆ ਜੀ ਇਹਨਾਂ ਤੋਂ। ਅੱਛਾ। ਤੇ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹੁੰਦੇ ਸੀ। ਸਭ ਤੋਂ ਵਧੀਆ ਗੱਲ ਸੀ ਕਿ ਪੜ੍ਹਾਈ ਦੇ ਨਾਲ ਨਾਲ ਜਿਹੜੀਆਂ ਸਾਨੂੰ ਇਹ ਰੋਜ਼ਾਨਾ ਕਿ ਵੱਡਿਆਂ ਦਾ ਸਤਿਕਾਰ ਕਰਨਾ, ਬੱਸ ਤੇ ਜਾਂਦਿਆਂ ਕਿਤੇ ਬਜ਼ੁਰਗ ਨੂੰ ਸੀਟ ਦੇਣੀ, ਉਹ ਹਜੇ ਤੱਕ ਉਹ ਗੱਲਾਂ ਸਾਨੂੰ ਯਾਦ ਆ। ਛੋਟੀਆਂ ਛੋਟੀਆਂ ਗੱਲਾਂ, ਪਰ ਉਹ ਬਹੁਤ ਵੱਡੀਆਂ ਕਰਨੀਆਂ। ਕਿ ਜਿਹੜੇ ਬੱਚੇ ਹੁੰਦੇ ਆ ਉਹ ਟੀਚਰ ਦੀ ਜ਼ਿਆਦਾ ਸੁਣਦੇ ਆ। ਤੇ ਅੱਜ ਕੱਲ ਇਹ ਚੀਜ਼ਾਂ ਜਿੱਦਾਂ ਬੜੀ ਦੂਰ ਹੋਈ ਜਾ ਰਹੀਆਂ। ਪੰਜਾਬ ਚ ਮੈਂ ਗਿਆ ਸੀ, ਆਪਣੇ ਉਸੇ ਸਕੂਲ ਚ ਵੀ ਦੁਬਾਰਾ ਗਿਆ, ਤੇ ਹੁਣ ਉਹ ਮਾਹੌਲ ਨਹੀਂ ਰਹਿ ਗਿਆ। ਉਹ ਟੀਚਰ ਖੁਦ ਦੱਸਦੇ ਬਹੁਤ ਕੁਛ ਬਦਲ ਗਿਆ ਜੀ। ਹੁਣ ਤਾਂ ਬਦਲ ਗਿਆ ਜੀ। ਕਿਹੜੇ ਸਾਲਾਂ ਦੀ ਤੁਸੀਂ ਗੱਲ ਕਰ ਰਹੇ ਹੋ? ਮੈਂ 92 ਚ ਉੱਥੋਂ ਹਾਈ ਸਕੂਲ ਕੀਤਾ ਸੀ ਜੀ, ਉੱਚੇ ਪਿੰਡ ਤੋਂ। ਅੱਛਾ ਅੱਛਾ। ਉਦੋਂ ਤਾਂ ਕੁੱਟਣ ਦਾ ਵੀ ਰਿਵਾਜ ਹੋਣਾ ਹਲੇ। ਉਦੋਂ ਕੁੱਟਣ ਦਾ ਸੀਗਾ। ਹਾਂਜੀ ਹਾਂਜੀ, ਪਰ ਮੈਨੂੰ ਓਦਾਂ ਇਹਨਾਂ ਨੂੰ ਕਦੀ ਕੁੱਟ ਪਈ ਨਹੀਂ ਵੈਸੇ। ਅੱਛਾ। ਕਿਉਂਕਿ ਮੈਂ ਠੀਕ ਸੀ, ਮੇਰੇ ਡੈਡੀ ਵੀ ਟੀਚਰ ਸੀਗੇ ਆਪਣਾ ਐਲੀਮੈਂਟਰੀ ਸਕੂਲ ਪੜ੍ਹਾਉਂਦੇ ਰਹੇ ਨੇ। ਪੜ੍ਹਾਈ ਚ ਫਿਰ ਉਹਨਾਂ ਦਾ ਵੀ ਡੰਡਾ ਹੁੰਦਾ ਸੀ ਨਾਲ, ਉਹੀ ਬਥੇਰਾ ਕੁੱਟ ਲੈਂਦੇ ਹੁੰਦੇ ਸੀ। ਠੀਕ ਹੈ, ਥੈਂਕ ਯੂ ਸੋ ਮਚ ਗੁਰਸ਼ਰਨ, ਵਧੀਆ ਲੱਗਿਆ ਤੁਸੀਂ ਕਾਲ ਕੀਤੀ। ਥੈਂਕ ਯੂ ਸੋ ਮਚ। ਅਗਲੇ ਕਾਲਰ ਨੇ ਆਪਣੇ ਕੋਲੇ, ਉਹਨਾਂ ਦੀ ਆਪਾਂ ਗੱਲ ਸੁਣੀਏ। ਰਜਿੰਦਰ ਸਿੰਘ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਟੀਚਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ। ਤੇ ਟੀਚਰ ਹੀ ਨੇ ਜੋ ਨੇਸ਼ਨ ਬਣਾਉਂਦੇ ਨੇ, ਟੀਚਰਸ ਆਰ ਨੇਸ਼ਨ ਬਿਲਡਰ ਜਿਵੇਂ ਕਹਿ ਦਿੰਦੇ ਨੇ ਜੀ ਜੀ। ਤੇ ਇਹਨਾਂ ਨੇ ਜੋ ਕੁਝ ਵਿਸਤਾਰ, ਮੇਰੇ ਮਿੱਤਰ ਨੇ ਕਲੇਰ ਸਾਹਿਬ, ਬਹੁਤ ਹੀ ਵਿਸਤਾਰ ਨਾਲ ਜਿਹੜਾ ਟੀਚਰਸ ਡੇ ਦੀ ਦੱਸਿਆ ਹਿਸਟਰੀ ਨਾ, ਉਹਦਾ ਕਦੋਂ ਤੋਂ ਮਨਾਇਆ ਗਿਆ, ਕਿਸ ਤਰ੍ਹਾਂ ਮਨਾਇਆ ਗਿਆ, ਇਹ ਤਾਂ ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ। ਅੱਜ ਬਹੁਤੇ ਲੋਕਾਂ ਨੂੰ ਪਤਾ ਲੱਗਿਆ, ਇਨਕਲੂਡਿੰਗ ਮੀ ਕੁਝ। ਤੇ ਬਾਕੀ ਰਹੀ ਗੱਲ ਜਿਹੜੀ ਇਹਨਾਂ ਦਾ ਆਪਣਾ ਸਕਸੈਸਫੁਲ ਕੈਰੀਅਰ ਆ, ਬਹੁਤ ਕਾਮਯਾਬੀ ਵਾਲਾ ਟੀਚਰਸ ਦਾ ਤਾਂ ਦੇਣਾ ਜੀ ਕੋਈ ਦੇ ਨਹੀਂ ਸਕਦਾ। ਤੁਸੀਂ ਅਸੀਂ ਸਾਰੇ ਰਾਸ਼ਟਰਪਤੀ ਤੱਕ ਟੀਚਰਾਂ ਦੀ ਬਦੌਲਤ ਹੀ ਨੇ ਸਾਰੇ। ਸਹੀ ਹੈ ਜੀ, ਬਿਲਕੁਲ ਸਹੀ। ਟੀਚਰ ਨੂੰ ਮਾਣ ਇੱਥੇ ਬਹੁਤ ਮਿਲਦਾ। ਨਰਸਿੰਗ ਐਂਡ ਟੀਚਰਸ ਉਹਨਾਂ ਦੀ ਬਹੁਤ ਉੱਚੀ ਮਹੱਤਤਾ ਦੋਨੋਂ ਹੈਲਥ ਤੇ ਆਪਣੇ ਐਜੂਕੇਸ਼ਨ ਦਾ, ਹਨਾ। ਤੇ ਲੇਕਿਨ ਬੜਾ ਅਫਸੋਸ ਹੈ ਕਿ ਸਾਡੇ ਉੱਥੇ ਟੀਚਰ ਦੀ ਉਨੀ ਕਦਰ ਨਹੀਂ ਜਿੰਨੀ ਹੋਣੀ ਚਾਹੀਦੀ ਆ, ਔਰ ਨਰਸਿੰਗ ਦੀ ਵੀ ਹੈ ਜੀ। ਇਸ ਕਰਕੇ ਜੋ ਟੀਚਰ ਬੱਚੇ ਨੂੰ ਦਿੰਦਾ, ਜਾਂ ਅਸੀਂ ਕਹਿ ਲਈਏ, ਮੈਂ ਵੀ 5 ਸਾਲ ਸਾਇੰਸ ਸੈਕੰਡਰੀ ਸਕੂਲ ਦਾ ਸਾਇੰਸ ਟੀਚਰ ਰਿਹਾ, ਤੇ ਪਤਾ ਹੈਗਾ ਥੋੜਾ ਬਹੁਤ। ਤੇ ਔਰ ਜੋ ਅਸੀਂ ਸਿੱਖਿਆ, ਅਸੀਂ ਟੀਚਰਾਂ ਦੀ ਬਦੌਲਤ ਹੀ ਇੱਥੇ ਤੱਕ ਪਹੁੰਚੇ ਜੀ। ਇਹਨਾਂ ਨੇ ਬਹੁਤ ਸੋਹਣੇ ਸ਼ਬਦਾਂ 'ਚ ਕੀਤਾ ਕਿ ਮੈਨੂੰ ਪੜ੍ਹਨਾ ਕਿੱਥੋਂ ਸਿੱਖਿਆ, ਟੀਚਰਾਂ ਕੋਲੋਂ। ਫਿਰ ਹੌਲੀ ਹੌਲੀ ਪੌੜੀ ਚੜ੍ਹਦੇ ਚੜ੍ਹਦੇ ਉਹ ਕਿੱਥੇ ਪਹੁੰਚੇ, ਇਹ ਪ੍ਰਿੰਸੀਪਲ ਬਣੇ। ਔਰ ਹਰ ਇਨਸਾਨ ਆਪਣੇ ਆਪਣੇ ਕਿੱਤੇ 'ਚ ਜੋ ਵੀ ਉਹਦਾ ਇੰਟਰਸਟ ਸੀ, ਉਹ ਟੀਚਰਾਂ ਦੀ ਬਦੌਲਤ ਹੈਗੀ ਆ। ਇਸ ਕਰਕੇ ਮਿਲੀਅਨ ਸਲੂਟਸ ਟੂ ਦ ਟੀਚਰ। ਮਿਹਰਬਾਨੀ ਜੀ। ਭਰਪੂਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਟੀਚਰ ਡੇ ਤੇ ਵੈਸੇ ਤਾਂ ਸਾਰੇ ਟੀਚਰ ਨੂੰ ਸਲੂਟ ਹੈ ਜੀ, ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਹਾਲਾਂਕਿ ਬਹੁਤ ਟੀਚਰ ਆਉਂਦੇ ਨੇ, ਪਰ ਜਿਹੜੇ ਅਮਿਟ ਜਾਂ ਤਾਂ ਛੱਡ ਜਾਂਦੇ ਨੇ, ਉਹਨਾਂ ਦਾ ਇੱਕ ਦੋ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਜੀ। ਇੱਕ ਤਾਂ ਮੇਰੇ ਮਿਡਲ ਸਕੂਲ, ਪਿੰਡ ਸਾਡੇ 8ਵੀਂ ਤੱਕ ਸਕੂਲ ਸੀ, ਮਿਡਲ ਸਕੂਲ ਜੀ। ਉੱਥੋਂ ਸਾਨੂੰ ਇੰਗਲਿਸ਼ ਦੇ ਟੀਚਰ ਹੁੰਦੇ ਸੀ, ਸਤਪਾਲ ਜੈਨ ਜੀ, ਧੂਰੀ ਤੋਂ ਪੜ੍ਹਾਉਂਦੇ ਸੀਗੇ ਜੀ। ਅੱਛਾ ਜੀ। ਤੇ ਧੂਰੀ ਸਾਡੇ ਪਿੰਡ ਤੋਂ 8 ਕਿਲੋਮੀਟਰ ਦੂਰ ਹੈ ਜੀ। ਉਹਨਾਂ ਦਿਨਾਂ ਦੇ ਵਿੱਚ ਜਾਨੀ 75 76 ਦੀ ਗੱਲ ਕਰ ਰਿਹਾ ਮੈਂ। ਤੇ ਉਹਨਾਂ ਨੇ ਸਿਆਲਾਂ ਦੇ ਦਿਨਾਂ ਦੇ ਵਿੱਚ ਸਪੈਸ਼ਲ ਸਾਈਕਲ ਦੇ ਉੱਤੇ ਜਾਨੀ ਘੰਟਾ ਪਹਿਲਾਂ ਸਕੂਲ ਲੱਗਣ ਤੋਂ ਆਉਣਾ ਤੇ ਸਾਡੀ ਕਲਾਸ ਨੂੰ ਪੜ੍ਹਾਉਣਾ ਜੀ ਉਹਨਾਂ ਨੇ। ਤੇ ਉਹਨਾਂ ਦਾ ਇੱਕੋ ਸਲੋਗਨ ਹੁੰਦਾ ਸੀ, ਸ਼ਾਇਦ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕੀਤਾ। ਉਹਨਾਂ ਨੇ ਇਹੀ ਗੱਲ ਕਹਿਣੀ ਹੁੰਦੀ ਸੀ ਕਿ ਵੀ ਆਪ ਦੁੱਖ ਤਾਪ ਸੁੱਖ ਜੀ ਜੀ, ਵੀ ਹੁਣ ਮਿਹਨਤ ਕਰੋਗੇ ਤਾਂ ਜਾਨੀ ਥੋੜਾ ਜਿਹਾ ਦੁੱਖ ਲੱਗੂਗਾ, ਪਰ ਅੱਗੇ ਤੁਸੀਂ ਸੁਖੀ ਹੋਵੋਗੇ, ਹਨਾ ਜੀ। ਉਹ ਸਲੋਗਨ ਮੇਰੀ ਜ਼ਿੰਦਗੀ ਦਾ ਜਾਨੀ ਇੱਕ ਪਾਰਟ ਬਣਿਆ ਜੀ। ਤੇ ਮੈਂ ਹਾਲੇ ਵੀ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਯਾਦ ਕਰਦਾ। ਤੇ ਜੇ ਇੱਕ ਤੁਸੀਂ ਕੁੱਟਣ ਦੀ ਗੱਲ ਕੀਤੀ, ਕੁੱਟਣ ਦਾ ਰਿਵਾਜ ਉਦੋਂ ਹੁੰਦਾ ਸੀ ਆਫਕੋਰਸ। ਤੇ ਮੇਰੀ ਡਿਊਟੀ 8ਵੀਂ ਦੇ ਕਲਾਸ ਦੇ ਵਿੱਚ ਹੁੰਦੀ ਸੀਗੀ ਵੀ ਮੈਂ ਡੰਡਾ ਲਿਆ ਕੇ ਰੱਖਣਾ ਹੁੰਦਾ ਸੀ ਜਦੋਂ ਆ ਜਾਂਦੇ ਸੀਗੇ ਜੀ, ਉਹਨਾਂ ਦੇ ਆਉਣ ਤੋਂ ਪਹਿਲਾਂ। ਅੱਛਾ। ਤੇ ਉਹ ਡੰਡਾ ਲਿਆ ਕੇ ਰੱਖਣਾ ਜੀ। ਪਿੰਡ ਦੇ ਮੁੰਡੇ ਪੜ੍ਹਦੇ ਸੀ ਸਾਰੇ ਜੀ, ਕਬੱਡੀ ਖੇਡਣ ਵਾਲੇ ਵੀ ਸੀਗੇ। ਮੈਨੂੰ ਇੱਕ ਦਿਨ ਕਹਿੰਦੇ ਵੀ ਭਰਪੂਰ ਸਿੰਘ ਡੰਡਾ ਨਾ ਲੈ ਕੇ ਆਈ ਯਾਰ। ਮੈਂ ਕਿਹਾ ਕਿਉਂ? ਕਹਿੰਦੇ ਵੀ ਅੱਜ ਕੰਮ ਨੀ ਕੀਤਾ ਹੈਗਾ, ਖੇਡਣ ਖੁੱਡਣ ਚਲੇ ਗਏ ਸੀ ਤੇ ਕੁੱਟ ਪੈਣੀ ਆ ਸਾਡੇ, ਹਨਾ ਜੀ। ਮੈਂ ਕਿਹਾ ਨਹੀਂ ਲਿਆਉਂਦੇ। ਮੈਂ ਲਿਆ ਕੇ ਜਾ ਕੇ ਬਹਿ ਗਿਆ ਜੀ ਉੱਥੇ ਬੈਠਿਆ। ਤੇ ਜਦੋਂ ਜਾਨੀ ਕੁੱਟਣ ਦੀ ਵਾਰੀ ਆਏ, ਮੈਨੂੰ ਕਹਿੰਦੇ ਵੀ ਭਰਪੂਰ ਡੰਡਾ ਮਾਸਟਰ ਜੀ ਕਹਿੰਦੇ। ਅੱਛਾ। ਮੈਂ ਕਿਹਾ ਜੀ ਭੁੱਲ ਗਿਆ ਅੱਜ, ਹਨਾ। ਉਹ ਕਹਿੰਦੇ ਭੁੱਲ ਗਿਆ, ਫਿਰ ਹੁਣ ਲਾਇਆ, ਕੋਈ ਗੱਲ ਨੀ। ਮੈਂ ਡੰਡਾ ਲਿਆਇਆ ਜੀ ਤੋੜ ਕੇ। ਤੇ ਮੈਨੂੰ ਕਹਿੰਦੇ ਪਹਿਲਾਂ ਤੂੰ ਆ ਜਾ, ਇਦੋਂ ਬਾਅਦ ਨੀ ਭੁੱਲੇਗਾ। ਯਾਨੀ ਮੇਰੇ ਜ਼ਿੰਦਗੀ 'ਚ ਮੇਰੇ ਹਾਲੇ ਵੀ ਜ਼ਿਆਦਾ ਸਕੂਲ 'ਚ 2 ਵਾਰੀ ਕੁੱਟ ਪਈ ਸੀ ਜੀ। ਇੱਕ ਵਾਰੀ ਉਹਨਾਂ ਨੇ ਇਸ ਗੱਲ ਕਰਕੇ ਕੁੱਟਿਆ ਸੀਗਾ। ਇੱਕ ਵਾਰੀ ਸਾਡੇ ਸਕੂਲ ਦੇ ਨਾਲ ਕਿਸੇ ਦਾ ਘਰ ਸੀਗਾ, ਉੱਥੇ ਉਹ ਕੋਈ ਹੱਥ ਦੇਖਣ ਜਿਹੇ ਵਾਲੇ ਆ ਗਏ ਤੇ ਉਹਨਾਂ ਨੂੰ, ਉਹ ਲੇਡੀਜ਼ ਦਾ ਹੱਥ ਦੇਖ ਰਿਹਾ ਸੀ, ਬਾਹਰੋਂ ਜੱਟ ਆ ਗਿਆ, ਉਹਨਾਂ ਨੇ ਆ ਕੇ ਕੁੱਟਣਾ ਸ਼ੁਰੂ ਕਰਤਾ ਉਹਨਾਂ ਨੂੰ ਜੀ। ਅਸੀਂ ਉਹਨਾਂ ਨੂੰ ਦੇਖਣ ਗਏ ਤੇ ਉਦੋਂ ਦੇਖ ਕੇ ਵਾਪਸ ਮੁੜੇ ਤਾਂ ਵੀ ਮਾਸਟਰ ਜੀ ਨੇ ਕੁੱਟਿਆ ਜੀ। 2 ਵਾਰੀ ਵੀ ਕੁੱਟ ਪਈ ਜੀ ਨਹੀਂ, ਤੇ ਦੋਨੋਂ ਵਾਰੀ ਅਨਨੈਸੈਸਰੀ ਰੀਜਨ ਕਰਕੇ ਪਈ ਜੀ। ਤੇ ਇੱਕ ਸਾਡੇ ਕਾਲਜ ਦੇ ਟੀਚਰ ਹੁੰਦੇ ਸੀ ਜੀ, ਜਦੋਂ ਮੈਂ ਮਲੇਰਕੋਟਲੇ ਪੜ੍ਹਿਆ, ਸਾਨੂੰ ਆਰਗੈਨਿਕ ਕੈਮਿਸਟਰੀ ਪੜ੍ਹਾਉਂਦੇ ਸੀਗੇ, ਸਤੀਸ਼ ਚੰਦਰ ਭਾਰਤੀ ਜੀ। ਬਹੁਤ ਸੋਹਣਾ ਪੜ੍ਹਾਉਂਦੇ ਸੀਗੇ। ਤੇ ਉਹ ਟਿਊਸ਼ਨ ਨਹੀਂ ਰੱਖਦੇ ਸੀਗੇ ਜੀ, ਜਾਨੀ ਕਹਿੰਦੇ ਸੀ ਮੈਂ ਟਿਊਸ਼ਨ ਨਹੀਂ ਰੱਖਣੀ, ਹਨਾ। ਪਰ ਅਸੀਂ ਸੋਚਿਆ ਵੀ ਪੇਪਰ ਪੜ੍ਹਾਉਂਦੇ ਬਹੁਤ ਵਧੀਆ ਨੇ, ਪੇਪਰਾਂ 'ਚ ਨੰਬਰ ਚੰਗੇ ਆ ਜਾਣਗੇ। ਤੇ ਅਸੀਂ ਉਹਨਾਂ ਨੂੰ ਕਹਿ ਕਹਾ ਕੇ ਟਿਊਸ਼ਨ ਰੱਖ ਲਈ ਉਹਨਾਂ ਕੋਲੇ। ਤੇ ਉਦੋਂ 150 ਰੁਪਇਆ ਘੰਟੇ ਦਾ ਜਾਨੀ ਉਹਨਾਂ ਦਾ ਰੇਟ ਹੁੰਦਾ ਸੀ। ਪਰ ਉਹਨਾਂ ਤੇ ਕਹਿੰਦੇ ਤੁਸੀਂ ਪਿੰਡਾਂ ਤੋਂ ਆਉਂਦੇ ਹੋ, 100 ਰੁਪਇਆ ਦਿਆ ਕਰੋ ਮੈਨੂੰ। 100 ਰੁਪਏ ਦੇ ਵਿੱਚੋਂ ਵੀ ਸਾਨੂੰ 50 ਰੁਪਏ ਦੀ ਉਹ ਮਤਲਬ ਚਾਹ ਜਾਂ ਗੁਲਾਬ ਜਾਮਣਾ ਖਵਾ ਦਿੰਦੇ ਸੀਗੇ। ਸੋ ਹੀ ਵਾਜ ਵੈਰੀ ਨਾਈਸ ਟੀਚਰ ਟੂ ਜੀ।
ਉਹਨਾਂ ਨੂੰ ਮੈਂ ਲਗਭਗ 3-4 ਸਾਲ ਪਹਿਲਾਂ ਜੀ, ਜਾਣੀ ਮੈਂ ਮਲੇਰਕੋਟਲੇ ਤੋਂ 82 ਦੇ ਵਿੱਚ ਪ੍ਰੀ ਮੈਡੀਕਲ ਕਰਕੇ ਲੁਧਿਆਣੇ ਆ ਗਿਆ ਸੀਗਾ। 82 ਤੋਂ ਬਾਅਦ ਮੈਂ ਮਿਲਿਆ ਨਹੀਂ ਸੀਗਾ। ਸੋ ਲਗਭਗ 4 ਸਾਲ ਪਹਿਲਾਂ ਮੈਂ ਦੁਬਾਰਾ ਜਾ ਕੇ ਉਹਨਾਂ ਨੂੰ ਮੋਹਾਲੀ 'ਚ ਲੱਭ ਕੇ ਉਹਨਾਂ ਦੇ ਦਰਸ਼ਨ ਕੀਤੇ ਜੀ। ਆਈ ਵਾਜ਼ ਰੀਅਲੀ ਹੈਪੀ ਐਂਡ ਰੀਅਲੀ ਪ੍ਰਾਊਡ ਆਫ ਦੈਟ। ਥੈਂਕ ਯੂ। ਸਾਨੂੰ ਇਹ ਦੱਸੋ ਕਿ ਜਿਹੜੇ ਬਹੁਤ ਸਾਰੇ ਨਾਮੀ ਲੇਖਕ ਹੋਏ ਆ ਜਿਨ੍ਹਾਂ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ 1-2 ਵਾਰੀ, ਉਹ ਅਧਿਆਪਕ ਦੇ ਤੌਰ ਤੇ ਵੀ ਵਿਚਰੇ ਆ, ਜਿਵੇਂ ਹੁਣ ਆਪਣੇ ਦਲੀਪ ਕੌਰ ਟਿਵਾਣਾ ਜੀ ਹੋ ਗਏ, ਜਾਂ ਹੋਰ ਉਲਫਤ ਬਾਜਵਾ ਜੀ, ਹਾਂਜੀ, ਉਹਨਾਂ ਦਾ ਜ਼ਿਕਰ ਕੀਤਾ, ਆਪਣੇ ਸੁਰਜੀਤ ਪਾਤਰ ਹੋਰੀ, ਤੇ ਹੋਰਾਂ ਬਾਰੇ ਵੀ ਸਾਨੂੰ ਦੱਸੋ। ਤੇ ਇਹਨਾਂ ਦਾ ਇਹ ਸਫ਼ਰ ਜਿੰਨਾ ਕੁ ਤੁਸੀਂ ਜਾਣਦੇ ਹੋ ਸਾਨੂੰ ਦੱਸੋ ਕਿਸ ਤਰ੍ਹਾਂ ਦਾ। ਜੀ, ਇਹ ਬੜੀ ਵਧੀਆ ਤੁਸੀਂ ਗੱਲ ਕੀਤੀ ਆ। ਅਧਿਆਪਕ 2 ਤਰ੍ਹਾਂ ਦੇ ਹੁੰਦੇ, ਇੱਕ ਨੂੰ ਤਾਂ ਸਿਰਫ ਉਹਦੇ ਸਟੂਡੈਂਟ ਹੀ ਜਾਣਦੇ ਹੁੰਦੇ ਵੀ ਮੈਂ ਉਹਨਾਂ ਕੋਲ ਪੜ੍ਹਿਆ ਆ। ਇੱਕ ਜਿਹੜੇ ਅਧਿਆਪਕ ਹੁੰਦੇ ਉਹ ਜ਼ਿੰਦਗੀ ਵਿੱਚ ਹੋਰ ਵੀ ਕੁਛ ਕਰਦੇ ਆ ਜੀ, ਤੇ ਉਹਨਾਂ ਦਾ ਫਿਰ ਜ਼ਿਕਰ ਜਿਹੜਾ ਜ਼ਿਆਦਾ ਹੁੰਦਾ ਉਹ ਸਾਡੇ ਫਿਰ ਅਨੁਭਵ ਹੁੰਦੇ ਆ, ਮਹਿਸੂਸ ਕਰਨਾ ਹੁੰਦਾ, ਫਿਰ ਅਹਿਸਾਸ ਬਣ ਜਾਂਦਾ ਹੈ ਜੀ। ਤੀਜੇ ਨੰਬਰ ਤੇ ਆ ਜਾਂਦਾ ਨਾ, ਜਦੋਂ ਤੁਸੀਂ ਸ਼ਬਦ ਜੇ ਤੁਹਾਡੇ ਕੋਲ ਹੈਗਾ, ਤੁਸੀਂ ਕਿਸੇ ਦੀ ਵਿਚਾਰਧਾਰਾ ਨੂੰ ਫੇਰ ਹੀ ਲੈ ਸਕਦੇ ਆ। ਤੁਹਾਡੇ ਕੋਲ ਇੱਕ ਬਰਤਨ ਆ, ਤਦੇ ਕਿਸੇ ਨੂੰ ਕਹੋਗੇ ਵੀ ਇਹਦੇ ਵਿੱਚ ਪਾਓ ਜੀ। ਫਿਰ ਉਹ ਅਧਿਆਪਕ ਮੈਂ ਲੈ ਆ ਜਿਨ੍ਹਾਂ ਦੀ ਕਹਿਣੀ, ਕਰਨੀ ਤੇ ਲੇਖਣੀ ਵਿੱਚ ਇਕਸਾਰਤਾ ਹੋਊਗੀ, ਇਹ ਵੀ ਗੱਲ ਆ। ਓਕੇ। ਫਿਰ ਮੈਂ ਲਿਆ ਵੀ ਉਹਨਾਂ ਦੇ ਵਿੱਚ ਜੀਵਨ ਜਮਾ ਸਿਧਾਂਤ ਹੈਗਾ ਆ। ਇਹਨੂੰ ਇੱਕ ਸ਼ਬਦ ਲਿਆ ਮੈਂ, ਵਚਨਬੱਧਤਾ, ਪ੍ਰਤੀਬੱਧਤਾ। ਜੀਵਨ ਕਿਤੇ, ਸਿਧਾਂਤ ਕਿਤੇ, ਪ੍ਰਿੰਸੀਪਲ ਸਾਰੇ ਹੋ ਸਕਦੇ ਆ, ਪਰ ਆਈ ਐਮ ਨਾਟ ਏ ਪ੍ਰਿੰਸੀਪਲ ਬਟ ਆਈ ਐਮ ਦਾ ਮੈਨ ਆਫ ਪ੍ਰਿੰਸੀਪਲ। ਪਹਿਲਾ ਇਨਸਾਨ ਆ, ਬਾਅਦ ਚ ਪ੍ਰਿੰਸੀਪਲ ਆ। ਇਹ ਸਿਧਾਂਤ ਆ, ਪਹਿਲਾ ਜੀਵਨ ਆ। ਤੀਜਾ ਫਿਰ ਮੈਂ ਸਾਰੀਆਂ ਚੀਜ਼ਾਂ ਨੂੰ ਸਮਅਪ ਕੀਤਾ ਆ। ਦਰਸ਼ਨ ਸ਼ਾਸਤਰ ਲਿਆ ਮੈਂ ਸ਼ਬਦ ਇੱਕ। ਦਰਸ਼ਨ ਸ਼ਾਸਤਰ ਦੇ ਵਿੱਚ ਅਸੀਂ ਥੋੜੀ ਚੀਜ਼ ਸਾਰਿਆਂ ਤੋਂ ਚੱਕ ਲੈਂਦੇ ਹਾਂ, ਥੋੜੀ। ਰੇਤੇ ਵਿੱਚੋਂ ਵੀ ਸੋਨਾ ਰੇਤੇ ਚੋਂ ਹੀ ਨਿਕਲਦਾ ਆ। ਉਹ ਸਾਰੀਆਂ ਇਕੱਠੀਆਂ ਕਰਕੇ ਫਿਰ ਇੱਕ ਅਸੀਂ ਲੈ ਲੈਂਦੇ ਹਾਂ, ਵਿਆਹ ਗੱਲ ਮੈਨੂੰ ਚੰਗੀ ਲਿਆ, ਬਾਕੀ ਛੱਡ ਦੇਣੀ ਆ, ਉਹਦੇ ਵਿੱਚ 1% ਲੈ ਲੈਣਾ। ਇਹ ਜਿਹੜੀਆਂ ਚੀਜ਼ਾਂ ਲੈ ਕੇ ਫਿਰ ਸਾਡੀ ਉਹਨਾਂ ਪ੍ਰਤੀ ਦ੍ਰਿਸ਼ਟੀ ਬਣਦੀ, ਜਿਹਨੂੰ ਅਸੀਂ ਨਜ਼ਰੀਆ ਕਹਿੰਦੇ ਆ, ਉਹਨੂੰ ਦ੍ਰਿਸ਼ਟੀ ਛੋਟਾ ਜਿਹਾ ਸ਼ਬਦ ਆ। ਫਿਰ ਸਾਡੀ ਵਿਚਾਰਧਾਰਾ ਬਣਦੀ ਆ, ਤੇ ਉਹ ਹੁੰਦੀ ਆ ਫਿਲਾਸਫੀ, ਵਿਚਾਰਧਾਰਾ। ਉਹ ਅਸੀਂ ਜਦੋਂ B.Ed ਕਰਦੇ ਹਾਂ, ਟ੍ਰੇਨਿੰਗ ਲੈਂਦੇ ਹਾਂ, ਉਹਦੇ ਵਿੱਚ ਵਿਚਾਰ, ਇੱਕ ਫਿਲਾਸਫੀ ਦਾ ਅਸੀਂ ਪੇਪਰ ਹੁੰਦਾ ਆ। ਉਹ ਫਿਰ ਅਸੀਂ ਮਨੋਵਿਗਿਆਨ ਸ਼ਬਦ ਆ, ਇੱਕ ਸਾਈਕੋਲੋਜੀ, ਉਹਦੇ ਨਾਲ ਫਿਰ ਦੇਖਦੇ ਆ ਵੀ ਡਾਇਗਨੋਸ ਕਰਦੇ ਆ ਉਹਨੂੰ, ਡਾਇਗਨੋਸ। ਫਿਰ ਉਹਨੂੰ ਡਿਜ਼ੀਜ਼ਸ ਦੇਖਦੇ ਕਿਹੜੀ ਬਿਮਾਰੀ ਆ, ਫਿਰ ਟ੍ਰੀਟਮੈਂਟ ਕਰਦੇ। ਇਹਦਾ 3 ਖਾਨੇ ਹੁੰਦੇ ਆ ਹਾਂ ਪਰਚੀ ਤੇ। ਉਹ ਫਿਰ ਵਿਦਿਆਰਥੀ ਜਿਹੜੇ ਨਹੀਂ ਚੱਲਦੇ, ਕਿਉਂ ਨਹੀਂ ਚੱਲਦੇ, ਇਹ ਗੱਲਾਂ ਮੈਂ ਫਿਰ ਉਹਨਾਂ ਨੂੰ ਲਿਖੀਆਂ ਤੇ ਉਹਨਾਂ ਨਾਲ ਗੱਲਬਾਤ ਕੀਤੀ। ਉਹ ਲੈ ਆ ਮੈਂ ਅਧਿਆਪਕ ਜੀ, ਜਿਹੜੇ ਮੈਂ ਤੁਹਾਨੂੰ ਇੰਨੀਆਂ ਗੱਲਾਂ ਬੇਸ ਬੰਨਿਆ, ਉਹਨਾਂ ਸਾਰਿਆਂ ਦਾ ਇੱਕ ਨਾਮ ਹੈ, ਸਾਹਿਤਕ ਨਾਂ ਲਿਖਿਆ ਵੀ ਉਹ ਨਿਖਰੇ ਤਾਰੇ ਆ ਸਾਰੇ। ਉਹ ਮੈਂ ਤੁਹਾਡੇ ਕੋਲ ਪੇਸ਼ ਕਰਨ ਲੱਗਾ। ਪਹਿਲੇ ਨੰਬਰ ਤੇ ਡਾਕਟਰ ਦਲੀਪ ਕੌਰ ਟਿਵਾਣਾ, ਤੁਸੀਂ ਦੇਖਿਆ ਵੀ ਇਹੋ ਹਮਾਰਾ ਜੀਵਨਾ ਲਿਖਿਆ, ਉਹ ਸੋਚਦੀ ਬੱਸ ਕੰਡਕਟਰ ਜੀ, ਤੇ ਬੜੀ ਵੱਡਾ ਨਾਂ ਹੈ ਉਹਨਾਂ ਦਾ। ਦੂਜੇ ਮੈਡਮ ਇੱਥੇ ਗੁਰਛੰਦ ਰਾਜ ਕੌਰ, ਹਾਂਜੀ, ਗੁਲਸ਼ਨ ਰਾਜ ਕੌਰ, ਹਾਂਜੀ ਹੈਗੇ, ਉਹ CEO ਰਹੇ ਆ। ਦੇਖੋ 6 ਜ਼ਿਲ੍ਹਿਆਂ ਦੇ ਅਫੀਸਰ ਹੈ ਤਾਂ ਡਿਪਟੀ ਡਾਇਰੈਕਟਰ ਆਏ ਆ। ਉਹਨਾਂ ਨੇ ਮੈਨੂੰ ਅੱਜ ਵਧਾਈਆਂ ਦਿੱਤੀਆਂ। ਕਲੇਰ ਸਾਹਿਬ ਮੈਨੂੰ ਕਿਹਾ ਵੀ ਨਹੀਂ, ਕਹਿੰਦੇ ਵੀ ਨਹੀਂ ਤੁਸੀਂ ਸਾਡੇ ਬਰਾਬਰ ਨਹੀਂ ਆ। ਹੁਣ ਉਹਨਾਂ ਦਾ ਵੀ ਨਾਂ ਇਸ ਕਰਕੇ ਮੈਂ ਲੈਣਾ ਵੀ ਜਦੋਂ ਸਾਡੇ SS ਰੇ ਆਏ ਸੀ, ਹੈ ਨਾ, ਉਹ ਸੁਣਦੇ ਹੋਣਗੇ ਹੁਣ ਘਰ ਬੈਠੇ, ਗਵਰਨਰ ਆਇਆ ਸੀ, ਉਹਨਾਂ ਦੇ ਨਾਲ ਉਹਨੇ ਇੰਗਲਿਸ਼ ਬੋਲਣੀ ਸੀ ਜਾਂ ਬੰਗਾਲੀ ਬੋਲਣੀ ਸੀ, ਅਨੁਵਾਦ ਕਰਨ ਲਈ ਚਾਹੀਦਾ ਸੀਗਾ। ਹੁਣ ਉਹਨਾਂ ਦੀ ਮਿਸਜ ਵੀ ਨਾਲ ਰਹਿੰਦੇ ਸੀ। ਹੁਣ ਲੇਡੀ ਦਾ ਹੋਣਾ ਜ਼ਰੂਰੀ ਹੈ। ਫਿਰ ਇਹ ਸਿੱਖਿਆ ਵਿਭਾਗ ਵੱਲੋਂ ਇਹਨਾਂ ਨੂੰ ਪੁਆਇੰਟ ਕੀਤਾ ਵੀ ਗਵਰਨਰ ਨੇ ਜੋ ਬੋਲਣਾ ਪੰਜਾਬੀ। ਤੁਸੀਂ ਦੇਖੋ ਇੱਕ ਸਿੱਖਿਆ ਵਿਭਾਗ ਵਾਸਤੇ ਮਾਣ ਵਾਲੀ ਗੱਲ ਹੋ ਗਈ ਇਹਨਾਂ ਦੀ, ਹੈ ਨਾ, ਇਹ ਬੜੀ ਵੱਡੀ ਗੱਲ। ਇੱਕ ਪ੍ਰਿੰਸੀਪਲ ਸੁਜਾਨ ਸਿੰਘ ਹੋਏ ਆ ਜੀ, ਹਾਂਜੀ, ਮੈਂ ਉਹਨਾਂ ਨੂੰ ਆਪਣੇ ਅੰਦਰ ਵਸਾਇਆ ਜੀ, ਵੀ ਉਹ ਜਿੱਦਾਂ ਪੜ੍ਹੇ ਆ, ਜੋ ਉਹਨਾਂ ਨੇ ਲਿਖਿਆ ਮਨੁੱਖ ਦੇ ਨੇੜੇ ਹੋ ਕੇ ਉਹਨੇ ਲਿਖਿਆ। ਤੇ ਉਹਨਾਂ ਨੇ ਗਰਮਕੋਟ ਕਹਾਣੀ ਲਿਖੀ ਆ ਜੀ। ਇਹ ਜਿਹੜਾ 1962 ਵਿੱਚ ਅਧਿਆਪਕ ਦਿਵਸ ਦਾ ਬਣ ਗਿਆ ਕਾਗਜ਼ਾਂ ਵਿੱਚ, ਹਾਂ ਜੀ ਮਨਾ ਲਓ ਜੀ ਮਨਾ ਲਓ, ਪਰ ਅਧਿਆਪਕ ਨੂੰ ਨਹੀਂ ਕਿਸੇ ਨੇ ਪੁੱਛਿਆ। ਅਧਿਆਪਕ ਨੂੰ 90 ਰੁਪਏ ਮਿਲਦੇ ਸੀ, ਜੇ ਕੋਈ ਖਰਾਦ ਦਾ ਕੰਮ ਕਰਦਾ ਉਹਨੂੰ 110 ਮਿਲਦੇ ਸੀ। ਅਧਿਆਪਕ ਕੋਈ ਲੱਗਦਾ ਨਹੀਂ ਸੀ ਹੁੰਦਾ। ਹੁਣ ਉਹਨੇ ਟਿਊਸ਼ਨਾਂ ਪੜ੍ਹਾਉਣੀਆਂ, ਉਹਦੇ ਕੋਲ ਕੋਟ ਤਾਂ ਹੁੰਦਾ ਨਹੀਂ ਸੀਗਾ, ਹੈ ਨਾ। ਅੱਛਾ, ਉਹ ਜਾਂਦਾ ਸੀ ਪੜ੍ਹਾਉਣ। ਤੇ ਇਹ ਕਹਾਣੀ ਰਜਿੰਦਰ ਸਿੰਘ ਬੇਦੀ ਦੀ ਮੈਂ ਦੱਸਦਾ ਹਾਂ। ਇੱਦਾਂ ਹੀ ਗਰਮਕੋਟ ਇਹਨਾਂ ਦੀ ਕਹਾਣੀ ਆ। ਇਹ ਸੁਜਾਨ ਸਿੰਘ ਹੋਰਾਂ ਦੀ ਗੱਲ ਕਰ ਰਹੇ ਹੋ? ਹਾਂਜੀ, ਓਕੇ। ਉਹਨਾਂ ਦੀ ਗਰਮਕੋਟ ਦੀ, ਉਹਨਾਂ ਦਾ ਵੀ ਗਰਮਕੋਟ ਆ। ਇਹ ਰਜਿੰਦਰ ਸਿੰਘ ਬੇਦੀ ਦੀ। ਉਹ ਜਦੋਂ ਬੱਚੇ ਦੇ ਘਰ ਗਏ ਪੜ੍ਹਾਉਣ, ਤੇ ਉਹ ਕਹਿੰਦੇ ਠੰਡ ਬੜੀ ਆ, ਅਮੀਰ ਸੀਗੇ, ਉਹ ਕਹਿੰਦੇ ਚਲੋ ਕੋਟ ਇਹਨਾਂ ਨੂੰ ਆਪਣਾ ਦੇ ਦਿਓ।
ਅੱਛਾ, ਕੋਟ ਦੇ ਦਿੱਤਾ ਘਰਦਿਆਂ ਨੇ ਵੀ ਤੁਸੀਂ ਆਹ ਪਾ ਕੇ ਆ ਜਾਇਆ ਕਰੋ। ਅੱਛਾ ਜੀ। ਫਿਰ ਉਹ ਬੱਚਾ ਕਹਿੰਦਾ ਮੈਂ ਨਹੀਂ ਪੜ੍ਹਨਾ, ਇਹਨਾਂ ਕੋਲ ਕੋਟ ਤਾਂ ਸਾਡਾ ਪਾਇਆ, ਇਹਨਾਂ ਨੇ ਇੰਪ੍ਰੈਸ਼ਨ ਲੈ ਲਿਆ। ਬੱਚਾ 50 ਸਾਲ ਅੱਗੇ ਆ ਤੇ ਉਹ ਫਿਰ ਕਹਿੰਦੇ ਜੀ ਸਾਡਾ ਬੱਚਾ ਤੁਹਾਡੇ ਕੋਲ ਪੜ੍ਹਨਾ ਨਹੀਂ ਚਾਹੁੰਦਾ। ਉਹ ਕਹਿੰਦਾ ਫਿਰ ਚਲੋ ਤੁਸੀਂ ਕੋਟ ਲੈ ਲਓ ਆਪਣਾ। ਨਹੀਂ, ਕਹਿੰਦਾ ਕੋਟ ਤੁਸੀਂ ਰੱਖ ਲਓ। ਇਹ ਕਹਾਣੀ ਜਦੋਂ ਬਾਹਰ ਆਈ ਹੈ ਨਾ, ਕਹਿੰਦੇ ਉਹ ਅਧਿਆਪਕੋਂ ਬੱਚੇ ਪੜ੍ਹਨਗੇ ਕੀ ਜੇ ਹੁਣ ਕੱਪੜੇ ਦੇਣ ਜੋਗੇ ਨਹੀਂ ਪੈਸੇ। ਫਿਰ ਕੋਠਾਰੀ ਕਮਿਸ਼ਨ ਬੈਠਾ ਜੀ 1968 ਵਿੱਚ। ਅੱਛਾ, ਕੋਠਾਰੀ ਕਮਿਸ਼ਨ ਵੀ ਇਹਨਾਂ ਦੀ ਹਾਲਤ ਤਾਂ ਸੁਧਾਰੋ, ਇਹਨਾਂ ਤੋਂ ਕਹਿੰਦੇ ਹੋ ਨੇਸ਼ਨ ਬਿਲਡ ਜਾਂ ਆਪਣੇ ਆਪ ਨੂੰ ਵੀ ਨਹੀਂ ਬਿਲਡ ਕਰ ਸਕੇ। ਬਿਲਕੁਲ। ਤੇ ਕੱਢ ਦਿੰਦੇ ਆ, ਘਰ ਨੂੰ ਚੱਲ ਜਾਂਦੇ, ਵਿਆਹ ਹੋ ਜਾਂਦੇ, ਤਾਂ ਵਿਚਾਰੇ ਫਿਰ ਮਜ਼ਦੂਰੀ ਕਰਨ ਲੱਗ ਪੈਂਦੇ, ਜਿਹੜੇ ਅੱਜ ਵੀ ਮਜ਼ਦੂਰੀ ਕਰਦੇ ਆ, ਕਈ ਨਹੀਂ ਰੱਖਦੇ। ਉਹ ਫਿਰ ਮਤਲਬ ਅਧਿਆਪਕਾਂ ਦੀਆਂ ਤਨਖਾਹਾਂ ਜਿਹੜੀਆਂ ਸੀ ਦੁੱਗਣੀਆਂ ਹੋ ਗਈਆਂ। ਅੱਛਾ, ਹਾਂਜੀ। ਉਸ ਤੋਂ ਬਾਅਦ ਫਿਰ ਹਾਂਜੀ, ਤੇ ਪ੍ਰਿੰਸੀਪਲ ਸਜਾਨ ਸਿੰਘ ਨੇ ਵੀ ਕਹਾਣੀ ਲਿਖੀ ਕਰਮਕੋਟ। ਹੁਣ ਅਧਿਆਪਕ ਲੱਗ ਜਾਂਦਾ ਆ ਤੇ 127.5 ਰੁਪਏ ਤਨਖਾਹ ਆ, 30 ਰੁਪਏ ਬਚੇ ਤਾਂ ਸਰਦੀਆਂ ਆ ਗਈਆਂ। ਹੁਣ ਉਹਦੀ ਮੈਸੇਜ ਕਹਿੰਦੀ ਆ ਵੀ ਤੁਸੀਂ ਕੋਟ ਲੈ ਲਓ। ਅੱਛਾ ਜੀ। ਉਹ ਕਹਿੰਦਾ ਨਹੀਂ ਰਜਾਈ ਲੈ ਲੈਣੇ, ਵੀ ਸਾਰਾ ਪਰਿਵਾਰ ਬੈਠਿਆਂ ਕਰਾਂਗੇ ਨਾ, ਵੀ ਇਹ ਥੋੜਾ। ਉਹ ਕਹਿੰਦੀ ਤੁਸੀਂ ਪੜਾਉਣ ਜਾਣਾ, ਆਪਾਂ ਰਾਤ ਨੂੰ ਕਿਹੜੀ ਗੱਲ ਆ ਨਾ, ਜੀ ਵੀ ਆਪਾਂ ਰਾਤ ਨੂੰ ਕੱਢ ਲਿਆ ਕਰਾਂਗੇ ਬਾਤਾਂ ਬੂਤਾਂ ਮਾਰ। ਉਦੋਂ ਉਹਨਾਂ ਦੀ ਜਿੱਦ ਹੋ ਜਾਂਦੀ, ਫਿਰ ਉਹ 30 ਰੁਪਏ ਲੈ ਕੇ ਕੋਟ ਲੈ। ਹੁਣ 30 ਦਾ ਕੋਟ ਕਿਹੜਾ ਦੇਵੇ ਜੀ? ਉਹਨਾਂ ਨੇ ਕੋਟ ਤਾਂ ਲੈ ਲਿਆ ਦੋਸਤ ਨੂੰ ਨਾਲ ਲੈ ਕੇ। ਦੇਖੋ ਕਿੰਨੀ ਤਰਾਸਦੀ ਆ। ਉਹ ਕਹਿੰਦਾ ਅਸਲ 'ਚ ਮੈਂ ਪਾਉਣਾ ਨਹੀਂ, ਵੀ ਮੇਰੀ ਮੈਸੇਜ ਨਹੀਂ ਹਟਦੀ, ਵੀ ਮੈਂ ਉਹਦੇ ਕਰਕੇ। ਫਿਰ ਕਹਿੰਦਾ ਤੂੰ ਲਿਆ ਕੇ। ਕਹਿੰਦਾ ਲੋਕ ਵੀ ਨਹੀਂ ਹਟਦੇ, ਮੈਂ ਬਾਂਹ ਤੇ ਰੱਖ ਲਿਆ ਕਰਨਾ, ਵੀ ਲੋਕ ਤਾਂ ਕਹਿਣਗੇ ਇਹਦੇ ਕੋਲ ਕੋਟ ਆ, ਹੈਗਾ ਤਾਂ ਹੈ। ਕਹਿੰਦਾ ਮੈਂ ਇਹ ਜਿਹੜੇ ਸਰਮਾਏਦਾਰ ਦੇਸ਼ ਆ ਸਾਨੂੰ ਪੁਰਾਣੇ ਕੋਟ ਵੇਚਦੇ ਆ, ਮੈਂ ਕਿਉਂ ਗੁਲਾਮੀ ਕੱਟਾਂ? ਮੈਂ ਤਾਂ ਅਧਿਆਪਕ ਆ, ਮੈਂ ਤਾਂ ਵੀ ਨਹੀਂ ਪਾਉਣਾ, ਮੈਂ ਕਿਉਂ ਪਾਵਾਂ? ਪਰ ਲਿਆ ਤਾਂ ਆ ਵੀ ਲੋਕ ਕਹਿਣਗੇ ਇਹਦੇ ਕੋਲ ਕੋਟ ਹੈ। ਇਹ ਵੀ ਇੱਕ ਗੱਲ ਜਿਹੜੀ ਸੀ, ਇਹ ਗਰਮ ਕੋਟ ਕਰਕੇ ਦੋ ਕਹਾਣੀਆਂ ਮੈਂ ਤੁਹਾਨੂੰ ਦੱਸੀਆਂ। ਕਹਾਣੀ ਬੜੀ ਮਸ਼ਹੂਰ ਹੋਈ ਇਹਨਾਂ ਦੀ ਹੋਈ ਸੀ ਗਰਮ ਕੋਟ। ਬਿਲਕੁਲ ਬਿਲਕੁਲ। ਅੱਛਾ, ਇਹ ਅੱਗੇ ਤੋਂ ਬਾਅਦ ਨਾਵਲਕਾਰ ਗੁਰਦਿਆਲ ਸਿੰਘ ਹੋਇਆ ਜੀ, ਮੜੀ ਦਾ ਦੀਵਾ ਲਿਖਿਆ। ਹਾਂਜੀ ਹਾਂਜੀ। ਉਹ JVT ਹੁੰਦੇ ਸੀ, ਮੈਂ ਗਿਆਨੀ OT ਸੀ, ਉਹ JVT ਸੀ। ਉਹ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗ ਗਿਆ, ਦੇਖ ਲਾ, ਪੜ੍ਹਾਉਂਦੇ ਰਹੇ, ਪੜ੍ਹਦੇ ਰਹੇ। ਉਹ ਮੈਂ ਗੱਲਬਾਤ ਉਹਨਾਂ ਨਾਲ ਕਰਦਾ ਹੁੰਦਾ ਸੀ। ਫਿਰ ਪ੍ਰੋਫੈਸਰ ਮੋਹਨ ਸਿੰਘ ਹੋਇਆ ਜੀ, ਕਿੰਨੀਆਂ ਕਵਿਤਾਵਾਂ ਲਿਖੀਆਂ ਉਹਨਾਂ ਨੇ। ਤੇ ਉਹ ਮਤਲਬ ਉਹਨਾਂ ਨੇ ਫਾਰਸੀ ਦੀ MA ਸੀਗੇ। ਉਲਫਤ ਬਾਜਵਾ ਜੀ ਹੋਏ ਆ, ਪੰਜਾਬੀ ਦੀ MA ਸੀ। ਗਜ਼ਲ ਵਿੱਚ ਉਹਨਾਂ ਦਾ ਨਾਂ ਆ, ਕਿਸੇ ਨੇ ਬਣ ਜਾਣਾ ਉਲਫਤ ਬਾਜਵਾ, ਕਿਸੇ ਨੇ ਨਹੀਂ ਬਣਨਾ। ਡਾਕਟਰ ਦਰਸ਼ਨ ਗਿੱਲ ਹੋਇਆ ਜੀ, ਇੱਥੇ ਸਾਹਿਤਨਾਮਾ ਪ੍ਰੋਗਰਾਮ ਕਰਦੇ ਹੁੰਦੇ ਸੀ। ਤੇ ਉਹਨਾਂ ਨੇ ਰੂਸੀ ਭਾਸ਼ਾ ਸਿੱਖ ਕੇ ਜਮੀਲਾ ਨਾਵਲ ਲਿਖਿਆ ਜੀ, ਪੰਜਾਬੀ 'ਚ ਅਨੁਵਾਦ ਕੀਤਾ, ਰੂਸੀ ਭਾਸ਼ਾ ਦਾ ਪੰਜਾਬੀ 'ਚ ਅਨੁਵਾਦ ਕੀਤਾ। ਤੇ ਸਦਾ ਹੀ ਇੱਥੇ ਰਹੇ। ਇੰਗਲਿਸ਼ ਦੀ MA ਸੀ, PhD ਸੀ, ਬਹੁਤ ਵੱਡਾ ਨਾ। ਜਦੋਂ ਉਹਨਾਂ ਦੀ ਡੈਥ ਹੋ ਗਈ ਤਾਂ ਰੇਡੀਓ ਇੰਡੀਆ ਨੇ ਮੈਨੂੰ ਫੋਨ ਕੀਤਾ ਜੀ, ਤੁਸੀਂ ਇਹਨਾਂ ਦਾ ਪ੍ਰੋਗਰਾਮ ਲਵੋ, ਤੁਸੀਂ ਇਹ ਦੇਖ ਲਓ। ਬਰਾੜ ਸਾਹਿਬ ਮੈਨੂੰ ਉੱਥੇ ਲੈ ਕੇ ਜਾਂਦੇ ਹੁੰਦੇ ਜਿੱਦਾਂ ਤੁਸੀਂ ਮੈਨੂੰ ਲੈ ਗਏ। ਉਹਨਾਂ ਨੇ ਕਿਹਾ ਤੁਸੀਂ ਆ ਕੇ ਕਲੇਰ ਸਾਹਿਬ ਲਵੋ ਵੀ ਇਹ ਪ੍ਰੋਗਰਾਮ, ਕਿਉਂਕਿ ਮੈਂ 9 ਵਿਧਾ ਪੜ੍ਹਾਉਂਦਾ ਸੀਗਾ। ਜਿਹੜੀ ਸਾਹਿਤ ਹੈ ਉਹ 9 ਵਿਧਾ ਵਿੱਚ ਪੜਾਇਆ ਜਾਂਦਾ। ਇਹ ਮੈਂ ਉਹਨਾਂ ਦਾ ਨਾਮ ਵੀ ਲਿਆ, ਡਾਕਟਰ ਦਰਸ਼ਨ। ਨਦੀਮ ਪਰਮਾਰ ਆ ਜੀ ਅੱਜ ਕੱਲ੍ਹ ਬੈਠੇ, ਮੈਂ ਉਹਨਾਂ ਤੋਂ ਬਹੁਤ ਕੁਝ ਪੁੱਛਦਾ ਹਾਂ। ਜਿੰਨੇ ਵੀ ਉਰਦੂ, ਪੰਜਾਬੀ, ਫਾਰਸੀ ਦੇ ਜਿਹੜੇ ਸ਼ਬਦ ਆ, ਮੈਂ ਪੁੱਛਦਾ ਵੀ ਇਹਨੂੰ ਮੈਂ ਕਿਹੜਾ ਸ਼ਬਦ ਮੰਨਾਂ ਹੁਣ, ਤੇ ਉਹ ਫਿਰ ਮੈਨੂੰ ਦੱਸ ਦਿੰਦੇ। ਉਹਨਾਂ ਨੇ ਗਜ਼ਲ ਮੈਗਜ਼ੀਨ ਚਲਾਇਆ ਸੀ ਤੇ 8 ਨਾਵਲ ਲਿਖਿਆ। ਮੈਂ 2 ਨਾਵਲ ਲਿਖਿਆ ਜੀ। ਮੇਰੇ ਉਹ ਵੀ ਅਧਿਆਪਕ ਸੀ? ਹਾਂਜੀ, ਉਹ BSc ਸੀ। ਅਰਜਿੰਦਰ ਸਿੰਘ ਪੰਧੇਰ ਜਿਹੜੇ ਬੋਲ ਕੇ ਗਏ, ਵੀ ਮੈਂ ਅਧਿਆਪਕਾਂ ਦਾ ਹੀ ਨਾਂ ਲੈਣਾ। ਇਹ BSc, ਇਹ ਦੁਆਬਾ ਕਾਲਜ ਤੇ ਉਰਦੂ ਸੈਕਸ਼ਨ ਦੇ ਐਡੀਟਰ ਵੀ ਰਹੇ ਆ ਨਦੀਮ ਪਰਮਾਰ ਜੀ। ਤੇ ਮੈਂ ਕਿਹਾ ਵੀ ਨਦੀਮ ਦਾ ਮਤਲਬ ਕੀ? ਕਹਿੰਦਾ ਸੱਜਣ। ਨਦੀਮ ਉਰਦੂ ਦਾ ਸ਼ਬਦ ਹੈ। ਮੈਂ ਫਿਰ ਗਾਂ ਤੇ ਗਾਂ ਪੁੱਛਿਆ ਨਾ ਇਹਦਾ ਮਤਲਬ। ਮੈਂ ਕਿਹਾ ਫਿਰ ਸੱਜਣ ਦਾ ਦੋਸਤ? ਕਹਿੰਦਾ ਦੋਸਤ ਜਿਹੜਾ ਹੁੰਦਾ ਉਹਦੀ ਲਿਮਿਟ ਹੁੰਦੀ ਆ, ਪਰ ਸੱਜਣ ਦੀ ਕੋਈ ਲਿਮਿਟ ਨਹੀਂ ਹੁੰਦੀ। ਉਹ ਕੋਈ ਨਹੀਂ ਹੁੰਦਾ ਸੱਜਣ। ਇਸ ਕਰਕੇ 2 ਅਲੱਗ-ਅਲੱਗ ਲਫ਼ਜ਼। ਹਾਂ ਬਿਲਕੁਲ। ਇਹ ਫਿਰ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਆ ਜੀ, ਦੇਖ ਲਓ, BSc ਸੀਗੇ, ਪੰਜਾਬੀ ਦੇ ਉਹ ਪ੍ਰੋਫੈਸਰ ਲੱਗੇ ਰਹੇ ਆ। ਇੱਥੇ ਵੀ ਆ ਕੇ ਉਹ ਸੰਪਾਦਕ ਆ ਪੰਜਾਬੀ ਟ੍ਰਿਬਿਊਨ ਦੇ, ਉਹਨਾਂ ਦਾ ਵੀ ਨਾਂ ਹੈਗਾ। ਮਨਮੋਹਨ ਸਿੰਘ ਸਮਰਾ ਆ ਜੀ। ਰੇਡ FM ਤੋਂ ਮੇਰਾ ਪ੍ਰੋਗਰਾਮ ਆਪਾਂ ਪਿੱਛੇ ਜਿਹਾ ਕੀਤਾ ਸੀਗਾ, ਪੰਜਾਬੀ ਬੋਲੀ ਦਾ ਮਨੁੱਖੀ ਜੀਵਨ ਵਿੱਚ ਕੀ ਆ। ਉਹ ਸੁਣ ਕੇ ਇੱਥੋਂ ਫੋਨ ਲੈ ਲਿਆ, ਕਹਿੰਦੇ ਇਹੀ ਪ੍ਰੋਗਰਾਮ ਸਾਡੇ ਕਰੋ ਜੀ। ਅੱਛਾ। ਉਹ ਵੀ ਅਧਿਆਪਕ ਸੀਗੇ ਇੱਥੇ ਵੀ, ਪਰ ਪੰਜਾਬ ਵਿੱਚ ਵੀ ਪੰਜਾਬੀ ਦੀ MA ਆ। ਤੇ ਇਹ ਰਜਿੰਦਰ ਸਿੰਘ ਪੰਧੇਰ ਦੀ ਆਪਾਂ ਗੱਲ ਕਰਦੇ, ਅਸੀਂ ਦੋਨੇ ਕਾਲਮ ਲਿਖਦੇ। ਇਹ ਵੀ BSc ਹੁੰਦੇ ਸੀਗੇ। ਤੇ ਇਹ ਵੀ ਹੈਗੇ ਡਾਕਟਰ ਰਘਵੀਰ ਸਿੰਘ ਸਿਰਜਣਾ ਜੀ, ਸਿਰਜਣਾ ਮੈਗਜ਼ੀਨ ਚਲਾਉਂਦੇ ਸੀ। ਤੁਸੀਂ ਕਦੋਂ ਤੇ ਚਲਾਉਂਦੇ ਹੋਣਗੇ, ਤੇ ਉਹਨਾਂ ਦਾ ਵੀ ਨਾਂ ਲੈਣਾ। ਮੈਡਮ ਗੁਲਸ਼ਨ ਰਾਜਕੌਰ ਦਾ ਆਪਾਂ ਗੱਲ ਕਰ ਹਟੇ ਆ। ਫਿਰ ਹੈਡਮਾਸਟਰ ਪ੍ਰੀਤਮ ਸਿੰਘ ਭਾਟੀਆ ਹੁੰਦੇ ਸੀਗੇ ਜੀ, ਉਹ ਮੇਰੇ ਹੈਡਮਾਸਟਰ ਸੀ। ਉਹਨਾਂ ਨੇ ਮੇਰੀ ਕਦਰ ਕੀਤੀ ਆ। ਜਦੋਂ ਮੈਂ ਪੰਜਾਬੀ ਟੀਚਰ ਉੱਥੇ ਸੀਗਾ, ਮੇਰੇ ਕਰਕੇ ਰਿਜ਼ਲਟ ਜਦੋਂ ਬਣਿਆ ਤੇ ਛੁੱਟੀ ਸਾਰਿਆਂ ਨੇ ਜ਼ੋਰ ਲਾਇਆ ਵੀ 1 ਕਰ ਦਿਓ। ਮੈਂ ਕਿਹਾ ਜੀ ਜੇ ਤੁਸੀਂ 1 ਕਰਨੀ ਆ ਤਾਂ ਫਿਰ ਤੁਸੀਂ ਕਾਹਦੇ ਕਰਕੇ ਕੌਣ ਲੱਗੇ? ਕਹਿੰਦਾ ਪੰਜਾਬੀ ਦਾ ਐਤਕੀ ਰਿਜ਼ਲਟ ਆ। ਮੈਂ ਕਿਹਾ ਮੇਰੀ ਤਾਂ ਫਿਰ ਤੁਸੀਂ ਮੰਨਦੇ ਹੀ ਨਹੀਂਗੇ। ਪੰਜਾਬੀ ਦਾ ਰਿਜ਼ਲਟ ਵਧੀਆ ਹੋਵੇ, ਸਕੂਲ ਦਾ ਰਿਜ਼ਲਟ ਵਧੀਆ ਹੋਵੇ, ਕਿਉਂਕਿ ਪੰਜਾਬੀ ਲਾਜ਼ਮੀ ਸੀਗੀ। ਫਿਰ ਕਹਿੰਦਾ ਤੁਸੀਂ ਕੀ ਚਾਹੁੰਦੇ? ਮੈਂ ਕਿਹਾ 2 ਕਰ ਦਿਓ। ਕਹਿੰਦਾ ਚੱਲ 2 ਹੀ ਹੋ ਗਈਆਂ। ਕਹਿੰਦਾ ਮੈਂ ਕਦਰ ਕਰਨਾ ਤੇਰੀ, ਵੀ ਤੂੰ ਮੇਰੀ ਗੱਲ ਮਨਾ ਹੀ ਆ।
ਇਹ ਇੱਕ ਹਰਵਿੰਦਰ ਸਿੰਘ ਹੋਇਆ ਜੀ, ਉਹ ਹੈਡਮਾਸਟਰ ਹੁੰਦੇ ਸੀਗੇ। ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਅੱਜ DPI ਸਾਹਿਬ ਨੇ ਆਉਣਾ ਆ। ਮੈਂ ਨਵਾਂ ਗਿਆ ਸੀਗਾ ਉੱਥੇ ਗਵਰਨਮੈਂਟ ਹਾਈ ਸਕੂਲ ਮਾਧੋਪੁਰ, ਮੈਂ ਨਵਾਂ ਗਿਆ। ਉਹ ਕਹਿੰਦੇ ਜੀ ਵੀ ਤੁਸੀਂ ਸਟੇਜ ਸੈਕਟਰੀ ਬਣਨਾ, ਸੰਚਾਲਨ ਤੁਸੀਂ ਕਰਨਾ। ਮੈਂ ਕਿਹਾ ਮੈਂ ਬਣ ਜਾਣਾ। ਜਦੋਂ ਮੈਂ ਸ਼ਬਦ ਬੋਲ ਕੇ ਹਟਿਆ, ਮੇਰੀ ਵੇਗ ਦੇਖੀ ਤਾਂ ਉਹ ਪ੍ਰੋਗਰਾਮ ਜਿਹੜਾ ਸੀ ਆਲ ਇੰਡੀਆ ਰੇਡੀਓ ਨੇ ਕਵਰੇਜ ਕਰਨਾ ਸੀਗਾ। ਉਹ ਚੈਨ ਸਿੰਘ ਚਿੱਟੀ ਸੀ ਉੱਥੇ ਜੀ, ਜਿਹੜਾ ਸੀਗਾ ਪ੍ਰੋਡਿਊਸਰ। ਜਦੋਂ ਮੈਂ ਬੈਠਾ, ਕਹਿੰਦਾ ਤੁਹਾਡੀ ਆਵਾਜ਼ ਸਭ ਤੋਂ ਪਹਿਲਾਂ ਕੱਲ੍ਹ ਨੂੰ ਆਊਗੀ। ਮੈਂ ਕਿਹਾ ਪ੍ਰੋਗਰਾਮ ਕਹਿੰਦਾ ਸਮਾਚਾਰ ਦਰਸ਼ਨ ਹੋਊਗਾ, ਨਾ ਪਹਿਲਾਂ ਤੁਹਾਡਾ ਆਊਗਾ। ਉਹ ਫਿਰ ਮੈਨੂੰ ਰੇਡੀਓ ਸਕੂਲ ਪ੍ਰਸਾਰਣ ਵਿੱਚ ਲੈ ਕੇ ਗਿਆ ਜੀ 15 ਸਾਲ। ਤੇ ਉਹ ਹੈਡਮਾਸਟਰ ਦਾ ਨਾਂ ਵੀ ਲੈਣਾ ਬਹੁਤ ਜ਼ਰੂਰੀ ਹੈ ਜੀ। ਉਸ ਤੋਂ ਬਾਅਦ ਜੀ ਫਿਰ ਹੈਗੇ ਆ ਸੰਤਰਾਮ ਉਦਾਸੀ ਹੋਇਆ, JVT ਟੀਚਰ ਸੀ ਜੀ। ਦੇਖੋ ਕਿੱਡੀ ਦੂਰ ਤੱਕ ਉਹ ਆਪਣੀ ਕਵੀ ਦੇ ਕਰਕੇ ਕਿੰਨਾ ਨਾ ਇੱਕ ਲੋਕ ਕਵੀ ਬਣ ਗਿਆ। ਪ੍ਰੋਫੈਸਰ ਨਰਿੰਜਨ ਤਸਨੀਮ ਹੋਇਆ ਜੀ, ਹਾਂ ਬਿਲਕੁਲ। ਉਹਨਾਂ ਦਾ ਨਾਂ ਇੰਨਾ ਹੈ ਜਿਵੇਂ 10 ਨਾਵਲ ਮੇਰੇ ਟਿਪਸ ਤੇ ਆ। ਤੇ ਮੇਰੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਨਾਵਲ ਮੇਰੇ ਪੜ੍ਹੇ ਆ ਤੇ ਤੁਸੀਂ ਇਹ ਨਾਵਲ ਜਿਹੜੇ ਆ ਨਾਵਲ ਹੀ ਲਿਖਣੇ ਆ। ਤੇ ਇੱਕ ਉਹਨਾਂ ਨੇ ਮੇਰੇ ਨਾਵਲਾਂ ਤੇ ਨੋਟ ਲਿਖਿਆ, ਇੱਕ ਨਦੀਮ ਪਰਮਾਰ ਨੇ ਲਿਖਿਆ, ਹੋਰ ਨਹੀਂ ਮਤਲਬ ਵੀ ਇਹ ਨਾਵਲ ਹੈ ਕਿੱਦਾਂ ਦਾ। ਇਹ ਪਹਿਲੀ ਕਿਸਮ ਦਾ ਨਾਵਲ ਉਹਨਾਂ ਨੇ ਕਹਿ ਕੇ ਲਿਖਾਇਆ। ਤੇ ਇਹ ਫਿਰ ਗੁਰਦਿਆਲ ਸਿੰਘ ਇੱਕ ਰੋਸ਼ਨ ਹੋਇਆ, ਗਜ਼ਲ ਲਿਖਦੇ ਆ, ਡਰਾਇੰਗ ਟੀਚਰ ਸੀ। ਇਹ ਉਲਫਤ ਬਾਜਵਾ ਤੇ ਗੁਰਦਿਆਲ ਰੋਸ਼ਨ ਦੋਨੇ ਪਗਬਟ ਯਾਰ ਭਰਾ ਆ ਜੀ। ਇੱਕ ਲੈਕਚਰਰ ਜਸਵੀਰ ਸਿੰਘ ਸੰਧੂ ਹੋਇਆ ਜੀ ਜਮਸ਼ੇਰ ਤੋਂ, ਉਹ ਹੁਣ ਵੀ ਮਤਲਬ ਪੜ੍ਹਦੇ ਆ, ਹੁਣ ਵੀ ਸਾਰਾ ਕੁਝ ਕਰਦੇ ਆ। ਨੈਸ਼ਨਲ ਅਵਾਰਡ ਅੱਜ ਦੇ ਦਿਨ ਉਹਨਾਂ ਨੂੰ ਮਿਲਿਆ, ਅਵਾਰਡ ਵੀ ਮਿਲਦੇ ਹੁੰਦੇ ਸੀ। ਇੱਕ ਹਰਮੇਸ਼ ਲਾਲ ਲਿਆ ਜੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜਿੱਥੋਂ ਮੈਂ ਜੀ ਵੀ ਮੈਟਰ ਕੀਤੀ ਉੱਥੇ ਆ। ਉਹ ਇੰਟਰਨੈਸ਼ਨਲ ਟਗ ਆਫ ਵਾਰ ਦੇ ਆ, ਰੱਸਾ ਕਸ਼ੀ ਦੇ ਇੰਟਰਨੈਸ਼ਨਲ ਕੋਚ ਆ। ਇਹ ਤੁਸੀਂ ਦੇਖ ਲਓ, DPI ਸਟੇਟ ਅਵਾਰਡ ਉਹਨਾਂ ਨੂੰ ਮਿਲਿਆ। ਇੱਕ ਪ੍ਰੋਫੈਸਰ ਭੀਮਿੰਦਰ ਸਿੰਘ ਆ ਜੀ, ਉਹ ਤੁਸੀਂ ਦੇਖ ਲਓ, ਉਹਨਾਂ ਦੀ ਜੇ ਪ੍ਰਿੰਸੀਪਲ ਸੁਜਾਨ ਸਿੰਘ ਦੇ 8 ਕਹਾਣੀ ਸੰਗ੍ਰਹਿ ਪੜ੍ਹਨੇ ਆ, ਨਹੀਂ ਪੜ੍ਹਨੇ ਤਾਂ ਇਹਨਾਂ ਦਾ ਪੇਪਰ ਪੜ੍ਹ ਲਓ। ਇੱਕ ਸਾਰਿਆਂ ਨੂੰ ਕਵਰ ਕੀਤਾ। ਮੈਂ ਇਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਵੀ ਤੁਸੀਂ ਕਮਾ ਲਿਆ ਵੀ ਇੰਨਾ ਕੁਛ ਤੁਸੀਂ 200 ਕਹਾਣੀਆਂ ਦਾ ਇੱਕ ਲੇਖ ਵਿੱਚ ਹੀ ਦੇ ਦਿੱਤਾ। ਇਹਨਾਂ ਨੂੰ ਬਹੁਤ ਉਹਨਾਂ ਪ੍ਰਤੀ ਆ, ਮੈਂ ਉਹਨਾਂ ਦਾ ਵੀ ਨਾਂ ਲੈਣਾ। ਇੱਕ ਡਾਕਟਰ ਦਰਸ਼ਨ ਆਸ਼ਟ ਹੋਇਆ, ਦਰਸ਼ਨ ਸਿੰਘ, ਬਾਲ ਸਾਹਿਤ ਉਹਨਾਂ ਦਾ ਨਾਂ ਆ, ਬਾਲ ਸਾਹਿਤ ਵਿੱਚ ਹੀ ਰਹੇ ਆ ਤੇ ਹੁਣ ਵੀ ਪੜ੍ਹਦੇ ਆ, ਪੜ੍ਹਾਉਂਦੇ ਆ। ਤੇ ਉਹ ਹੁਣ ਡਾਇਰੈਕਟਰੀ ਬਣਾ ਰਹੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ। ਉਹ ਹੁਣ ਬਾਲ ਸਾਹਿਤ ਲੇਖਕ ਕੋਸ਼ ਦੀ ਡਾਇਰੈਕਟਰੀ ਬਣਾਉਂਦੀ, ਹੁਣ ਵੀ ਦੇਖ ਲਓ ਕੰਮ ਕਰਦੇ। ਉਹਨਾਂ ਦਾ ਵੀ ਜ਼ਿਕਰ ਕਰਨਾ। ਇੱਕ ਰੂਪ ਲਾਲ ਰੂਪ DO ਸਾਹਿਬ ਹੋਏ ਆ, ਉਹ ਲਿਖਦੇ ਵੀ ਸੀਗੇ। ਉਹਨਾਂ ਦਾ ਇੰਨਾ ਸੀਗਾ ਵੀ ਤਜਰਬਾ ਵੀ ਉਹ ਕਦੇ ਵੀ ਸਕੂਲ ਵਿੱਚ ਹੈਡਮਾਸਟਰ ਨਹੀਂ ਸੀ ਹੁੰਦੇ। ਜਦੋਂ DO ਸਾਹਿਬ ਲੱਗ ਗਿਆ ਤਾਂ ਕਦੇ ਵੀ ਜ਼ਿਲ੍ਹਾ ਸਿੱਖਿਆ ਅਫਸਰ ਨਹੀਂ ਸੀ ਬਣੇ। ਉਹ ਕਹਿੰਦਾ ਵੀ ਤੁਸੀਂ ਮੈਨੂੰ ਕੰਮ ਇੱਥੇ ਰੱਖ ਦਿਆ ਕਰੋ, ਮੈਨੂੰ ਉੱਦਾਂ ਮੈਂ ਇਸ ਕੁਰਸੀ ਤੇ ਬਹਿ ਜਾਣਾ ਹੈ। ਉਹ ਮੈਂ ਜੀਵਨ ਜਮਾ ਸਿਧਾਂਤ ਮੈਂ ਗੱਲ ਕੀਤੀ ਸੀ, ਮੈਂ ਉਹ ਪਰਖੇ ਆ। ਫਿਰ ਹਰਮੀਤ ਸਿੰਘ ਅਟਵਾਲ ਹੋਇਆ ਜੀ ਇੱਕ, ਹੁਣ ਵੀ ਧੰਨ ਲਿਖਾਰੀ ਨਾਨਕਾ ਲਿਖਦੇ ਆ। 20 ਸਾਲ ਹੋ ਗਏ ਲਿਖਦੇ ਹਨ। ਉਹਨੇ ਇੱਕ ਕਾਲਮ ਲਿਖਦੇ ਆ, ਪੜ੍ਹਦੇ ਤਾਂ ਲਿਖਦੇ ਆ ਨਾ, ਅਗਲੇ ਪੜ੍ਹਾਉਂਦੇ ਵੀ, ਲੈਕਚਰਾਰ ਲੱਗੇ ਆ। ਇੱਕ ਸਤਪਾਲ ਸਾਲ ਹੋਇਆ ਕਿ JVT ਟੀਚਰ ਆ ਜੀ ਸਿਰਫ। ਅਦਬੀ ਮਹਿਕ ਜਿਹੜਾ ਉਹ ਮੈਗਜ਼ੀਨ ਕੱਢਦੇ ਨਿਰੰਤਰ ਵੇਲਾ, 30 ਸਾਲ ਹੋ ਗਿਆ ਕਰਦੇ ਨੂੰ। ਤੇ ਹਰਭਜਨ ਸਿੰਘ ਹੁੰਦਲ ਹੋਇਆ, ਉਹਨਾਂ ਨੇ ਚਿਰਾਗ ਮੈਗਜ਼ੀਨ ਕੱਢਿਆ, ਕਵੀ ਵੀ ਹੋਇਆ, ਬਹੁਤ ਵਧੀਆ। ਅੜਬ ਸੁਭਾਅ ਦੇ ਸੀ, ਉਹ ਗੱਲ ਮਨਾ ਲੈਂਦੇ ਹੁੰਦੇ ਸੀ। ਉਹ ਕਹਿੰਦਾ 2 ਲਾਈਨਾਂ ਲਿਖੀਆਂ, ਮੈਨੂੰ ਜੇਲ੍ਹ 'ਚ ਭੇਜ ਦਿੱਤਾ, ਅੰਦਰ ਬੈਠ ਕੇ ਕਿਤਾਬ ਲਿਖੀ, ਕਿਸੇ ਨੇ ਵੀ ਨਹੀਂ ਪੁੱਛਿਆ। 2 ਲਾਈਨਾਂ ਤੇ ਜੇਲ੍ਹ ਹੋ ਗਈ ਉਹਨਾਂ ਨੂੰ। ਉਸ ਤੋਂ ਬਾਅਦ ਜੀ ਇੱਕ ਡਾਕਟਰ ਕੱਲਰ ਮਾਜਰੀ, ਉਹ ਗੁਰਮੀਤ ਕੱਲਰ ਮਾਜਰੀ, ਉਹਨਾਂ ਨੇ ਹਾਸ਼ੀਆ ਮੈਗਜ਼ੀਨ ਦੇਖ ਲਓ ਕਰਤਾ। ਜਦੋਂ ਬੰਦਾ ਪੜ੍ਹਨ ਲੱਗ ਪੈਂਦਾ, ਉਹ ਕਹਿੰਦਾ ਮੈਂ ਹੁਣ ਕੀ ਕਰਨਾ, ਮੈਗਜ਼ੀਨ ਕੱਢ ਦਿੱਤਾ। ਪਹਿਲਾਂ PhD ਕੀਤੀ, ਪ੍ਰਿੰਸੀਪਲ ਰਹੇ। ਉਸ ਤੋਂ ਬਾਅਦ ਇਹ ਸਾਰੇ ਜਿਹੜੇ ਮੇਰੇ ਇੱਕ ਪ੍ਰੋਫੈਸਰ ਦਵਿੰਦਰ ਸਿੰਘ ਸੁੰਨੜ, ਮੈਂ ਅਖੀਰ ਤੇ ਕਹਿੰਦਾ ਹੁਣ ਵੀ ਇੱਥੇ ਆ, ਅਸੀਂ ਕਾਫੀ ਇਕੱਠੇ ਪੀਦੇ, ਉਹ ਮੈਨੂੰ ਪੜ੍ਹਾਉਂਦੇ ਰਹੇ ਆ। ਇਹ ਮੇਰੇ ਜ਼ਿਕਰਯੋਗ ਸੀ। ਬਾਕੀ ਇਹ ਇੰਨੇ ਜ਼ਿਆਦਾ ਦੇਖੋ ਅਧਿਆਪਕ ਵੀ ਸੀਗੇ ਤੇ ਲੇਖਕ ਵੀ, ਨਾਮੀ ਲੇਖਕ ਵੀ। ਤੇ ਇਹ ਫਿਰ ਮੇਰਾ ਖਿਆਲ ਹੈ ਵੀ ਤਜਰਬਾ ਹੀ ਆ ਇੱਕ ਕਿਸਮ ਦਾ, ਵੀ ਇੰਨੇ ਬੱਚਿਆਂ ਨੂੰ ਮਿਲਣਾ ਜਾਂ ਅੱਗੋਂ ਤੋਂ ਅੱਗੋਂ ਹਨਾ ਕੁਛ ਨਾ ਕੁਛ ਲਿਖਦੇ ਰਹਿਣਾ। ਆਪਣੀ ਵਾਪਸੀ ਹੈ ਜੀ ਇੱਕ ਵਾਰੀ ਫੇਰ। ਤੇ ਅਧਿਆਪਕਾਂ ਦੇ ਫਰਜ਼ ਨੇ ਜਿਹੜੇ, ਉਹ ਆਪਾਂ ਉਹਨਾਂ ਤੇ ਗੱਲ ਕਰਦੇ ਹਾਂ। ਪਰ ਇੱਕ ਕਾਲਰ ਜਿਨ੍ਹਾਂ ਨੇ ਬਹੁਤ ਦੇਰ ਦਾ ਹੋਲਡ ਕੀਤਾ ਹੋਇਆ, ਕੁਲਵਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਮੈਂ ਤੁਹਾਨੂੰ ਪਹਿਲਾਂ ਤਾਂ ਟੀਚਰ ਡੇ ਦੇ ਉੱਤੇ ਵਧਾਈ ਦਿੰਦਾ ਜੀ। ਬਾਕੀ ਦੂਸਰੀ ਗੱਲ ਇਹ ਹੈ, ਮੈਂ ਇੱਕ ਐਡ ਕਰਨਾ। ਮੇਰੇ ਪ੍ਰੋਫੈਸਰ ਰਹੇ ਆ ਜੀ, ਜਿਨ੍ਹਾਂ ਦਾ ਮੈਨੂੰ ਸ਼ਾਇਦ ਇਹ ਨਾਂ ਭੁੱਲ ਗਿਆ। ਉਹ ਬੜੇ ਕਾਬਲ ਪ੍ਰੋਫੈਸਰ ਵੀ ਸੀਗੇ ਤੇ ਉਹਨਾਂ ਦਾ ਨਾਂ ਹੈ ਹਰਿੰਦਰ ਸਿੰਘ ਮਹਿਬੂਬ, ਤੇ ਉਹ ਵੀ ਲੇਖਕ ਰਹੇ ਆ। ਉਹਨਾਂ ਦੀ ਕਿਤਾਬ ਵੀ ਮੈਨੂੰ ਲੱਗਦਾ ਵੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸ਼ਾਇਦ ਹੁਣ ਲੱਗੀ ਹੈ ਜਾਂ ਨਹੀਂ, ਪਰ ਉਹ ਰਵਾਈਆਂ ਵੀ ਚੰਗੀਆਂ। ਉਹ ਜਿਹੜੇ ਪ੍ਰੋਫੈਸਰ ਸੀਗੇ, ਪ੍ਰੋਫੈਸਰ ਉਹ ਇੰਗਲਿਸ਼ ਦੇ ਸੀਗੇ, ਤੇ ਪਰ ਉਹਨਾਂ ਦੀਆਂ ਜਿਹੜੀਆਂ ਲਿਖੀਆਂ ਰਵਾਈਆਂ ਤੇ ਉਹ ਬਹੁਤ ਤਗੜੇ ਫਿਲਾਸਫਰ ਸੀ ਜੀ। ਜੀ, ਥੈਂਕ ਯੂ ਸੋ ਮਚ ਕੁਲਵਿੰਦਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ
ਹਾਂ, ਇਹਨਾਂ ਨੇ ਵਧੀਆ, ਦੇਖੋ ਤੁਸੀਂ ਰਹਿ ਨਹੀਂ ਹੁੰਦਾ ਨਾ ਆਪਣੇ ਤੋਂ ਵੀ ਆਪਾਂ ਦੱਸੀਏ। ਉਹਨਾਂ ਨੇ ਝਨਾਹ ਦੀ ਰਾਤ ਇੱਕ ਲਿਖੀ ਸੀ। ਹਾਂਜੀ, ਉਹ ਬਹੁਤ ਮਤਲਬ ਚਰਚਿਤ ਹੋਈ ਸੀ। ਝਨਾਹ ਦੀ ਰਾਤ ਬਹੁਤ ਲੰਬੀ ਕਵਿਤਾ ਸੀਗੀ ਜੀ, ਤੇ ਗੜਦੀਵਾਲ ਕਾਲਜ ਵਿੱਚ ਇੰਗਲਿਸ਼ ਦੇ ਪ੍ਰੋਫੈਸਰ ਸੀ। ਇਹਨੇ ਵਧੀਆ ਕੀਤਾ। ਜਗਮਿੰਦਰ ਜੀ, ਜਗਮਿੰਦਰ। ਹਾਂਜੀ ਮੈਮ, ਮੇਰੇ ਔਨ 에ਅਰ ਨਹੀਂ, ਮੈਂ ਔਨ ਆਫ 에ਅਰ ਗੱਲ ਕਰ ਰਹੀ ਹਾਂ। ਓਕੇ, ਤੁਸੀਂ ਪਲੀਜ਼ ਹੋਲਡ ਕਰ ਲਓ। ਅੰਗਰੇਜ਼ ਸਿੰਘ ਜੀ ਜੀ, ਹਾਂਜੀ, ਅੰਗਰੇਜ਼, ਹੈਲੋ ਅੰਗਰੇਜ਼ ਸਿੰਘ ਜੀ, ਤੁਸੀਂ 에ਅਰ ਤੇ ਹੋ? ਖੈਰ ਆਪਾਂ ਹੋਰ ਕਾਲਸ ਨਹੀਂ ਲਵਾਂਗੇ, ਸਮਾਂ ਹੁਣ ਆਪਣੇ ਕੋਲੇ ਥੋੜਾ ਪੈਂਦਾ ਜਾਂਦਾ ਹੈ। ਅਧਿਆਪਕ ਦੇ ਕੀ ਫਰਜ਼ ਹੋਣੇ ਚਾਹੀਦੇ ਆ? ਕੀ ਸਾਰੇ ਅਧਿਆਪਕ ਆਪਣੇ ਫਰਜ਼ ਨਿਭਾਉਂਦੇ ਆ? ਹਾਂ, ਇਹ ਤੁਸੀਂ ਬੜਾ ਵਧੀਆ ਸਵਾਲ ਕੀਤਾ। ਤੇ ਫਰਜ਼ਾਂ ਤੋਂ ਹੀ ਪਤਾ ਲੱਗਦਾ ਅਸੀਂ ਫਰਜ਼ ਪਹਿਲਾਂ ਆ, ਤੇ ਉਹਦਾ ਜਿਹੜਾ ਫਿਰ ਅਵਾਰਡ ਰਿਵਾਰਡ ਉਹ ਲੋਕ ਦਿੰਦੇ ਆ ਜੀ, ਆਪਣੇ ਆਪ ਹੀ ਆ ਜਾਂਦਾ ਆ। ਸਫਲਤਾ ਜਿਹੜੀ ਆ ਉਹ ਮਿਹਨਤ ਕਰੀ ਆ, ਉਹ ਸਫਲਤਾ ਦਿਸਦੀ ਨਹੀਂ ਕਿਸੇ ਨੂੰ, ਉਹ ਵੀ ਆ ਰਹੀ ਹੁੰਦੀ ਆ। ਉਹਦੇ ਲਈ ਅਧਿਆਪਕਾਂ ਬਾਰੇ ਮੈਂ ਇੱਕ ਫਾਰਮੂਲਾ ਬਣਾਇਆ ਜੀ, ਲੇਖਕਾਂ ਬਾਰੇ ਵੀ ਅਧਿਆਪਕਾਂ ਬਾਰੇ ਵੀ ਮੇਰੇ ਆਪਣੇ ਵਿਚਾਰ ਆ। ਜੇ ਸਫਲ ਅਧਿਆਪਕ ਬਣਨਾ ਤੇ ਤੁਹਾਨੂੰ ਸਾਰੀ ਉਮਰ ਵਿਦਿਆਰਥੀ ਰਹਿਣਾ ਪੈਣਾ ਹੈ। ਪਹਿਲੀ ਗੱਲ ਆ, ਜੇ ਪੜ੍ਹਨਾ ਹੀ ਛੱਡ ਦਿੱਤਾ, ਕਿਉਂਕਿ ਸਿਲੇਬਸ ਚੇਂਜ ਹੋਈ ਜਾਂਦੇ ਆ, ਤੇ ਆਪਾਂ ਪਿਛਲੀਆਂ 50 ਸਾਲ ਦੀਆਂ ਗੱਲਾਂ ਕਰਦੇ ਹਾਂ, ਆਪਾਂ ਅੱਜ ਵਿੱਚ ਆਉਣਾ, ਅੱਜ ਵਿੱਚ। ਸਹੀ ਹੈ ਜੀ। ਪ੍ਰਿੰਸੀਪਲ ਸੁਜਾਨ ਸਿੰਘ ਦੀ ਮੈਂ ਗੱਲ ਕੀਤੀ, ਉਹ ਅੱਜ ਦਾ ਕਹਾਣੀਕਾਰ ਆ, ਅੱਜ ਮੈਂ ਕਿਹਾ। ਸੋ ਉਹਨੂੰ ਮੈਂ ਕਿਉਂ ਪੜ੍ਹਿਆ ਵੀ ਉਹ ਅਧਿਆਪਕ ਸੀ। ਨਿੱਕੀ ਹੁੰਦਰੀ ਕਹਾਣੀ ਦਾ 1935 ਵਿੱਚ ਪਹਿਲੀ ਵਾਰੀ ਉਹਨੇ ਲਿਖਾਰੀ ਮੈਗਜ਼ੀਨ ਵਿੱਚ ਲਿਖੀ ਸੀ, ਮੁੱਢ ਬੰਨ ਦਿੱਤਾ ਵੀ ਇਹ ਨਿੱਕੀ ਹੁੰਦਰੀ ਕਹਾਣੀ ਹੁੰਦੀ ਆ। ਤੇ ਉਹਦਾ ਸੰਪਾਦਕ ਕੌਣ ਸੀਗਾ, ਐਡੀਟਰ ਕੌਣ ਸੀ? ਉਹ ਸੱਸਾ ਅਮੋਲ ਸੀ, ਸਰਮੁਖ ਸਿੰਘ ਅਮੋਲ। ਨਿੱਕੀ ਹੁੰਦਰੀ ਕਹਾਣੀ ਬਣ ਗਈ। ਇਹਦਾ ਮਤਲਬ ਉਹ ਪੜ੍ਹਦੇ ਰਹੇ, ਉਹ ਅੱਜ ਦੇ ਅਧਿਆਪਕ ਆ। ਜੋ 50 ਸਾਲ ਪਹਿਲਾਂ ਕਹਾਂਗਾ, ਅੱਜ ਵੀ ਮੈਂ ਉਹਨਾਂ ਨੂੰ ਪੜ੍ਹ ਕੇ ਕਹਿੰਦਾ ਵੀ ਇਹ ਗੱਲ ਠੀਕ ਆ। ਪਹਿਲੀ ਗੱਲ ਇਹ ਹੋ ਗਈ। ਦੂਜੀ ਆ, ਜੇ ਤੁਸੀਂ ਸਫਲ ਲੇਖਕ ਬਣਨਾ ਤੇ ਸਾਰੀ ਉਮਰ ਤੁਹਾਨੂੰ ਪਾਠਕ ਬਣਨਾ ਪੈਣਾ। ਪਾਠਕ ਬਣਨਾ ਪੈਣਾ। ਇਹ ਦੋ ਗੱਲਾਂ ਫਰਜ਼ਾਂ ਦੀਆਂ। ਤੀਜੀ ਹੈਗੀ ਵੀ ਜੇ ਸਮੇਂ ਤੇ ਆਪ ਹੀ ਨਹੀਂ ਅਸੀਂ ਆਉਂਦੇ ਤਾਂ ਫਿਰ ਸਮੇਂ ਦੀ ਕਦਰ ਕੀ ਹੋਊਗੀ। ਅੱਛਾ, ਇੱਕ ਗੱਲ ਹੋਰ ਵੀ ਹੈ, ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਪੂਰੇ ਦਾ ਪੂਰਾ ਕੀ ਮਾਪਿਆਂ ਤੋਂ ਬਾਅਦ ਅਧਿਆਪਕਾਂ ਦੇ ਹੱਥ 'ਚ ਹੁੰਦਾ? ਜੀ ਜੀ, ਉਹਦੇ ਵਿੱਚ ਬੱਚਾ ਜਿਹੜਾ ਹੈ ਨਾ, ਅਸਲ ਵਿੱਚ ਉਹ ਇਹ ਜਿਹੜਾ ਕੋਠਾਰੀ ਕਮਿਸ਼ਨ ਤੋਂ ਪਹਿਲਾਂ ਸੀ, ਹੈ ਨਾ, ਮੈਂ ਕਮਿਸ਼ਨ ਦੀ ਗੱਲ ਕੀਤੀ, 1986 ਵਿੱਚ ਵੀ ਨਿਊ ਪਾਲਿਸੀ ਆਈ ਆ। ਪਹਿਲਾਂ ਕਹਿੰਦੇ ਸੀ ਵੀ ਬੱਚਾ ਜਿਹੜਾ ਆ ਉਹਨੂੰ ਪੁੱਛਿਆ ਨਹੀਂ ਸੀ ਜਾਂਦਾ। ਸੋਨੇ ਦਾ ਪਿੰਜਰਾ ਬਣਾ ਦੇਣਾ, ਵਿੱਚ ਤੋਤੇ ਨੂੰ ਤਾਂ ਪੁੱਛਣਾ ਹੀ ਨਹੀਂ ਨਾ, ਪਿੰਜਰਾ ਸੋਨੇ ਦਾ ਬਣਾ ਦਿੱਤਾ, ਉਹਨੂੰ ਨਹੀਂ ਪੁੱਛਿਆ। ਇਹਦਾ ਮਤਲਬ ਵੀ ਬੱਚੇ ਨੂੰ ਕੇਂਦਰ ਬਿੰਦੂ ਲਿਆ ਸੀ, ਉਹਦੀ ਸਰਬਪੱਖੀ ਵਿਕਾਸ ਕਰਨਾ ਮਾਂ ਨੇ, ਬਾਪ ਨੇ ਤਾਂ ਟੀਚਰ ਨੇ। ਟੀਚਰ ਦੇ ਹੱਥ ਵਿੱਚ ਬੱਚੇ ਦਾ ਭਵਿੱਖ ਹੁੰਦਾ ਹੈ, ਤੇ ਉਹ ਬੱਚਾ ਫਿਰ ਅਸੀਂ ਕਹਿੰਦੇ ਵੀ ਉਹਦਾ ਵੀ ਨਾਂ ਲਓ, ਉਹਦਾ ਵੀ ਨਾ, ਫਿਰ ਬੱਚਾ ਉਹਦਾ ਹੀ ਲਊਗਾ ਨਾ ਜਿਹਨੂੰ ਰਾਤ ਨੂੰ ਉਹ ਯਾਦ ਕਰੂਗਾ, ਉਹਦਾ ਉੱਠ ਕੇ ਵੀ ਯਾਦ ਕਰੂਗਾ ਨਾ। ਸੋ ਇਹ ਗੱਲਾਂ ਜਿਹੜੀਆਂ ਆ ਵੀ ਬੱਚਾ ਜਿਹੜਾ ਆ ਅਸਲ ਵਿੱਚ ਦੋ ਤਰ੍ਹਾਂ, ਮੈਂ ਇੱਕ ਕਲਪਨਾ ਕਿਹਾ ਸੀਗਾ, ਇੱਕ ਪ੍ਰਯੋਗਸ਼ਾਲਾ ਹੁੰਦੀ ਸਾਇੰਸ ਰੂਮ ਵਿੱਚ, ਉੱਥੇ ਇੱਕ ਆਂਡਾ ਲਿਆ ਕੇ ਰੱਖ ਦਿੱਤਾ। ਮੈਂ ਤੁਹਾਨੂੰ ਇੱਕ ਉਦਾਹਰਨ ਹੀ ਆਪਾਂ ਦੇ ਸਕਦੇ ਹਾਂ ਨਾ ਵੀ ਬੱਚੇ ਨੇ ਆਪ ਉੱਡਣਾ ਆ, ਕੋਈ ਨਹੀਂ ਉਡਾਉਂਦਾ ਉਹਨੂੰ। ਉਹ ਆਂਡਾ ਲਿਆ ਕੇ ਰੱਖ ਦਿੱਤਾ ਵੀ ਉਹਦੇ ਵਿੱਚੋਂ ਬੱਚਾ ਜਿਹੜਾ ਸੀ ਉਹ ਨਿਕਲਣਾ ਸੀ ਆਂਡੇ ਵਿੱਚੋਂ, ਤੇ ਉਹ ਤਿੜਕ ਰਿਹਾ ਸੀ, ਆਂਡਾ ਤਿੜਕ ਰਿਹਾ ਸੀ। ਜੀ ਜੀ, ਅਧਿਆਪਕ ਨੂੰ ਪਤਾ ਸੀ ਵੀ ਅੱਜ ਮੈਂ ਇਹਦੀ ਪ੍ਰਕਿਰਿਆ ਦੱਸਣੀ ਆ ਲੈਬੋਰਟਰੀ 'ਚ ਰੱਖ ਕੇ। ਉਹ ਕਹਿੰਦਾ ਮੈਂ ਜਰਾ ਆਉਣਾ ਹੈ, ਇਹਦੇ ਵੱਲ ਦੇਖਿਓ। ਉਹ ਦੇਖਦਾ ਰਿਹਾ ਤੇ ਉਹ ਆਂਡਾ ਤਿੜਕਦਾ ਰਿਹਾ। ਅਧਿਆਪਕ ਆਇਆ ਨਾ, ਤੇ ਇੱਕ ਬੱਚੇ ਨੇ ਆਂਡਾ ਜਿਹੜਾ ਸੀ ਖੋਲ ਦਿੱਤਾ ਹੱਥ ਨਾਲ ਫੜ ਕੇ। ਅੱਛਾ, ਬੱਚਾ ਨਿਕਲ ਗਿਆ, ਨਾਲ ਹੀ ਥੱਲੇ ਡਿੱਗ ਪਿਆ, ਨਾਲ ਹੀ ਥੱਲੇ ਡਿੱਗ ਪਿਆ। ਅਧਿਆਪਕ ਕਹਿੰਦਾ ਵੀ ਇਹਨੂੰ ਤੁਸੀਂ ਕੁਛ ਕੀਤਾ ਕਿ ਆਪਣੇ? ਨਹੀਂ। ਇੱਕ ਬੱਚਾ ਕਹਿੰਦਾ ਜੀ ਵੀ ਇਹ ਜ਼ਿਆਦਾ ਹਿਲਦਾ ਸੀਗਾ, ਵੀ ਮੈਂ ਇਹਦਾ ਆਂਡਾ ਖੋਲ ਦਿੱਤਾ, ਇਹਦਾ ਖੋਲ ਜਿਹੜਾ ਸੀਗਾ ਉਹ ਤਾਂ ਏਦਾਂ ਹੋ ਗਿਆ। ਕਹਿੰਦਾ ਇਹ ਤੂੰ ਬਹੁਤ ਗਲਤ ਕੰਮ ਕੀਤਾ, ਹੈਂਡੀਕੈਪਟ ਇਹਨੂੰ ਬਣਾਉਣ ਦਾ ਤੂੰ, ਜਿਵੇਂ ਇਹਨੂੰ ਤਾਂ ਆਪ ਉੜਨਾ ਸੀ ਅੰਦਰੋਂ, ਉਹ ਜਿਹੜਾ ਜੋਸ਼ ਸੀ ਉਹਦਾ ਖਤਮ ਹੋ ਗਿਆ। ਸੋ ਜਿਹੜਾ ਬੱਚਾ ਆ ਉਹ ਸਾਡਾ ਕਹਿਣਾ ਕਿਉਂ ਨਹੀਂ ਮੰਨਦਾ? ਅਸੀਂ ਉਹਨੂੰ 50 ਸਾਲ ਪਿੱਛੇ ਦੀਆਂ ਗੱਲਾਂ ਦੱਸਦੇ ਹਾਂ, ਉਹਨੇ 50 ਸਾਲ ਅੱਗੇ ਜਾਣਾ ਆ। ਉਹ ਸਾਡਾ 150 ਸਾਲ ਜਿਹੜਾ ਕਵਰ ਹੋਣਾ ਚਾਹੀਦਾ, 6 ਪੀੜ੍ਹੀਆਂ ਉਹਦੇ ਵਿੱਚ ਆ ਜਾਂਦੀਆਂ ਜੇ ਲੇਖਕ ਬਣਨਾ ਤਾਂ। ਸੋ ਉਹ ਬੱਚੇ ਨੂੰ ਕੇਂਦਰ ਬਿੰਦੂ ਰੱਖਣਾ, ਇਹ ਨਹੀਂ ਵੀ ਉਹਨੂੰ ਉਹਦੇ ਵਿੱਚ ਤੋੜਨਾ। ਆਉਣ ਵਾਲਾ ਸਮਾਜ ਬੱਚੇ ਦਾ ਨਾ ਕਿ ਸਾਡਾ ਆ, ਭਵਿੱਖ ਉਹਦਾ ਆ। ਸੋ ਆਪਾਂ ਗੱਲਬਾਤ ਨੂੰ ਇੱਥੇ ਸਮੇਟਦੇ ਹਾਂ ਜੀ। ਅਖੀਰ ਤੇ ਜਾਂਦੇ ਜਾਂਦੇ ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਹੋ ਸਕਦਾ ਬਹੁਤ ਸਾਰਾ ਸਾਡਾ ਜਿਹੜਾ ਯੂਥ ਹੈ ਜੀ, ਉਹਨਾਂ ਨੇ ਇਸ ਖੇਤਰ ਦੇ ਵਿੱਚ ਜਾਣਾ ਹੋਵੇ, ਅਧਿਆਪਕ ਬਣਨਾ ਹੋਵੇ, ਤੇ
ਇੱਕ ਵਧੀਆ ਅਧਿਆਪਕ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ, ਉਹਦੇ 1-2 ਜਿਹੜੇ ਲੱਛਣ ਨੇ ਇੱਕ ਕਿਸਮ ਦੇ ਨਾਲ, ਮੈਨੂੰ ਉਹ ਦੱਸੋ। ਹਾਂ, ਵਿਸ਼ੇਸ਼ਤਾਈਆਂ ਜਾਂ ਉਹਨਾਂ ਦੀ ਖਾਸੀਅਤ ਕੀ ਹੋਣੀ ਚਾਹੀਦੀ ਹੈ, ਕਿਉਂਕਿ ਅਧਿਆਪਕ ਸਾਰੇ ਮਨਪਸੰਦੀਦਾ ਨਹੀਂ ਸੀ ਹੁੰਦੇ, ਠੀਕ ਹੈ ਨਾ। ਕੋਈ ਇੱਕ ਸਬਜੈਕਟ ਦਾ ਅਧਿਆਪਕ ਹੈ ਜਿਹੜਾ ਉਹ ਤੁਹਾਨੂੰ ਹਮੇਸ਼ਾ ਚੰਗਾ ਲੱਗਦਾ ਸੀ, ਬਿਮਾਰ ਵੀ ਹੁੰਦੇ ਸੀ ਤਾਂ ਵੀ ਜੀਅ ਕਰਦਾ ਸੀ ਵੀ ਜਾਈਏ ਸਕੂਲ, ਹੈ ਨਾ, ਅਧਿਆਪਕ ਨੂੰ ਦੇਖਣਾ ਮਿਲਣਾ। ਤੇ ਕਈ ਲੋਕ ਹੁਣ ਤੱਕ ਵੀ ਵਰਤ ਰਹੇ ਨੇ, ਇੱਕ ਦੂਸਰੇ ਨਾਲ ਮਿਲਵਰਤਣ ਬਣਿਆ ਹੋਇਆ। ਪਰ ਕਈ ਅਧਿਆਪਕ ਉਹਨਾਂ ਦਾ ਪੌਣਾ ਘੰਟਾ ਜਿਹੜਾ ਪੀਰੀਅਡ ਹੁੰਦਾ ਸੀ ਉਹ ਮਸਾਂ ਕੱਢਦੇ ਸੀ, ਹੈ ਨਾ। ਤੇ ਇਹ ਅਸਲ ਦੇ ਵਿੱਚ ਅਧਿਆਪਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਉਹਦੇ ਵਿੱਚ 3 ਗੁਣ ਹੋਣੇ ਚਾਹੀਦੇ ਆ ਜੀ। 3 ਗੁਣ ਬੱਚੇ ਨੂੰ ਕੋਈ ਨਹੀਂ ਸਿਖਾਉਂਦਾ, ਬੱਚਾ ਪਹਿਲਾਂ ਹੀ ਸਿੱਖਿਆ ਆ। ਅਧਿਆਪਕ ਵਿੱਚ ਸਿਰਫ 3 ਚਾਹੀਦੇ ਆ। ਇੱਕ ਸ਼ਬਦ ਦਸ਼ਾ ਆ, ਇੱਕ ਦਿਸ਼ਾ ਆ। ਅਧਿਆਪਕ ਦੀ ਕੋਈ ਵੀ ਦਸ਼ਾ ਹੋਵੇ, ਉਹਨੇ ਦਿਸ਼ਾ ਜੇ ਆਪਣੀ ਨਹੀਂ ਚੇਂਜ ਕਰਦਾ ਤਾਂ ਬੱਚੇ ਦੀ ਵੀ ਨਹੀਂ ਕਰ ਸਕਦਾ। ਦਸ਼ਾ ਤੇ ਦਿਸ਼ਾ, ਮੈਂ 2 ਸ਼ਬਦ ਬਿਲਕੁਲ ਬਿਲਕੁਲ। ਦਸ਼ਾ ਮੇਰੀ ਕੋਈ ਵੀ ਸੀਗੀ, ਪਰ ਮੈਂ ਸਕੂਲੋਂ ਕਦੇ ਵੀ ਲੇਟ ਨਹੀਂ ਸੀ ਹੋਇਆ। ਇਹ ਮੈਂ ਆਪਣੇ ਆਪ ਕਹਿੰਦਾ, ਮਤਲਬ ਅਧਿਆਪਕਾਂ ਨੂੰ ਹੀ ਕਹਿੰਦਾ ਆ ਵੀ ਮਿੰਟ ਵਿੱਚ ਮੈਂ ਕਹਿੰਦਾ ਹੁੰਦਾ ਸੀ 60 ਸਕਿੰਟ ਹੁੰਦੇ ਆ ਤੇ 2 ਮਿੰਟਾਂ ਵਿੱਚ 120 ਸਕਿੰਟ ਹੋ ਗਏ। ਜੇ 2 ਮਿੰਟ ਵੀ ਲੇਟ ਹੋ ਗਿਆ, ਇਹਦਾ ਮਤਲਬ ਤਾਂ 120 ਸਕਿੰਟ ਤੁਸੀਂ ਲੇਟ ਆ, ਨਾ ਕਿ 2 ਮਿੰਟ ਲੇਟ ਆ ਤੁਸੀਂ, ਹੈ ਨਾ। ਸਕਿੰਟਾਂ ਦਾ ਫਰਕ ਪਾ ਕੇ ਵੀ ਅਸੀਂ 4ਵੇਂ-5ਵੇਂ ਨੰਬਰ ਤੇ ਚੱਲ ਜਾਂਦੇ ਹਾਂ। ਪਹਿਲੀ ਗੱਲ ਆ ਵੀ ਸਾਨੂੰ ਕਦੇ ਵੀ ਲੇਟ ਨਹੀਂ ਹੋਣਾ ਚਾਹੀਦਾ। ਉਹ ਸਾਡੇ ਅੰਦਰ ਆ, ਨਾ ਕਿ ਗੌਰਮੈਂਟ ਦੇ ਵੀ ਗੌਰਮੈਂਟ ਨਹੀਂ ਚੰਗੀ, ਇਹਦਾ ਮਤਲਬ ਤੁਸੀਂ ਨਹੀਂ ਪਹਿਲਾਂ ਚੰਗੇ, ਹੈ ਨਾ। ਮੈਂ ਅਧਿਆਪਕਾਂ ਦੀ ਜ਼ਿੰਮੇਵਾਰੀ ਲੈਣਾ। ਦੂਜੇ ਨੰਬਰ ਤੇ ਇੱਕ ਪ੍ਰੇਅਰ ਹੁੰਦੀ ਆ ਜੀ, ਉਹਦੇ ਵਿੱਚ ਸਾਨੂੰ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਸਵੇਰ ਦੀ ਸਭਾ 'ਚ। ਉਹ ਬਹੁਤ ਜ਼ਰੂਰੀ ਆ। ਕਿਉਂ ਮੈਂ ਬਹੁਤ ਜ਼ਰੂਰੀ ਕਹਿਣਾ ਆ? ਕਿਉਂਕਿ ਮੈਂ ਜਿੰਨਾ ਚਿਰ ਅਧਿਆਪਕ ਰਿਹਾ ਹਾਂ, ਮੈਂ ਆਪਣੀ ਕਲਾਸ ਦੇ ਪਿੱਛੇ ਖੜਾ ਰਿਹਾ ਹਾਂ। ਜਦੋਂ ਮੈਂ ਸਕੂਲ ਮੁਖੀ ਬਣ ਗਿਆ 2003 ਵਿੱਚ, ਹੈ ਨਾ, ਤੇ 4 ਸਾਲ 11 ਮਹੀਨੇ 12 ਦਿਨ ਮੈਂ ਰਿਹਾ ਹਾਂ, ਤਾਂ ਮੈਂ ਫਿਰ ਮੋਰੇ ਹੋ ਗਿਆ। ਮੈਨੂੰ ਮਿਲਿਆ ਕਿੱਥੋਂ ਜੀ? ਉਹ ਪ੍ਰੇਅਰ ਵਿੱਚ ਸ਼ਾਮਲ ਹੁੰਦਾ ਸੀ, ਉਹਦੀ ਦੇਣ ਆ ਮੇਰੇ ਤੇ। ਉਹਦੀ ਪਹਿਲਾਂ ਪਿੱਛੇ ਖੜਾ ਹੁੰਦਾ ਸੀ, ਫਿਰ ਮੋਰੇ ਮੈਂ ਜਵਾਬਦੇਹ ਹੋ ਗਿਆ ਸਾਰੇ ਸਕੂਲ ਦੇ। ਤੀਜਾ ਵੀ ਜਿਹੜੀ ਸਾਡੀ ਘੰਟੀ ਲੱਗੂਗੀ ਆ, ਹੈ ਨਾ, ਉਹ ਅਸੀਂ ਇੰਨਾ ਕੁ ਤਿਆਰ ਕਰਕੇ ਲੈ ਜਾਈਏ। ਜੇ ਮੈਨੂੰ ਤੁਸੀਂ 2 ਘੰਟੇ ਕਹੋਗੇ, ਮੈਂ 2 ਘੰਟੇ ਬੋਲ ਸਕਦਾ। ਜੇ ਅਸੀਂ 20 ਮਿੰਟ ਦਾ ਤਿਆਰ ਕਰਕੇ ਲਿਆਵਾਂਗੇ, ਵੀ ਸਾਡੇ ਪੱਲੇ ਹੀ ਹੈ ਨਹੀਂ ਕੁਛ ਵੀ, ਹੈ ਨਾ, ਤਾਂ ਫਿਰ ਇੰਨਾ ਕੁਛ ਉਹਦੇ ਹੋਣਾ ਚਾਹੀਦਾ ਵੀ ਬੱਚਾ ਕੁਛ ਵੀ ਪੁੱਛ ਸਕਦਾ, ਹੈ ਨਾ। ਸੋ ਉਹ ਜਿਹੜੀ ਘੰਟੀ ਉਹ ਲੱਗਵੀ ਛੱਡਣੀ ਨਹੀਂ ਅਸੀਂ। ਬੱਚਿਆਂ ਨੂੰ ਇਹ ਨਹੀਂ, ਬੱਚਿਆਂ ਤੋਂ ਕਰਾਉਣਾ ਆ, ਨਾ ਕਿ ਆਪ ਕਰਨਾ। ਬੱਚਿਆਂ ਨੂੰ ਉਹਦੇ ਵਿੱਚ ਭਾਗੀਦਾਰ ਬਣਾਓ। ਇਹ 3 ਗੁਣ ਆ ਜੀ। 70% ਜੇ ਆਪ ਗਾਉਣੇ, ਉਹਨੂੰ ਪਿੱਛੇ ਲਾ ਲਓ, 3 ਮੋਰੇ ਰੱਖ ਲਓ। ਇਹੋ ਹੀ ਮੇਰੇ ਅੰਤਮ ਸੰਦੇਸ਼ ਆ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਮਾਂ ਕੱਢਿਆ ਤੇ ਬਹੁਤ ਵਿਸਥਾਰ 'ਚ ਗੱਲਾਂ ਬਾਤਾਂ ਹੋਈਆਂ ਨੇ ਆਪਣੀਆਂ। ਤਕਰੀਬਨ 1.25 ਘੰਟਾ ਆਪਾਂ ਪ੍ਰੋਗਰਾਮ ਕਰ ਲਿਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਸ ਖਾਸ ਦਿਨ 'ਤੇ ਇਹ ਮੇਰੇ ਖਿਆਲ ਪ੍ਰੋਗਰਾਮ ਚਾਹੀਦਾ ਸੀ। ਇੱਕ ਤਾਜ਼ਗੀ ਜੇ ਮਹਿਸੂਸ ਕਰ ਰਹੀ ਹਾਂ ਮੈਂ ਵੀ, ਪਤਾ ਨਹੀਂ ਕਿੱਥੇ ਕਿੱਥੇ ਖਿਆਲਾਂ 'ਚ ਮੈਂ ਵੀ ਪਹੁੰਚਦੀ ਰਹੀ ਹਾਂ ਗੱਲਾਂ ਬਾਤਾਂ ਦੇ ਨਾਲ ਨਾਲ। ਸੋ ਤੁਹਾਡਾ ਇੱਕ ਵਾਰੀ ਫਿਰ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਦਿਲੋਂ ਧੰਨਵਾਦੀ ਹਾਂ, ਤੁਸੀਂ ਮੈਨੂੰ ਅੱਜ ਆਪਣੇ ਸਰੋਤਿਆਂ ਦੇ ਰੂਬਰੂ ਕੀਤਾ। ਬਹੁਤ ਵਧੀਆ ਲੱਗਾ ਮੈਨੂੰ। ਥੈਂਕ ਯੂ, ਮੈਂ ਖੁਸ਼ ਹਾਂ। ਮਿਹਰਬਾਨੀ ਜੀ, ਫਿਰ ਮਿਲਦੇ ਰਹਾਂਗੇ। ਓਕੇ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.